ਲਓ ਜੀ, ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ ਇਕੱਠੀਆਂ ਤੇ ਦਰਮਿਆਨਾ ਜਾਂ ਕਿਤੇ ਨਾ ਕਿਤੇ ਗੁੱਡ ਆਫਟਰਨੂਨ ਵੀ ਹੋਊਗਾ। ਇਹ ਮੈਂ ਤਾਂ ਕਹਿੰਦਾ ਵੀ ਆਪੋ ਆਪਣੇ ਸਮੇਂ ਤੇ ਤੁਸੀਂ ਜਦੋਂ ਵੀ ਦੇਖਦੇ ਹੋਵੋਗੇ ਉਸ ਹਿਸਾਬ ਨਾਲ ਪ੍ਰੋਗਰਾਮ ਉਹੀ ਜੀ ਪ੍ਰਾਈਮ ਫੋਕਸ। ਗੱਲਾਂ ਹਰ ਰੋਜ਼ ਬਦਲ ਜਾਂਦੀਆਂ ਨੇ ਤੇ ਰੋਜ਼ ਜੋ ਕੁਛ ਅਪਡੇਟ ਹੁੰਦੀ ਆ ਆਪ ਜੀ ਦੇ ਨਾਲ ਸਾਂਝਾ ਕਰਨ ਦੇ ਲਈ ਅਸੀਂ ਬਹਿ ਜਾਂਦੇ ਹਾਂ। ਮੈਂ ਤੇ ਮੇਰਾ ਵੀਰ ਪਰਮੀਰ ਬਾਠ। ਕੀ ਹਾਲ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਕਾਇਮ ਨੇ, ਵਧੀਆ। ਪੂਰਾ ਫਰਕ ਹੈ? ਪੂਰਾ ਤਾਂ ਨਹੀਂ, ਹੌਲੀ ਹੌਲੀ ਹੁੰਦਾ ਫਰਕ ਹੀ ਤਾਂ ਪਤਾ ਨਹੀਂ। ਮੈਂ ਕਿਹੜਾ ਅਮਰੀਕਾ ਤੋਂ ਇਲਾਜ ਕਰਾਉਣਾ ਤੁਹਾਡੇ ਲੀਡਰਾਂ ਨੂੰ ਜਿਹੜਾ ਪੂਰਾ ਫਰਕ ਪੈ ਜਾਵੇ। ਉਹਦੇ ਵੇਖੋ ਇਹ ਤੇ ਹੁੰਦਾ ਹੀ ਹੈ। ਹੁਣ ਮਤਲਬ ਜੇ ਆਮ ਜਨਤਾ ਵੀ ਅਮਰੀਕਾ ਤੋਂ ਇਲਾਜ ਕਰਾਉਣ ਲੱਗ ਪਵੇ ਫਿਰ ਲੀਡਰਾਂ ਤੇ ਆਮ ਜਨਤਾ ਹੀ ਫਰਕ ਰਿਹਾ। ਨਹੀਂ, ਗੱਲ ਠੀਕ ਹੈ ਤੁਹਾਡੀ। ਉੱਦਾਂ ਅਮਰੀਕਾ ਵਰਗਾ ਇਲਾਜ ਹੁਣ ਕਹਿੰਦੇ ਵੀ ਮਿਲਿਆ ਕਰਨਾ ਦੇਸ਼ ਦੇ ਵਿੱਚ। ਬਹੁਤ ਛੇਤੀ ਵੋਟਾਂ ਪਾਓ, ਤਗੜੇ ਹੋ ਕੇ ਵੋਟਾਂ ਪਾਓ। ਹਾਂ, ਪਹਿਲਾਂ 5 ਸਾਲ ਦੇ ਲਈ, ਫਿਰ ਉਸ ਤੋਂ ਬਾਅਦ 5 ਸਾਲ ਪਹਿਲਾਂ ਵੋਟਾਂ ਪਾ ਕੇ ਬਿਮਾਰੀ ਲਵਾਈਏ। ਨਹੀਂ ਹੁਣ ਕਹਿੰਦਾ ਜਵਾਬ ਪਹਿਲਾਂ ਮਤਲਬ ਇਹ ਹੈ ਵੀ ਪਹਿਲਾਂ 5-10 ਸਾਲ ਜਦ ਤੱਕ ਭਾਪਾ ਹੀ ਚੱਲਦੇ ਉਹਨਾਂ ਤੇ ਚਲਾਓ। ਠੀਕ ਹੈ। ਫਿਰ ਉਹਨੂੰ ਜਦੋਂ ਕਹਾਂ ਕਾਕਾ ਹੀ ਕਾਇਮ ਹੋ ਜਾਣਗੇ, ਫਿਰ ਕਾਕਾ ਹੀ ਦੇ ਆਉਣ ਤੱਕ ਜਦ ਤੱਕ ਭਾਪਾ ਹੀ ਇਧਰੋਂ ਢਿੱਲੇ ਹੋਣਗੇ ਉਦੋਂ ਤੱਕ ਇਲਾਜ ਬਾਰੇ ਸੋਚਾਂਗੇ। ਠੀਕ ਹੈ ਨਾ। ਇਹ ਦੇਖੋ ਭਾਰਤ ਤਾਂ ਹੀ ਤਰੱਕੀ ਕਰੂਗਾ ਨਾ, ਹੈ ਨਾ। ਹਾਂ, ਚੀਨ ਵਾਲੇ ਕਹਿੰਦੇ ਆ ਕਿ ਅਸੀਂ ਆਬਾਦੀ ਦੀ ਦਰ ਘਟਾ ਲਈ ਹੈ ਜੀ। ਪਿਛਲੇ ਸਾਲ ਕਹਿੰਦੇ ਆ ਜੀ ਬਹੁਤ ਘੱਟ ਬੱਚਿਆਂ ਨੇ ਜਨਮ ਲਿਆ ਉਹਦੇ ਤੋਂ ਪਿਛਲੇ ਸਾਲ ਦੇ ਮੁਕਾਬਲੇ। ਜਾਣੀ ਤੁਸੀਂ ਇਹ ਦੇਖੋ ਨਾ ਕਿ ਆਰਥਿਕ ਤੌਰ ਤੇ ਉੱਪਰ ਜਾਈ ਜਾਂਦਾ। ਜਿੱਥੇ ਬ੍ਰੇਕਾਂ ਲਾਉਣੀਆਂ ਅਗਲੇ ਬ੍ਰੇਕਾਂ ਲਾਈ ਜਾਂਦੇ ਆ। ਆਪਣੇ ਵਾਲੇ ਪਾਸੇ ਕੰਮ ਦੂਸਰੇ। ਨਹੀਂ, ਆਪਣੇ ਵਾਲੇ ਪਾਸੇ ਵੀ ਤੇ ਇਦਾਂ ਹੀ ਆ। ਉਹ ਕਹਿੰਦੇ ਵੀ ਇਹ ਤੇ ਕੁਦਰਤ ਦੀ ਦਾਤ ਹੈ, ਇੱਥੇ ਥੋੜਾ ਬ੍ਰੇਕ ਲੱਗ ਸਕਦੀ ਹੈ। ਬੱਚੇ 4 ਤਾਂ ਚਾਹੀਦੇ, 6 ਧਰਮ ਨੂੰ ਖਤਰਾ ਪੈਦਾ ਹੋ ਜਾਂਦਾ, ਹੋਰ ਨਹੀਂ ਕਿਸੇ ਨੂੰ ਹੋਵੇ ਤਾਂ। ਬੱਚੇ ਕਹਿੰਦੇ 10-15 ਅੱਛੇ ਹੈ ਨਾ। ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਸਪੀਡ ਦੱਬੀ ਉਹ ਕਹਿੰਦੇ ਠੀਕ ਹੈ। ਜੇ ਕੋਈ ਗੱਲ ਪੁੱਛਦਾ ਅਰਥਚਾਰੇ ਦੀ, ਕਹਿੰਦੇ ਉਹ ਕੀ ਹੁੰਦਾ? ਅਰਥਚਾਰੇ ਦੀ ਕੋਈ ਗੱਲ ਨਹੀਂ ਹੈਗੀ, ਬਸ ਸਾਰਾ ਕੁਝ ਆਪਣੇ ਆਪ ਸੈੱਟ ਹੋ ਜਾਣਾ। ਨਾਲੇ ਜਿੰਨੇ ਭਾਈ ਸਾਹਿਬ ਸਾਹ ਦਿੱਤੇ ਨੇ ਉਹਨੇ ਵੀ ਨਾਲ ਦਾਣਾ ਪਾਣੀ ਵੀ ਤੇ ਲਿਖ ਕੇ ਭੇਜਿਆ ਹੀ ਹੈ ਨਾ। ਨਹੀਂ, ਬਹੁਤ ਜ਼ਰੂਰੀ ਹੈ। ਕਈ ਵਾਰੀ ਤਾਂ ਬੰਦੇ ਸੰਧਾਲੀਆ ਸਾਹਿਬ ਮੈਂ ਹੈਰਾਨ ਹੁੰਨਾ, ਉਧਰਲੇ ਪਾਸੇ ਕਹੀ ਜਾਣ ਕੋਈ ਗੱਲ ਨਹੀਂ, ਆਪੇ ਹੀ ਮਹਾਰਾਜ ਤੇ ਕਰੂਗਾ ਇਹਦਾ ਕੋਈ ਪ੍ਰਬੰਧ, ਕੋਈ ਗੱਲ ਨਹੀਂ, ਬੱਚਿਆਂ ਦਾ ਕੀ ਆ। ਤੇ ਦੂਜੇ ਪਾਸੇ ਨਾਲ ਹੀ ਕਹਿੰਦੇ ਹੁੰਦੇ ਯਾਰ ਇਹ ਤੇਲ ਕਿੱਥੋਂ ਪਾਉਣਾ ਪਏ ਨਹੀਂ। ਉਹਦੇ ਲਈ ਯੋਜਨਾਬੰਦੀ ਪੂਰੀ ਚਾਹੀਦੀ, ਨਿਆਣੇ ਲਈ ਕੋਈ ਨਹੀਂ ਚਾਹੀਦੀ। ਨਹੀਂ, ਵੇਖੋ ਇਹੀ ਤੇ ਗੱਲ ਹੈ ਨਾ, ਰੱਬ ਆਸਰੇ ਵੀ ਕੰਮ ਚੱਲੀ ਜਾਂਦਾ। ਪਰ ਵੈਸੇ ਮੈਂ ਇੱਕ ਚੀਜ਼ ਜਿਹੜੀ ਡਿਫਰੈਂਟ ਤਰ੍ਹਾਂ ਦੀ ਸਟੱਡੀ ਕਿਉਂਕਿ ਨਾਲੋਂ ਨਾਲ ਕਰੀ ਜਾਂਦੇ ਰਹਿੰਦੇ ਲੋਕੀ, ਜਦੋਂ ਦੀ ਇਹ ਚਰਚਾ ਚੱਲਦੀ ਹੈ ਨਾ ਵੀ ਚਾਈਨਾ ਨੇ ਆਪਣੀ ਆਬਾਦੀ ਕੰਟਰੋਲ ਕਰ ਲਈ, ਕਈ ਦਹਾਕੇ ਹੋ ਗਏ ਉਹਨੂੰ ਵਨ ਚਾਈਲਡ ਪਾਲਿਸੀ ਤੋਂ ਚੱਲਿਆ, ਫਿਰ ਹੌਲੀ ਹੌਲੀ ਉਸ ਪਾਸੇ ਐਂਡ ਉਹਨੂੰ ਲੱਗਦਾ ਕਿ ਹੁਣ ਅਸੀਂ ਮਤਲਬ ਘੱਟ ਜਨਮ ਦਰ ਸਾਡੀ ਹੋ ਗਈ। ਹੁਣ ਇੱਕ ਇਹ ਚਰਚਾ ਚੱਲਦੀ ਆ ਵੀ ਸ਼ਾਇਦ ਇਨ ਫਿਊਚਰ, ਅਜੇ ਹੁਣੇ ਨਹੀਂ, ਆਉਣ ਵਾਲੇ ਕੁਝ ਦਹਾਕਿਆਂ ਤੱਕ ਚਾਈਨਾ ਨੂੰ ਜਿਹੜੀ ਪ੍ਰੋਬਲਮ ਇਸ ਵਕਤ ਕਈ ਯੂਰਪੀਅਨ ਦੇਸ਼ ਜਾਂ ਇਵਨ ਜਾਪਾਨ ਵਰਗਾ ਦੇਸ਼ ਵੀ ਸਹਿ ਰਿਹਾ ਵੀ ਆਬਾਦੀ ਹੁਣ ਗਾਂ ਹੁੰਦੀ ਨਹੀਂ, ਨਿਆਣੇ ਨਹੀਂ ਪੈਦਾ ਹੁੰਦੇ ਲੋਕ, ਜਾਂ ਵਿਆਹ ਨਹੀਂ ਕਰਾਉਂਦੇ, ਜਾਂ ਗਾਂ ਨਿਆਣੇ ਜਿਹੜੇ ਬੱਚੇ ਨਹੀਂ ਪੈਦਾ ਕਰਦੇ। ਉਹ ਚੀਜ਼ ਚਾਈਨਾ 'ਚ ਵੀ ਹੋ ਸਕਦੀ ਹੈ ਕਿਉਂਕਿ ਉਹ ਜਿਹੜੀਆਂ ਹੋਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਦੀ ਕਿਤੇ ਨਾ ਕਿਤੇ ਪ੍ਰੋਗਰਾਮਿੰਗ ਇੱਦਾਂ ਹੋ ਗਈ ਵੀ ਨਾ ਬੱਚੇ ਤੋਂ ਬਚਿਓ, ਬੱਚੇ ਤੋਂ ਬਚਿਓ। ਇਹ ਤੰਗੀ ਦਿੰਦੇ ਨੇ, ਹੈ ਨਾ, ਜ਼ਿਆਦਾ ਨਹੀਂ ਮੰਨਦੇ। ਹਾਂ, ਉਹ ਜਿਹੜਾ ਬੱਚੇ ਤੋਂ ਤੰਗੀ ਦੇਣ ਵਾਲੀ ਮੈਨੂੰ ਲੱਗਦਾ ਵੀ ਉਹ ਚਰਚਾ ਹੈ। ਹੋ ਸਕਦਾ ਵੀ ਉਹ ਕਹਿੰਦੇ ਇਨ ਫਿਊਚਰ ਜਦੋਂ ਤੱਕ ਉਹਨਾਂ ਨੇ ਗਾਂ ਵੱਡੇ ਹੋਣਾ, ਚਾਈਨਾ ਫਿਰ ਇਹ ਕਹੇ ਕਿ ਯਾਰ ਸਾਡੇ ਹੁਣ ਬਜ਼ੁਰਗ ਜ਼ਿਆਦਾ ਹੋ ਗਏ, ਗਾਂ ਨਵੀਂ ਪਨੀਰੀ ਹੈ ਨਹੀਂ, ਵੀ ਕੰਮ ਤਾਂ ਨਵਿਆਂ ਨੇ ਕਰਨਾ। ਬਾਕੀ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ 3 ਮੁਲਕ ਨੇ ਨੇੜੇ ਨੇ। ਇੱਧਰਲੇ ਪਾਸੇ ਭਾਰਤ ਹੈ, ਉੱਪਰਲੇ ਪਾਸੇ ਚੀਨ ਆ, ਇੱਧਰਲੇ ਪਾਸੇ ਨਕਸ਼ੇ ਦੇਖੀਏ ਤੇ ਇੱਕ ਹੈ ਪਾਕਿਸਤਾਨ। ਹੁਣ ਪਾਕਿਸਤਾਨ ਦੇ ਵਿੱਚ ਪਿਛਲੇ 4 ਮਹੀਨਿਆਂ ਤੋਂ ਖਬਰਾਂ ਬਹੁਤ ਜ਼ਿਆਦਾ ਹੈਰਾਨੀਜਨਕ ਸੀ। ਪਹਿਲਾਂ ਸਰਕਾਰ ਬਦਲ ਗਈ, ਇਮਰਾਨ ਖਾਨ ਲਾਤਾ, ਸ਼ਾਹਬਾਜ਼ ਸ਼ਰੀਫ ਬਣ ਗਏ, ਹੜ੍ਹ ਆ ਗਏ, ਰਾਜਨੀਤਿਕ ਅਫਰਾ ਤਫਰੀ ਫੈਲ ਗਈ। ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਹਿਬ ਦਾ ਬਿਆਨ ਆਉਂਦਾ ਹੈ, ਉਹ ਕਹਿੰਦੇ ਜੀ ਮੈਨੂੰ ਬਹੁਤ ਔਖਾ ਲੱਗਦਾ ਜਦੋਂ ਮੈਂ ਦੂਸਰੇ ਦੇਸ਼ਾਂ ਜਾਣਾ, ਮੈਨੂੰ ਐਂ ਲੱਗਦਾ ਮੈਂ ਠੂਠਾ ਫੜ ਕੇ ਤੁਰਿਆ। ਜਾ ਕੇ ਇਹੀ ਕਹਿਣਾ ਹੁੰਦਾ ਜੀ ਥੋੜੇ ਬਹੁਤ ਪੈਸੇ ਦਾ ਪ੍ਰਬੰਧ ਕਰ ਦਿਓ, ਸਾਡੇ ਉੱਥੇ ਔਖਾ ਬਹੁਤ ਹੈ, ਵਿਦੇਸ਼ੀ ਮੁਦਰਾ ਭੰਡਾਰ ਥੋੜਾ ਰਹਿ ਗਿਆ, ਹੜ੍ਹ ਦੇ ਕਰਕੇ ਫਸਲਾਂ ਨੁਕਸਾਨੀਆਂ ਗਈਆਂ, ਸਮਾਨ ਸਾਨੂੰ ਬਾਹਰੋਂ ਦੁਬਾਰਾ ਮੰਗਾਉਣਾ ਪੈਣਾ ਜ਼ਿਆਦਾ, ਉਹਦੇ ਲਈ ਪੈਸੇ ਦੇਣੇ ਪੈਣੇ ਆ, ਪੈਸੇ ਵਿਦੇਸ਼ੀ ਕਰੰਸੀ 'ਚ ਦੇਣੇ ਪੈਣੇ ਆ, ਵਿਦੇਸ਼ੀ ਕਰੰਸੀ 3 ਹਫ਼ਤਿਆਂ ਦੀ ਹੈ ਹੀ ਨਹੀਂ, ਤੁਸੀਂ ਸਾਨੂੰ ਥੋੜ੍ਹੇ ਜਿਹਾ ਪੈਸੇ ਦਿਓ। ਕਹਿੰਦੇ ਮੈਨੂੰ ਬਹੁਤ ਔਖਾ ਲੱਗਦਾ। ਚਲੋ, ਪਾਕਿਸਤਾਨ ਦੇ ਹਾਲਾਤ ਸੰਧਾਲੀਆ ਸਾਹਿਬ ਇਹ ਨੇ, ਪੂਰਾ ਧਾਰਮਿਕ ਮੁਲਕ ਹੈ ਨਾ, ਧਾਰਮਿਕ ਆਧਾਰ ਤੇ ਬਣਾਇਆ ਗਿਆ, ਪਰ ਪਤਾ ਨਹੀਂ ਕਿਉਂ ਲੀਡਰਸ਼ਿਪ ਜਿਹੜੀ ਹੈ ਉਹ ਧਾਰਮਿਕ ਆਸ਼ਿਆਂ ਦੇ ਮੁਤਾਬਕ ਨਹੀਂ ਚੱਲਦੀ। ਕਿੰਨੀਆਂ ਵੀਡੀਓ ਆ ਰਹੀਆਂ ਕਿ ਲੋਕਾਂ ਦੇ ਕੋਲੇ ਖਾਣ ਨੂੰ ਰੋਟੀ ਜੋਗਾ ਆਟਾ ਨਹੀਂ, ਆਟਾ 6 ਗੁਣਾ ਮਹਿੰਗਾ ਹੋ ਗਿਆ। ਯਾਨੀ ਜਿਹੜੀ ਗੱਡੀ ਦੇ ਵਿੱਚ ਸਰਕਾਰ ਨੂੰ ਪੁਲਿਸ ਫੌਜ ਲਾਉਣੀ ਪਈ ਨਾਲ ਕਿ ਆਹ ਆਟਾ ਸਸਤੀ ਕੀਮਤ ਦੇ ਉੱਤੇ, ਸਸਤੀ ਵੀ ਮਹਿੰਗੀ ਹੈ ਕਿ ਇੱਥੇ ਸਪਲਾਈ ਕਰਕੇ ਆਓ, ਪਰ ਨਾਲ ਦੀ ਨਾਲ ਬੰਦੂਕਾਂ ਵਾਲੇ ਹਥਿਆਰਬੰਦ ਗਾਰਡ ਦਿਓ ਕਿ ਆਟਾ ਲੋਕੀ ਖੋਹ ਕੇ ਲੈ ਜਾਂਦੇ ਆ। ਇੱਦਾਂ ਦੀਆਂ ਵੀਡੀਓ ਵੀ ਆਈਆਂ ਕਿ ਆਟੇ ਵਾਲੀ ਗੱਡੀ ਜਾਂਦੀ ਆ ਤੇ ਉਹਦੇ ਮਗਰ ਲੋਕ ਸਕੂਟਰਾਂ ਮੋਟਰਸਾਈਕਲਾਂ ਤੇ ਲੈ, ਨਾਲੇ ਪੈਸੇ ਦੇ ਜਾਂਦੇ, ਪੈਸੇ ਲੈ ਲਓ, ਆਟਾ ਦੇ ਦਿਓ। ਜਾਣੀ ਇਹ ਹਾਲਾਤ ਨੇ, ਹਰ ਇੱਕ ਚੀਜ਼ ਜਿਹੜੀ ਮਹਿੰਗੀ ਹੈ। ਇਹਦੇ ਹੀ ਦਰਮਿਆਨ ਕਿਉਂਕਿ ਆਪਾਂ ਬਹੁਤ ਵਾਰ ਕਹਿੰਦੇ ਹੁੰਦੇ ਆ ਨਾ ਕਿ ਨਹੀਂ ਬਈ ਦੋਨਾਂ ਮੁਲਕਾਂ ਨੇ, ਭਾਰਤ ਨੇ ਵੀ ਪਾਕਿਸਤਾਨ ਨੇ ਵੀ, ਅਸੀਂ ਹਥਿਆਰਾਂ ਤੇ ਪੈਸੇ ਖਰਚੇ, ਅਸੀਂ ਪਰਮਾਣੂ ਪ੍ਰੀਖਣ ਤੇ ਪੈਸੇ ਖਰਚੇ, ਅਸੀਂ ਬੱਚਿਆਂ ਦੀ ਐਜੂਕੇਸ਼ਨ ਤੇ, ਅਸੀਂ ਡਿਵੈਲਪਮੈਂਟ ਤੇ ਨਵੇਂ ਫਾਰਮੂਲੇ ਇਜਾਦ ਕਰਨ ਦੇ ਉੱਤੇ ਪੈਸੇ ਨਹੀਂ ਖਰਚੇ, ਲੋੜ ਹੀ ਨਹੀਂ ਸੀ, ਅਸੀਂ ਤਰੱਕੀ ਕਰਦੇ।
ਸ਼ਾਹਬਾਜ਼ ਸ਼ਰੀਫ ਸਾਹਿਬ ਦਾ ਬਿਆਨ ਆਇਆ ਬੜਾ ਸ਼ਰੀਫ ਜਿਹਾ। ਉਹ ਕਹਿੰਦੇ ਮੈਂ ਭਾਰਤ ਨੂੰ ਸੁਨੇਹਾ ਦਿੰਨਾ, ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਉੱਥੋਂ ਦੇ ਲੀਡਰਸ਼ਿਪ ਨੂੰ ਸੁਨੇਹਾ ਦਿੰਨਾ ਕਿ ਬਹੁਤ ਹੋ ਗਿਆ ਹੁਣ ਲੜਾਈਆਂ ਝਗੜੇ, ਹੁਣ ਆਪਾਂ ਟੇਬਲ ਤੇ ਬੈਠ ਕੇ ਗੱਲ ਕਰੀਏ। ਕੀ ਬਾਤ ਹੈ। ਸੁੱਖ ਦਾ ਸਾਹ ਆਇਆ, ਗਰਮੀਆਂ 'ਚ ਠੰਡੀ ਹਵਾ ਦਾ ਬੁੱਲਾ ਆਇਆ, ਸਿਆਲਾਂ 'ਚ ਨਿੱਘ ਆਇਆ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆਖੇ ਕਿ ਬਹੁਤ ਹੋ ਗਿਆ। ਉਹ ਕਹਿੰਦੇ 3 ਲੜਾਈਆਂ ਲੜ ਲਈਆਂ, ਲੜਾਈ ਨੇ ਸਾਨੂੰ ਬੇਰੁਜ਼ਗਾਰੀ ਤੇ ਗਰੀਬੀ ਤੋਂ ਬਿਨਾਂ ਦਿੱਤਾ ਕੀ ਆ? ਕਹਿੰਦੇ ਕੱਖ ਨਹੀਂ ਦਿੱਤਾ। ਕਹਿੰਦੇ ਮੈਂ ਤਾਂ ਇਹ ਵੀ ਕਹਿਣਾ ਕਿ ਤੁਸੀਂ ਵੀ ਆਪਣੀ ਤਾਕਤ, ਆਪਣੀ ਸ਼ਕਤੀ, ਆਪਣੇ ਪੈਸੇ, ਆਪਣੀ ਕਰੰਸੀ ਸਾਰੀ ਦੀ ਸਾਰੀ ਹਥਿਆਰ ਖਰੀਦਣ ਤੇ ਲਾਈ ਜਾਂਦੇ ਆ। ਪਰਮਾਣੂ ਸ਼ਕਤੀ ਹੈਗੇ ਆਪਾਂ ਦੋਨੇ ਹੀ, ਤਾਂ ਜੇ ਆਪਾਂ ਹਥਿਆਰਾਂ ਦੇ ਉੱਤੇ ਪੈਸੇ ਲਾਈ ਜਾਣੇ ਆ, ਐਜੂਕੇਸ਼ਨ ਦਾ ਪ੍ਰਬੰਧ ਕਿੱਥੋਂ ਕਰਾਂਗੇ? ਸਿਹਤ ਸੇਵਾਵਾਂ ਦਾ ਪ੍ਰਬੰਧ ਕਿੱਥੋਂ? ਐਂ ਲੱਗੇ ਕਿ ਜਿਹਦਾ ਕੜ ਪਾਟ ਗਿਆ ਹੁੰਦਾ। ਇਹ ਪਰ ਮੈਨੂੰ ਕਿਉਂ ਲੱਗਦਾ ਵੀ ਸ਼ਰੀਫ ਸਾਰੇ ਕਿਤੇ ਦਵਾਈ ਗਲਤ ਖਾ ਲਈ? ਨਹੀਂ ਅੱਗੇ ਚੱਲੋ ਨਾ, ਚੱਲਣ ਦਿਓ, ਫਿਰ ਤੁਹਾਨੂੰ ਪਤਾ ਲੈਣਾ ਵੀ ਦਵਾਈ ਰਿਐਕਸ਼ਨ ਕਿੱਥੇ ਕੀਤੀ। ਅੱਛਾ। ਕਹਿੰਦੇ ਜੀ ਮੈਂ ਫਿਰ ਕਹਿੰਦਾ ਕਿ ਆਪਾਂ ਇੱਕ ਟੇਬਲ ਤੇ ਬੈਠੀਏ, ਆਪਾਂ ਗੱਲਬਾਤ ਕਰੀਏ, ਆਪਾਂ ਦੋਵਾਂ ਦੇਸ਼ਾਂ ਨੂੰ ਉੱਪਰ ਲੈ ਕੇ ਚੱਲੀਏ, ਨਹੀਂ ਤਾਂ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ। ਠੀਕ ਹੈ। ਨਾਲ ਹੀ ਉਹਨਾਂ ਨੇ ਕਹਿਤਾ, ਕਹਿੰਦੇ ਪਰ ਇੱਕ ਗੱਲ ਹੈਗੀ ਆ, ਘੱਟ ਗਿਣਤੀਆਂ ਤੇ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਭਾਰਤ 'ਚ। ਆ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਹੈ, ਕਸ਼ਮੀਰ ਦੇ ਲੋਕਾਂ ਤੇ ਜ਼ੁਲਮ ਹੋ ਰਿਹਾ, ਤੁਸੀਂ ਇਹ ਵੀ ਥੋੜਾ ਜਿਹਾ ਘਟਾਓ, ਇਹ ਬੰਦ ਕਰੋ ਇਹ। ਪਰ ਫਿਰ ਵੀ ਉਹਦਾ ਬਿਆਨ ਬੜਾ ਲੌਜੀਕਲ ਜਿਹਾ ਲੱਗਾ ਕਿ ਚਲੋ ਸ਼ੁਕਰ ਹੈ, ਭਾਰਤ ਵਾਲਿਆਂ ਤਾਂ ਕਹਿਣਾ ਹੀ ਆ ਕਿ ਭਾਈ ਬਹਿਣਾ ਠੀਕ ਹੈ, ਕੁਰਸੀ ਤੇ ਕੱਪੜਾ ਵੀ ਅਸੀਂ ਮਾਰ ਦਿੰਨੇ ਆ, ਮਾੜੇ ਜਿਹੇ ਬੰਦੇ ਬਣ ਕੇ ਕੰਮ ਕਰੀਏ, ਵਪਾਰ ਵਪੂਰ ਖੁੱਲੇ, ਤੁਹਾਨੂੰ 4 ਸਿਆੜਾਂ ਦਾ ਫਾਇਦਾ, ਸਾਨੂੰ 8 ਸਿਆੜਾਂ ਦਾ ਫਾਇਦਾ ਹੋਵੇ। ਜੀ ਗੱਲਾਂ ਠੀਕ ਨੇ ਸਾਰੀਆਂ, ਪਰ ਮੈਨੂੰ ਨਾ 2 ਗੱਲਾਂ ਦੀ ਸ਼ੱਕ ਲੱਗਦੀ ਆ। ਅੱਛਾ। ਪਹਿਲਾ ਸ਼ੱਕ ਤੇ ਮੈਨੂੰ ਇਹ ਜਾਪਦਾ ਵੀ ਹੁਣ ਉਧਰ ਲਗਭਗ ਭੜੋਲਾ ਖਾਲੀ ਹੋ ਗਿਆ। ਤੇ ਮੈਨੂੰ ਯਾਦ ਹੈ ਜਦੋਂ ਹੜ੍ਹ ਆਏ ਸੀ, ਉਦੋਂ ਭਾਰਤ ਵਾਲੇ ਪਾਸਿਓਂ ਇਸ ਚੀਜ਼ ਦੀ ਆਫਰ ਹੋਈ ਸੀ ਕਿ ਵੀ ਮਹਾਰਾਜ ਤੁਹਾਡੇ ਲੋਕਾਂ ਦਾ ਹਾਲ ਮਾੜਾ, ਵੀ ਅਸੀਂ ਸਾਡੇ ਵੱਲੋਂ ਜੋ ਵੀ ਅਸੀਂ ਹੈਲਪ ਕਰ ਸਕਦੇ ਅਸੀਂ ਕਰਨ ਨੂੰ ਤਿਆਰ। ਉਦੋਂ ਬਾਅਦ ਉਹ ਜਦੋਂ ਬਾਅਦ 'ਚ ਕਿਤੇ ਮੀਡੀਆ ਨੇ ਪੁੱਛਿਆ ਵੀ ਮਹਾਰਾਜ ਕੀ ਬਣਿਆ, ਉਹ ਕਹਿੰਦੇ ਇਸਲਾਮਾਬਾਦ ਵਾਲੇ ਪਾਸਿਓਂ ਹਾਂ ਨਹੀਂ ਆਈ ਜੀ। ਹੁਣ ਜਦੋਂ ਤੇ ਲੋੜ ਸੀਗੀ ਉਦੋਂ ਹਾਂ ਨਹੀਂ ਆਈ, ਹੋ ਸਕਦਾ ਉਦੋਂ ਨਾਲੋਂ ਜ਼ਿਆਦਾ ਲੈ ਸਾਨੂੰ ਕਿਤੇ ਲੋੜ ਆ। ਹੁਣ ਹੌਲੀ ਹੌਲੀ ਆ ਜੋ ਹਾਲਾਤ ਤੁਸੀਂ ਦੱਸੇ ਹੀ ਆ ਵੀ ਉੱਥੇ ਹੁਣ ਜਦੋਂ ਆਟਾ ਵੀ ਨਹੀਂ ਲੱਭਦਾ ਤੇ ਫਿਰ ਕਰਨਗੇ ਕੀ ਲੋਕ। ਦੂਜੀ ਗੱਲ ਮੈਨੂੰ ਯਾਦ ਆਉਂਦੀ ਆ, ਮੇਰਾ ਖਿਆਲ ਜੇ ਮੈਂ ਗਲਤ ਨਹੀਂ ਤੇ ਉਦੋਂ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਹੁੰਦੇ ਸੀ, ਜਦੋਂ ਬੱਸ ਲੈ ਕੇ ਗਏ, ਜਦੋਂ ਬੱਸ ਲੈ ਕੇ ਗਏ ਸੀ ਹਨਾ। ਤੇ ਉਦੋਂ ਵਾਲੇ ਜਿਹੜੇ ਉਹ ਸੀਗੇ ਜਨਰਲ ਸਾਹਿਬ, ਉਹ ਵੀ ਇਦਾਂ ਬੜਾ ਸ਼ੋਅ ਕੀਤਾ ਸੀ, ਉਹਨਾਂ ਨੇ ਜੱਫੀਆਂ ਜੁੱਫੀਆਂ ਪਾਈਆਂ ਵੀ ਹਾਂਜੀ ਇਹ ਉਹ ਟਾਈਪ ਵੀ ਸਾਰਾ ਕੁਝ ਬਹੁਤ ਵਧੀਆ। ਤੇ ਅਚਾਨਕ ਭਾਰਤ ਨੂੰ ਉਹਨਾਂ ਜੱਫੀਆਂ ਤੇ ਉਹ ਮਤਲਬ ਬੱਸ ਦੇ ਵਿੱਚੋਂ ਨਿਕਲਿਆ ਕਾਰਗਿਲ ਸੀਗਾ। ਮੈਂ ਤਾਂ ਗੱਲ ਕਰਦਾ ਵੀ ਇਹ ਨਾ ਹੋਵੇ ਵੀ ਜਿਹੜਾ ਅਚਾਨਕ ਹੁਣ ਸ਼ਰੀਫ ਸਾਹਿਬ ਨੂੰ ਜਾਗ ਆਈ ਆ ਵੀ ਅਸੀਂ ਹੁਣ ਬਹੁਤ ਸਾਰਾ ਕੁਝ ਐਂ ਕਰਨਾ ਚਾਹੁੰਦੇ, ਜੋ ਕਰਨਾ ਚਾਹੁੰਦੇ, ਫਲਾਨਾ ਕਰਨਾ ਚਾਹੁੰਦੇ, ਢੀਂਡਾ ਕਰਨਾ ਚਾਹੁੰਦੇ ਆ, ਉਹਦੇ ਵਿੱਚ ਕੋਈ ਨਾ ਕੋਈ ਲੁਕੀ ਗੱਲਬਾਤ ਹੋਰ ਵੀ ਹੋਵੇ। ਜੇ ਥੋੜਾ ਜਿਹਾ ਚੈੱਕ ਕਰ ਲੈਣਗੇ, ਇਹ ਹੁੰਦਾ ਨਾ ਵੀ ਬੰਦਾ ਯਾਰ ਨਹੀਂ ਆ ਹੁਣ ਥੋੜਾ ਜਿਹਾ ਠੀਕ ਹੈ, ਪਰ ਉਹ ਠੀਕ ਨੂੰ ਪਹਿਲਾਂ ਕਹਿੰਦੇ ਵੀ 2 ਦਿਨ ਬੰਦਾ ਲਾਓ ਇਹਦੇ ਨਾਲ, ਵੀ ਚੈੱਕ ਕਰ ਲਓ ਵੀ ਵਾਕਿਆ ਹੀ ਠੀਕ ਹੈ ਕਿ ਉੱਤੋਂ ਤੋਂ ਆਂਦਾ। ਜੇ ਤੇ ਵਾਕਿਆ ਠੀਕ ਜਾਪੇ ਤੇ ਫਿਰ ਗੱਲ ਕਰਨ ਦੇ ਹਰਜ ਵੀ ਕੋਈ ਨਹੀਂ, ਕਿਉਂਕਿ ਕਾਰਨ ਆ ਨਾ ਉਹਨਾਂ ਨੂੰ ਤੇ ਘਾਟਾ ਕੋਈ ਨਹੀਂ। ਅਜੇ ਕੱਲ ਪਰਸੋਂ ਇੱਕ ਵੀਡੀਓ ਤੇ ਫੋਟੋਗ੍ਰਾਫਸ ਜਿਹੀਆਂ ਵਾਇਰਲ ਹੋਈਆਂ ਸੀ, ਉਹ ਜਿਹੜੀ ਇਹਨਾਂ ਦੇ ਪਰਿਵਾਰ ਦੇ ਵਿੱਚ ਉਹ ਬੀਬੀ ਆਈ ਥਿੰਕ ਕਿਤੇ ਬਾਹਰ ਬੂਰ ਰਹਿੰਦੀ ਹੈ, ਉਹਦੇ ਕਹਿੰਦੇ ਜੁੱਤੀਆਂ ਤੇ ਉਹਦੇ ਕਹਿੰਦੇ ਵੀ ਜਿਹੜੇ ਗਹਿਣੇ ਤੇ ਪਰਸ ਪੁਰਸ ਪਤਾ ਨਹੀਂ ਕਿੰਨੇ ਕਿੰਨੇ ਲੱਖਾਂ ਦੇ ਆ, ਉਹ ਵੀ ਡਾਲਰਾਂ 'ਚ। ਤੇ ਮੈਂ ਸੋਚਦਾ ਹੈ ਵੀ ਡਾਲਰਾਂ 'ਚ ਜੁੱਤੀਆਂ ਤੁਸੀਂ ਲਈ ਜਾਓ, ਉੱਥੇ ਰੁਪਈਆਂ 'ਚ ਆਟਾ ਲੋਕਾਂ ਨੂੰ ਮਿਲੇ ਭਾਵੇਂ ਨਾ ਮਿਲੇ। ਆਹੋ ਉਹਨਾਂ ਦੀਆਂ ਗਿਣੀ ਜਾਏ ਉਹ ਲੀਡਰੋ। ਮੈਂ ਬਹੁਤਾ ਨਹੀਂ ਬੋਲਣਾ ਕਿਉਂਕਿ ਇਹ ਦੇਸ਼ ਦੇ ਮਾਣ ਦਾ ਸਵਾਲ ਹੈ ਵੀ ਉਹਨਾਂ ਦੀਆਂ ਗਿਣੀ ਜਾਏ ਤੁਸੀਂ। ਚਲੋ ਸੰਧਾਲੀਆ ਸਾਹਿਬ, ਤੁਸੀਂ ਆਪਣੀਆਂ ਵੀ ਤੇ ਇਦਾਂ ਹੀ ਆ, ਤੁਸੀਂ 2 ਦਿਨ ਕਿਹਾ ਨਾ, ਘੰਟੇ 3 ਕੀ ਲੰਘੇ ਸੀ। ਪਹਿਲੀ ਗੱਲ ਹੈ ਬਿਆਨ ਵਧੀਆ ਸੀ, ਐਂ ਲੱਗਿਆ ਕਿ ਹੋ ਸਕਦਾ ਕਿ ਭਾਈ ਪਾਕਿਸਤਾਨ, ਕਿਉਂਕਿ ਹੁਣ ਅਮਰੀਕਾ ਨਾਲ ਕਦੇ ਰਫੜ ਪੈ ਜਾਂਦਾ, ਕਦੇ ਚੀਨ ਨਾਲ ਰਫੜ ਪੈ ਜਾਂਦਾ, ਬਾਕੀ ਦੇਸ਼ਾਂ ਨੂੰ ਵੀ ਕਦੋਂ ਤੱਕ ਰੁਪਈਏ ਧੇਲੇ ਦੇਈ ਜਾਣੇ, ਵੀ ਚਲੋ ਸਾਡੇ 'ਚੋਂ ਨਿਕਲਿਆ ਪੈਰਾਂ ਸਿਰ ਹੋਵੇ। ਐਵੇਂ ਹਥਿਆਰਾਂ ਦੇ ਉੱਤੇ, ਸਿਆਚਿਨ ਗਲੇਸ਼ੀਅਰ ਦੇ ਉੱਤੇ ਅਸੀਂ ਆਪੋ ਆਪਣੇ ਫੌਜੀ ਖੜੇ ਕਰਕੇ ਤੇ ਉਹਨਾਂ ਨੂੰ ਤੰਗ ਕਰੀ ਜਾਂਦੇ ਆ ਵੀ ਕਰੀਏ ਕੁਛ ਰਲ ਮਿਲ ਕੇ। 2-3 ਘੰਟਿਆਂ ਬਾਅਦ ਨਾ ਇੱਕ ਬਿਆਨ ਆਉਂਦਾ, ਪ੍ਰਧਾਨ ਮੰਤਰੀ ਵੱਲੋਂ ਨਹੀਂ ਆਉਂਦਾ, ਸ਼ਾਹਬਾਜ਼ ਸ਼ਰੀਫ ਵੱਲੋਂ ਨਹੀਂ, ਉਹ ਪਾਕਿਸਤਾਨ ਦੇ ਕਿਸੇ ਤਰਜਮਾਨ ਨੇ ਬਿਆਨ ਦਿੱਤਾ, ਬੁਲਾਰੇ ਨੇ। ਕਹਿੰਦੇ ਦੇਖੋ ਗੱਲ ਇਹ ਹੈ ਕਿ ਪਾਕਿਸਤਾਨ ਕਦੇ ਗੱਲਬਾਤ ਤੋਂ ਨਹੀਂ ਭੱਜਾ, ਪਰ ਗੱਲਬਾਤ ਉਦੋਂ ਹੋਊਗੀ ਜਦੋਂ ਕਸ਼ਮੀਰ 'ਚ ਪਹਿਲਾਂ ਵਰਗੀ ਸਥਿਤੀ ਬਹਾਲ ਕਰ ਦਿਓਗੇ। ਗੱਲਬਾਤ ਉਦੋਂ ਹੋਏਗੀ ਜਦੋਂ ਘੱਟ ਗਿਣਤੀ ਉੱਤੇ ਜ਼ੁਲਮ ਜਿਹੜੇ ਬੰਦ ਹੋ ਜਾਣਗੇ। ਇਹਦਾ ਮਤਲਬ ਗੱਲਬਾਤ ਨਹੀਂ ਹੋਏਗੀ, ਯਾਨੀ ਕਹਿਣ ਦਾ ਭਾਵ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਬਿਆਨ ਦਾ ਹੋ ਸਕਦਾ ਉਹਨਾਂ ਨੇ ਸਖਤ ਨੋਟਿਸ ਲੈ ਲਿਆ ਹੋਵੇ ਕਿ ਤੁਸੀਂ ਗੱਲਬਾਤ ਦੀ ਗੱਲ ਕਿੱਦਾਂ ਕਰਤੀ ਹੈ। ਨਹੀਂ ਠੀਕ ਹੈ, ਮੈਂ ਤਾਂ ਚੰਗੀ ਗੱਲ ਆ। ਮੈਂ ਤਾਂ ਇਹ ਆਨਾ ਵੀ ਇਹ ਲੀਡਰਾਂ ਨੂੰ ਵੀ ਚਾਹੀਦਾ ਉੱਥੋਂ ਵਾਲਿਆਂ ਨੂੰ ਵੀ ਹੌਲੀ ਹੌਲੀ ਆਦਤ ਪਾਉਣ ਗੋਲੀਆਂ ਖਾਣ ਦੀ। ਇੱਕ ਤੇ ਦੂਜੀ ਗੋਲੀ ਹੁੰਦੀ ਨਾ ਜਿਹੜੀ ਆਮ ਦਵਾਈ ਡਾਕਟਰ ਦਿੰਦਾ, ਇੱਕ ਪਿਸਤੌਲ ਵਾਲੀ ਬੰਦੂਕ ਵਾਲੀ ਗੋਲੀ ਹੁੰਦੀ ਆ ਵੀ ਸ਼ਾਮ ਨੂੰ 2 ਗੋਲੀਆਂ ਪਾਣੀ ਨਾਲ ਲੰਘਾ ਲੀਆਂ, ਸ਼ਾਇਦ ਕੀ ਪਤਾ ਉਹਦੇ ਨਾਲ ਗੱਲ ਬਣ ਜੇ। ਜੇ ਮੰਨ ਲਏ ਵੀ ਕੋਈ ਬਹੁਤਾ ਢਿੱਲਾ ਪਰਿਵਾਰ ਆ ਉਹਦਾ ਵੀ ਤੁਸੀਂ ਇੱਕੋ ਗ੍ਰਨੇਡ ਖਾਓ, ਅੱਜ ਬਣਾ ਲਓ ਪਤੀਲੇ 'ਚ ਗ੍ਰਨੇਡ, ਉਹ ਕੀ ਹੁੰਦਾ ਉਹ ਖਾਓ, ਜਿਹੜਾ ਹੈਂਡ ਗ੍ਰਨੇਡ ਜਿਹਾ ਹੁੰਦਾ ਹੈ ਨਾ, ਉਹਦੀ ਉਹ ਪਿੰਨ ਕੱਢ ਕੇ ਖਾਣੀ ਹੈ ਕਿ ਪਿੰਨ ਸਮੇਤ ਖਾਣਾ, ਉਹ ਆਪੇ ਮੌਕੇ ਤੇ ਵੇਖ ਲੈਣ ਵੀ ਕਿੱਦਾਂ ਬਣਦਾ। ਵੀ ਪਤੀਲੇ 'ਚ ਗ੍ਰਨੇਡ ਬਣਾ ਲਓ, ਉਹ ਖਾ ਲਓ, ਗੋਲੀਆਂ 2-3 ਟਾਈਮ ਖਾ ਲਿਆ ਕਰੋ। ਜਦੋਂ ਕੋਈ ਗੱਲ ਨਾ ਬਣੇ, ਟੂਟੀ 'ਚ ਪਾਣੀ ਆਉਂਦਾ ਹੋਵੇ ਨਾ ਆਉਂਦਾ, AK-47 ਐ ਮੂਧੀ ਕਰਕੇ ਵੇਖ ਲਓ ਵੀ ਇਹ 'ਚੋਂ ਕੁਛ ਨਾ ਕੁਛ ਨਿਕਲਦਾ ਹੋਵੇ ਤੇ ਫਿਰ ਆਪਾਂ ਉਹ ਖਾ ਲਈਏ।
ਜੇ ਤੇ ਉਹ ਕੁਝ ਕਰਨਾ, ਜੇ ਤੇ ਆਪਾਂ ਨੂੰ ਜਾਪਦਾ ਵੀ ਹਾਂ ਇਸ ਰਾਹ ਦੇ ਉੱਪਰ ਜੀਵਨ ਹੈਗਾ, ਇਸ ਰਾਹ ਦੇ ਉੱਪਰ ਤਰੱਕੀ ਹੈ, ਜਾਂ ਪਾਕਿਸਤਾਨ ਬਹੁਤ ਵੱਡਾ ਮੁਲਕ ਬਣ ਸਕਦਾ ਇਸ ਰਾਹ ਤੇ ਜਿਹੜੇ ਤੇ ਉਹ ਚੱਲ ਰਿਹਾ ਇਸ ਵਕਤ, ਤੇ ਫਿਰ ਚੱਲਦਾ ਰਹਿੰਦਾ। ਫਿਰ ਕਾਹਨੂੰ ਸਲਾਹਾਂ ਦੇਣੀਆਂ, ਆਪਾਂ ਗੱਲ ਕਰਨੀ ਚਾਹੁੰਦੇ। ਇਹਨਾਂ ਦਾ ਕਿਹਾ ਨਹੀਂ ਵੀ ਅਸੀਂ ਗੱਲ ਕਰਨੀ ਚਾਹੁੰਦੇ, ਇਹਦਾ ਚੁੱਪ ਨੇ। ਉਹ ਕਹਿੰਦੇ ਠੀਕ ਆ ਤੁਸੀਂ ਚਲਾਈ ਜਾਓ ਵੀਰ, ਆਪਣਾ ਚਲਾਈ ਜਾਓ ਕੰਮ, ਜਿੱਦਣ ਤੁਹਾਡਾ ਦਿਲ ਕੀਤਾ ਨਾ। ਇਹ ਉਹ ਗੱਲ ਨਹੀਂ ਨਾ ਵੀ ਜਿੱਦਣ ਤੇਰਾ ਜੀ ਕੀਤਾ ਵੀਰ ਉਦੋਂ ਦੱਸੀ। ਸੰਧਾਲੀਆ ਸਾਹਿਬ, ਜਿੱਦਾਂ ਤੁਸੀਂ ਕਹਿੰਦੇ ਗ੍ਰਨੇਡ ਬਣਾ ਲਓ, ਮੈਨੂੰ ਐ ਲੱਗਦਾ ਕਿ ਜੇ ਕਿਤੇ ਇਦਾਂ ਹੋ ਜਾਵੇ, ਕਿਉਂਕਿ ਜਿੰਨਾ ਹਥਿਆਰ ਪਾਕਿਸਤਾਨ 'ਚ ਪਿਆ, ਹੋ ਸਕਦਾ ਕਿ ਪਿੰਡ ਦੀ ਕੋਈ ਬੀਬੀ ਉੱਥੇ ਲੰਘੇ, ਹਾਂ ਭੈਣ ਕੀ ਕਰਦੀ ਸੀ, ਤੇ ਉਹ ਚੌਂਕੇ 'ਚ ਹੋਵੇ ਕੀ ਧਰਦੀ ਸੀ, ਕੋਈ ਨਹੀਂ ਗ੍ਰਨੇਡ ਧਰਿਆ, ਤੁਸੀਂ ਕੀ ਆ, ਇਹ ਨਹੀਂ ਇਹਦਾ ਪਾਪਾ ਦਾ ਪਰਸੋਂ ਮਿਸਾਈਲ ਲਿਆ ਸੀ, ਸਾਡੇ ਹੁਣ 2 ਦਿਨ ਲੰਘ ਜਾਣੇ ਆ, ਮਿਸਾਈਲ ਬਣਾ ਲਈ ਆ, ਹੋਰ ਕਿਤਾ ਨਹੀਂ। ਅਸੀਂ ਤਾਂ ਨਿਆਣੇ ਬਹੁਤ ਖੜੇ ਪੈ ਗਏ, ਉਹਨਾਂ ਨੂੰ ਥੋੜੇ ਜਿਹਾ ਪਰਮਾਣੂ ਬੰਬ ਖਿਲਾ ਕੇ ਲਿਆਏ। ਕਹਿੰਦੇ ਸਾਡਾ ਤੇ ਪ੍ਰਾਹੁਣਾ ਰੁੱਸ ਗਿਆ, ਕਹਿੰਦੇ ਹੋਇਆ, ਕਹਿੰਦੇ ਚਾਹ ਨਾ ਮੈਨੂੰ ਦਿੱਤਾ ਨਹੀਂ, ਕੋਈ ਬਿਸਕੁਟ ਰੱਖੀ ਫਿਰਦੇ, ਕੋਈ 5-4 ਗੋਲੀਆਂ ਰੱਖੋ ਉੱਥੇ, ਕਾਰਤੂਸ ਚਾਹੀਦੇ ਸੀਗੇ ਸੇਵਾ ਕਰਨੀ। ਚਲੋ ਇਹਨੂੰ ਕੋਈ ਬੰਦਾ ਹੋ ਸਕਦਾ ਆ ਕੇ ਵੀ ਯਾਰ ਤੁਸੀਂ ਹੱਸਦੇ ਹੋ। ਅਸੀਂ ਹੱਸਦੇ ਹਾਂ ਉਹਨਾਂ ਲੀਡਰਾਂ ਦੀ ਸੋਚ ਤੇ, ਜਾਂ ਉਹ ਜਿਹੜੇ ਫੌਜੀ ਜਰਨੈਲ ਨੇ ਉਹਨਾਂ ਦੀ ਸੋਚ ਤੇ, ਜਿਨ੍ਹਾਂ ਨੇ ਉਹ ਮੁਲਕ ਦਾ ਆਮ ਬੰਦਾ ਮਾਰਤਾ ਹੈ ਨਾ। ਉਹ ਆਮ ਬੰਦਾ ਜਿਹੜਾ ਵਿਚਾਰਾ ਮਾਤੜ ਹੈ, ਉਹਨੂੰ ਅੱਜ ਆਟਾ ਵੀ ਚਾਹੀਦਾ, ਉਹਨੂੰ ਦਵਾਈਆਂ ਵੀ ਚਾਹੀਦੀਆਂ, ਉਹਨੂੰ ਬੇਸਿਕ ਸਹੂਲਤਾਂ ਵੀ ਚਾਹੀਦੀਆਂ। ਉਹਨੂੰ ਥੋੜਾ ਸਮਝ ਆਉਂਦੀ ਆ ਇਕਨੋਮਿਕਸ ਕੀ ਆਉਂਦੀ ਆ, ਤੇ ਕਿਹੜੀ ਸੜਕ ਤੁਸੀਂ ਕਿੱਥੋਂ ਕਿੱਧਰ ਨੂੰ ਦੇਤੀ ਆ, ਤੇ ਕਿਹੜੀ ਬੰਦਰਗਾਹ ਕਿਹਨੂੰ ਚੁਕਾ ਦਿੱਤੀ ਆ, ਮੁਲਕ ਕਿਹੜਾ ਕਿੱਥੇ ਕਿਹਨੂੰ ਕਿੰਨਾ ਕੁ ਵੇਚ ਦਿੱਤਾ। ਉਹਨੂੰ ਤੇ ਵਿਚਾਰੇ ਨੂੰ ਇਹ ਸਮਝ ਆਉਂਦਾ ਵੀ ਯਾਰ ਮੱਝ ਰੱਖੀਏ, ਪਤਾ ਨਹੀਂ ਹੁਣ ਦੁੱਧ ਦਊਗੀ ਕਿ ਨਹੀਂ ਦਊਗੀ, ਜੇ ਦਊਗੀ ਤੇ ਨਿਆਣੇ ਨੂੰ ਪਿਆ ਲਾਂਗੇ, ਨਹੀਂ ਤੇ ਬੈਠੇ ਆ। ਨਹੀਂ, ਜ਼ਰੂਰੀ ਹੈ। ਸੰਧਾਲੀਆ ਸਾਹਿਬ, ਰਾਹੁਲ ਗਾਂਧੀ ਸਾਹਿਬ ਭਾਰਤ ਜੋੜੋ ਯਾਤਰਾ ਦੇ ਤਹਿਤ ਪੰਜਾਬ 'ਚ ਨੇ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸੀ, ਤੇ ਹੁਣ ਹਿਮਾਚਲ ਪ੍ਰਦੇਸ਼ ਵੀ ਜਾਣਾ ਹੈ, ਉਸ ਤੋਂ ਬਾਅਦ ਜੰਮੂ ਕਸ਼ਮੀਰ ਦਾ ਵੀ ਦੌਰਾ ਉਹਨਾਂ ਦਾ। ਹੁਣ ਰਾਹੁਲ ਗਾਂਧੀ ਸਾਹਿਬ ਨੇ ਸੰਬੋਧਨ ਕੀਤਾ, ਰੈਲੀ ਵੱਡੀ ਸੀ, ਤੇ ਸੰਬੋਧਨ ਕਰਦਿਆਂ ਕਹਿੰਦੇ ਪ੍ਰੈਸ ਕਾਨਫਰੰਸ ਵੀ ਕੀਤੀ, ਪੱਤਰਕਾਰਾਂ ਦੇ ਮੌਕੇ ਤੇ ਸਵਾਲਾਂ ਦੇ ਜਵਾਬ ਦਿੱਤੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹਨਾਂ ਨੇ ਇੱਕ ਤਾਂ 1984 ਦਾ ਜ਼ਿਕਰ ਕੀਤਾ ਜਦੋਂ ਪੱਤਰਕਾਰਾਂ ਨੇ ਪੁੱਛਿਆ, ਦੂਸਰਾ ਇਹ ਵੀ ਕਿਹਾ ਕਿ ਤੁਸੀਂ ਜੀ ਬੀਜੇਪੀ ਆਰਐਸਐਸ ਤੇ 2 ਵਪਾਰਕ ਘਰਾਣਿਆਂ ਦੇ ਉੱਤੇ ਵਰਦੇ ਹੋ। ਉਹ ਕਹਿੰਦੇ ਵਰਾਂ ਨਾ, ਕੰਮ ਹੀ ਨਹੀਂ ਚੱਜ ਦਾ ਕੀਤਾ, ਲੋਕਾਂ ਨੂੰ ਵੰਡ ਰਹੇ ਆ, ਲੋਕਾਂ ਦਾ ਖੂਨ ਚੂਸ ਰਹੇ ਆ, ਥੋੜੇ ਪੈਸੇ, ਬਹੁਤੇ ਪੈਸੇ ਥੋੜੇ ਲੋਕਾਂ ਦੇ ਕੋਲ ਚਲੇ ਗਏ। ਬਾਕੀ ਜਦੋਂ ਉਹਨਾਂ ਨੇ ਪੁੱਛਿਆ, ਕਿਉਂਕਿ ਬਹੁਤ ਚਰਚਾ ਚੱਲੀ ਜਦੋਂ ਰਾਹੁਲ ਗਾਂਧੀ ਨੇ ਪੰਜਾਬ ਦੇ ਵਿੱਚ ਅਜੇ ਐਂਟਰ ਕਰਨਾ ਸੀ ਨਾ, ਉਦੋਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਕਈ ਹੋਰ ਪਾਰਟੀਆਂ ਦੀ ਲੀਡਰਸ਼ਿਪ ਨੇ ਕਿਹਾ ਸੀ ਕਿ ਭਾਈ ਆ ਰਿਹਾ ਬੰਦਾ ਜਿਹਦੇ ਟੱਬਰ ਦਾ ਕਸੂਰ ਰਿਹਾ ਹੈ ਕਿ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ, ਜਾਂ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ। ਉਹਨਾਂ ਨੇ ਜਦੋਂ ਪੁੱਛਿਆ, ਉਹ ਕਹਿੰਦੇ ਜੀ ਸਾਡੀ ਪਾਰਟੀ ਵੱਲੋਂ ਡਾਕਟਰ ਮਨਮੋਹਨ ਸਿੰਘ ਇੱਕ ਵਾਰੀ ਪ੍ਰਧਾਨ ਮੰਤਰੀ ਬਣੇ ਸੀ। ਉਹ ਬੜਾ, ਮੈਨੂੰ ਇਹ ਲੱਗਦਾ ਸੀ ਕਿ ਸੋਚਿਆ ਸਮਝਿਆ ਜਵਾਬ ਦਿੱਤਾ ਰਾਹੁਲ ਗਾਂਧੀ ਹੋਰਾਂ ਨੇ, ਕੋਈ ਬਖੇੜਾ ਨਹੀਂ ਖੜਾ ਹੋਣ ਦਿੱਤਾ, ਕਿਉਂਕਿ ਇੱਕ ਤਾਂ ਡਾਕਟਰ ਮਨਮੋਹਨ ਸਿੰਘ ਹੋਰੀ ਸਿੱਖ ਪ੍ਰਧਾਨ ਮੰਤਰੀ ਬਣਾਏ ਕਾਂਗਰਸ ਨੇ ਸੀ। ਉਹ ਕਹਿੰਦੇ ਜੋ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਸੀ ਉਦੋਂ, ਤੁਹਾਨੂੰ ਪਤਾ ਨਾ ਕਿਉਂ ਬੋਲੇ ਸੀ, ਉਹੀ ਕਹਿੰਦੇ ਮੇਰਾ ਆਨਸਰ ਹੈ, ਉਹੀ ਮੈਂ ਸੋਚਦਾ 1984 ਬਾਰੇ। ਜੋ ਕਹਿੰਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਬੀਬੀ ਸੋਨੀਆ ਗਾਂਧੀ 1984 ਬਾਰੇ ਆਖ ਚੁੱਕੇ ਹੈ, ਉਹੀ ਕਹਿੰਦੇ ਮੇਰੀ ਵਿਚਾਰਧਾਰਾ ਹੈ, ਉਹੀ ਮੈਂ ਸੋਚਦਾ ਹਾਂ। ਹੁਣ ਪਹਿਲੇ ਰਾਹੁਲ ਗਾਂਧੀ ਹੋਰੀ ਹੋਰ ਹੁੰਦੇ ਸੀ, ਉਹ ਆਪਣੇ ਤੌਰ ਤੇ ਸਟੇਟਮੈਂਟ ਦਿੰਦੇ ਸੀ, ਜੇ ਸਟੇਟਮੈਂਟ ਦਿੰਦੇ ਸੀ ਤਾਂ ਵੀ ਫਸ ਜਾਂਦੇ ਸੀ, ਜੇ ਸਟੇਟਮੈਂਟ ਨਹੀਂ ਦਿੰਦੇ ਸੀ ਤਾਂ ਵੀ ਫਸ ਜਾਂਦੇ ਸੀ। ਪਰ ਐਤਕੀ ਜਿਸ ਤਰੀਕੇ ਉਹਨਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜ਼ਿਕਰ ਕਰਕੇ ਇਹਦਾ ਨੋਟਿਸ ਲਿਆ, ਇਹਦੀ ਗੱਲ ਕੀਤੀ, ਜਵਾਬ ਦਿੱਤਾ ਹੈ, ਉਹਦੇ ਨਾਲ ਕੋਈ ਬਹੁਤੀ ਆਲੋਚਨਾ ਨਹੀਂ ਹੋਈ ਉਹਨਾਂ ਦੀ। ਗੱਲ ਠੀਕ ਹੈ, ਪਰ ਤੁਸੀਂ ਦੇਖੋ ਵੀ ਕਾਂਗਰਸ ਦਾ ਆਹ ਹਾਲ ਨਾ ਹੁੰਦਾ ਜੀ, ਜੇ ਡਾਕਟਰ ਮਨਮੋਹਨ ਸਿੰਘ ਦੀ ਇੱਜ਼ਤ ਇੰਨੀ ਜਿੰਨੀ ਕਿ ਹੁਣ ਕਰਦੇ ਨੇ ਜਾਂ ਵਿਖਾਉਂਦੇ ਨੇ, ਜੇ ਕਿਤੇ ਉਦੋਂ ਕਰਦੇ ਹੁੰਦੇ ਜਦੋਂ ਵਾਕਿਆ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ। ਉਹ ਚੇਤਾ ਨਾ, ਮੇਰਾ ਖਿਆਲ ਵੀਡੀਓ ਅਜੇ ਵੀ ਕੱਟ ਕੇ ਕਿਤੇ ਇੱਧਰ ਉੱਧਰ ਫਿਰਦੀ ਤੁਰਦੀ ਹੈ, ਜਿੱਥੇ ਕਿਹਾ ਸੀ ਪ੍ਰਧਾਨ ਮੰਤਰੀ ਬਣਨ ਦੇ ਲਈ ਮੈਨੂੰ ਕਹਿੰਦੇ ਨੇ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ। ਪ੍ਰਧਾਨ ਮੰਤਰੀ ਬਣਨ ਦੀ ਕਿਹੜੀ ਗੱਲ ਆ, ਮੈਂ ਸਵੇਰੇ ਬਣ ਜਾਣਾ। ਤੇ ਉਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋ ਰਹਿੰਦੇ ਸੀ। ਹੁਣ ਤੁਸੀਂ ਦੇਖੋ ਵੀ ਇੱਕ ਸਾਹਮਣੇ ਸ਼ਖਸ ਪ੍ਰਧਾਨ ਮੰਤਰੀ ਹੋਵੇ ਐਂਡ ਉਹਦੇ ਸਾਹਮਣੇ ਇੱਕ ਬੰਦਾ ਬੈਠਾ ਆ ਕੇ ਵੀ ਮੈਂ ਸਵੇਰੇ ਬਣ ਜਾਣਾ, ਤੇ ਏਡਾ ਪੜ੍ਹੇ ਲਿਖੇ ਬੰਦੇ ਦੇ ਸਾਹਮਣੇ ਹੈ ਨਾ। ਉਦੋਂ ਵੀ ਬੰਦੇ ਨੇ ਅੰਦਾਜ਼ਾ, ਉਦੋਂ ਉਸ ਚੀਜ਼ ਦੀ ਬਹੁਤ ਮੇਰੇ ਖਿਆਲ ਆਲੋਚਨਾ ਹੋਈ ਸੀ, ਹਰੇਕ ਬੰਦੇ ਨੇ ਉਹਨੂੰ ਕਿਹਾ ਸੀ ਵੀ ਇਦਾਂ ਨਹੀਂ ਸੀ ਕਹਿਣਾ ਚਾਹੀਦਾ। ਪਰ ਚਲੋ ਅੱਜ ਉਹਨਾਂ ਨੂੰ ਲੱਗਿਆ ਵੀ ਨਹੀਂ ਯਾਰ, ਉਹ ਜੇ ਕਿਤੇ ਸਿਆਣੇ ਬੰਦੇ ਨੇ ਉਦੋਂ ਨਪੇ ਤੋਲੇ ਜਿਹੇ ਸ਼ਬਦਾਂ ਦੇ ਵਿੱਚ ਕੋਈ ਗੱਲ ਕਹੀ ਸੀ, ਤੇ ਮੈਂ ਹੁਣ ਉਹ ਤਾਂ ਨਹੀਂ ਕਹਿ ਸਕਦਾ, ਪਰ ਜੋ ਉਹਨਾਂ ਨੇ ਕਿਹਾ ਸੀ ਮੈਂ ਉਹੀ ਮੰਨਦਾ। ਦੂਜੀ ਗੱਲ ਮੇਰਾ ਖਿਆਲ ਹੁਣ ਇਹ ਵੀ ਕਹੀ ਵੀ ਦੇਖੋ ਜੀ, ਸਿੱਖਾਂ ਤੋਂ ਬਿਨਾਂ ਹੁਣ ਭਾਰਤ ਨਹੀਂ ਹੋ ਸਕਦਾ, ਜਾਂ ਭਾਰਤ ਨੂੰ ਆਪਾਂ ਤਸੱਵੁਰ ਨਹੀਂ ਕਰ ਸਕਦੇ। ਚੰਗੀ ਗੱਲ ਹੈ ਜੇ ਸਿੱਖਾਂ ਨੂੰ ਉਹ ਇੰਨਾ ਕੁ ਮਾਣ ਤਾਣ ਦਿੰਦੇ ਨੇ, ਪਰ ਮੈਂ ਇੱਕ ਗੱਲ ਸੋਚਦਾ ਕਿ ਇਹ ਗੱਲਾਂ ਇਹ ਵੀ ਬੇਸਿਕਲੀ ਇੱਕ ਡਿਬੇਟ ਦਾ ਵਿਸ਼ਾ ਬਣ ਗਿਆ। ਕੁਝ ਲੋਕ ਕਹਿੰਦੇ ਨੇ ਵੀ ਯਾਰ ਰਾਹੁਲ ਗਾਂਧੀ ਦਾ ਕੀ ਕਸੂਰ, ਉਹ ਤਾਂ ਬੱਚਾ ਸੀ ਜਦੋਂ ਜੋ ਸਾਰਾ ਕੁਝ ਹੋਇਆ। ਪਰ ਦੂਸਰੇ ਪਾਸੇ ਜਿਹੜੇ ਲੋਕ ਉਹਦਾ ਕਾਊਂਟਰ ਕਰਦੇ ਨੇ, ਉਹ ਕਹਿੰਦੇ ਠੀਕ ਆ ਉਦੋਂ ਬੱਚਾ ਸੀ ਬੰਦਾ, ਉਸ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਹੁਣ 50 ਸਾਲ ਦੀ ਉਮਰ ਹੋ ਗਈ ਲਗਭਗ, ਤੇ ਹੁਣ ਵੀ ਲੀਡਰ ਤਾਂ ਉਹਨਾਂ ਦੀ ਪਾਰਟੀ 'ਚੋਂ ਹੈਗੇ ਹੀ ਨਹੀਂ ਨਾ ਜਿਨ੍ਹਾਂ ਨੇ ਉਹ ਸਾਰਾ ਕੁਝ ਉਦੋਂ ਕੀਤਾ ਸੀ। ਘੱਟੋ ਘੱਟ ਉਹਨਾਂ ਨੂੰ ਲਾਂਭੇ ਕਰਕੇ ਇਹ ਤੇ ਵਿਖਾਇਆ ਜਾਵੇ ਵੀ ਯਾਰ ਜਿਨ੍ਹਾਂ ਨੇ ਉਦੋਂ ਫੈਸਲਾ ਲਿਆ ਸੀ ਜਾਂ ਫੈਸਲਾ ਲੈਣ ਦੇ ਵਿੱਚ ਕੋਈ ਨਾ ਕੋਈ ਭੂਮਿਕਾ ਸੀਗੀ, ਉਹਨਾਂ ਦੇ ਨਾਲ ਹੁਣ ਪਾਰਟੀ ਹੈ ਨਹੀਂ। ਨਹੀਂ, ਜ਼ਰੂਰੀ ਹੈ। ਬਾਕੀ ਸੰਘਾਲੀਆ ਸਾਹਿਬ, ਰਾਹੁਲ ਗਾਂਧੀ ਹੋਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫੇਰ ਤਵਾ ਲਾਇਆ, ਕਿਉਂਕਿ ਪਹਿਲਾਂ ਤਾਂ ਚਰਚਾ ਆਈ ਸੀ ਨਾ ਕਿ ਦਿੱਲੀੋਂ ਨਾ ਫੈਸਲੇ ਕਰੋ।
ਉਰੇ ਭਗਵੰਤ ਮਾਨ ਸਾਹਿਬ ਨੇ, ਫਿਰ ਚੰਨੀ ਸਾਹਿਬ, ਕੈਪਟਨ ਸਾਹਿਬ, ਪਤਾ ਨਹੀਂ ਕਿਹੜੇ ਕਿਹੜੇ ਸਾਹਿਬ ਦਾ ਹਵਾਲਾ ਦੇ ਕੇ ਦੱਸਿਆ ਸੀ ਕਿ ਤੁਸੀਂ ਆਪਦੀ ਪੀੜ੍ਹੀ ਹੇਠ ਸੋਟਾ ਫਿਰੋ। ਹੁਣ ਉਹ ਕਹਿੰਦੇ ਜੀ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਲੋਕਾਂ ਦੀਆਂ ਆਸਾਂ ਤੇ, ਸਰਕਾਰ ਤੋਂ ਲੋਕ ਬੇਮੁਖ ਹੋ ਗਏ ਆ, ਲੋਕ ਤੰਗ ਨੇ। ਤੇ ਨਾਲ ਹੀ ਰਾਹੁਲ ਗਾਂਧੀ ਨੇ ਦਾਅਵਾ ਕਰਤਾ, ਕਹਿੰਦੇ ਜੀ ਅਗਲੀ ਸਰਕਾਰ ਪੰਜਾਬ 'ਚ ਸਾਡੀ ਆ, ਹੋਰ ਕਿਸੇ ਦੀ ਨਹੀਂ ਬਣ ਸਕਦੀ। ਪੁੱਛਿਆ ਜੀ ਉਹ ਕਿਵੇਂ? ਉਹ ਕਹਿੰਦੇ ਥੋੜੀ ਧੜੇਬੰਦੀ ਸੀ, ਸਾਡੇ ਲੀਡਰਾਂ ਦੀ ਨਹੀਂ ਸੀ ਆਪਸ ਦੇ ਵਿੱਚ ਬਣਦੀ, ਐਂਟੀ ਇਨਕੰਬੈਂਸੀ ਸੀ ਥੋੜੀ ਜੀ, ਤਾਂ ਕਰਕੇ ਲੋਕਾਂ ਨੇ ਵੋਟਾਂ ਉਧਰ ਪਾਤੀਆਂ, ਉਹਨਾਂ ਨੇ ਕੰਮ ਨਹੀਂ ਕੀਤਾ, ਵਾਅਦਿਆਂ ਤੇ ਖਰੇ ਨਹੀਂ ਉਤਰੇ, ਇਸ ਕਰਕੇ ਸਰਕਾਰ ਤਾਂ ਸਾਡੀ ਹੋਈ ਹੈ। ਹੁਣ ਹੋ ਸਕਦਾ ਰਾਹੁਲ ਗਾਂਧੀ ਹੋਰਾਂ ਨੂੰ ਲੱਗਦਾ ਹੋਵੇ ਕਿ ਸਰਕਾਰ ਸਾਡੀ ਹੈ, ਪਰ ਜਿਸ ਤਰੀਕੇ ਦੇ ਹਾਲਾਤ ਨੇ ਪੰਜਾਬ ਕਾਂਗਰਸ ਦੇ ਵਿੱਚ, ਜਿਸ ਤਰੀਕੇ ਬੰਦੇ ਛੱਡ ਕੇ ਪਿੱਛੇ ਭੱਜੇ ਆ, ਉਹਨੂੰ ਦੇਖਦਿਆਂ ਲੱਗਦਾ ਕਿ ਰਾਹੁਲ ਗਾਂਧੀ ਸਾਹਿਬ ਗੱਲ ਤਾਂ ਠੀਕ ਹੈ, ਪਰ ਕੰਮ ਕਰਨਾ ਪਊਗਾ, ਇਹਨਾਂ ਨੂੰ ਕੰਮ ਕਰਨ ਦਾ ਤਰੀਕਾ ਦੱਸ ਕੇ ਜਾਇਓ। ਚਲੋ ਚੰਗੀ ਗੱਲ ਹੈ ਜੇ ਉਹ ਆਸ ਉਮੀਦ ਕਰਦੇ ਆ। ਤੇ ਵੈਸੇ ਹੁਣ ਵੀ ਕਈ ਤਰ੍ਹਾਂ ਦੀਆਂ ਰਿਪੋਰਟਾਂ ਦੇ ਕਹਿੰਦੇ ਆ ਵੀ ਰਾਹੁਲ ਗਾਂਧੀ ਹੋਰਾਂ ਦੀ ਇਸ ਯਾਤਰਾ ਨਾਲ ਕਾਂਗਰਸ ਨੂੰ ਫਾਇਦਾ ਹੋਊਗਾ। ਉਹ ਤਾਂ ਜਦੋਂ ਹੋਊਗਾ ਉਦੋਂ ਟਾਈਮ ਪਤਾ ਲੱਗੂਗਾ ਨਾ। ਪਰ ਮੈਨੂੰ ਰਾਹੁਲ ਗਾਂਧੀ ਸਾਹਿਬ ਦਾ ਇਹ ਬਿਆਨ ਪਤਾ ਕਿੱਦਾਂ ਲੱਗਾ? ਇਹ ਕੋ ਆਮ ਹਿੰਦੀ 'ਚ ਕਹਾਵਤ ਹੀ ਨਹੀਂ ਹੈਗੀ ਵੀ ਆਪ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ। ਮੈਨੂੰ ਲੱਗਦਾ ਉਹ ਜਿਹੜਾ ਚੁਗਿਆ ਹੋਇਆ ਖੇਤ ਆ, ਉਸ ਖੇਤ ਦੇ ਵਿੱਚ ਖੜ ਕੇ ਰਾਹੁਲ ਗਾਂਧੀ ਸਾਹਿਬ ਐਂ ਵੇਖ ਕਹਿੰਦੇ ਨੇ ਕੋਈ ਨਹੀਂ ਉੱਗ ਪੈਣੀ ਆ, ਇਹ ਲੱਗ ਜਾਣੇ, ਇਹਨੂੰ ਪਾਣੀ ਮਾੜਾ ਜਿਹਾ ਸੁੱਕ ਲੈਣ ਦਿਓ, ਧੁੱਪਾਂ ਦੋ ਲੱਗੀਆਂ, ਦੇਖਿਓ ਕਿਦਾਂ ਹੋਇਆ ਸੀ ਇੱਕ ਵਾਰੀ 66 'ਚ ਵੀ ਇਦਾਂ, 72 ਦੇ ਵਿੱਚ ਏਦਾਂ ਹੀ ਸਾਰੇ ਕਹਿੰਦੇ ਮੁੜ ਕੇ ਪਤਾ ਕਿਆ ਝਾੜ ਨਿਕਲਿਆ ਸੀ। ਕਿਉਂਕਿ ਦੇਖੋ ਇਹ ਤਾਂ ਰਾਹੁਲ ਗਾਂਧੀ ਸਾਹਿਬ ਸੋਚਦੇ ਨੇ ਕਿ ਵੀ ਸਾਡੀ ਸਰਕਾਰ ਬਣਨੀ ਆ, ਜਾਂ 2024 ਦੇ ਵਿੱਚ ਉਹ ਤਸੱਵਰ ਕਰਦੇ ਆ ਵੀ ਉਦੋਂ ਸਾਰਾ ਕੁਝ ਚੇਂਜ ਹੋ ਜਾਣਾ। ਪਰ ਕਾਰਨ ਇਹ ਆ ਵੀ ਇੱਕ ਪਾਸੇ ਮੇਰਾ ਖਿਆਲ ਜੰਮੂ ਕਸ਼ਮੀਰ ਜਾ ਕੇ ਇਹਨਾਂ ਦਾ ਕੰਮ ਨਿਬੜਨਾ ਨਾ, ਤੇ ਉਸ ਫਾਈਨਲ ਰੈਲੀ ਦੇ ਲਈ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਵੀ ਤੁਸੀਂ ਆਇਓ। ਤੇ ਮੈਂ ਸੋਚਦਾ ਸੀ ਵੀ ਇੱਕ ਪਾਸੇ ਤੇ ਇਹ ਇਕੱਠੇ ਹੋਣ ਨੂੰ ਫਿਰਦੇ ਆ ਤੇ ਬਾਕੀਆਂ ਨੂੰ ਸਾਦੇ ਫਿਰਦੇ ਆ, ਦੂਜੇ ਪਾਸੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਹੈਦਰਾਬਾਦ ਚਲ ਗਏ। ਉੱਥੇ ਇੱਕ KCR ਵਾਲਿਆਂ ਦੀ ਉਹ ਜਿਹੜੀ ਰੈਲੀ ਆ, ਉਸ ਰੈਲੀ ਦੇ ਵਿੱਚ ਵੱਡੇ ਵੱਡੇ ਕੱਟ ਆਊਟ, ਵੱਡੇ ਵੱਡੇ ਹੋਰਡਿੰਗਸ, ਜਿਹਦੇ ਤੇ ਕੇਜਰੀਵਾਲ ਸਾਹਿਬ ਦੀ, ਭਗਵੰਤ ਮਾਨ ਸਾਹਿਬ ਦੀ ਫੋਟੋ ਲੱਗੀ ਹੈ। ਤੇ ਕਿਆ ਫਿਰ ਇਹ ਲੱਗ ਰਿਹਾ ਵੀ ਸ਼ਾਇਦ ਕੋਈ ਹੋਰ ਕੋਈ ਤੀਜਾ ਚੌਥਾ ਬਦਲੇ, ਇੱਕ ਵੱਖਰੇ ਤੌਰ ਤੇ ਕਾਂਗਰਸ ਤੋਂ ਬਾਹਰਲਾ, ਉਹ ਬਣਾਉਣ ਦੀ ਤਿਆਰੀ ਅਗਲੇ ਕਰਦੇ ਪਏ। ਤੇ ਹੋ ਸਕਦਾ 2024 ਦੇ ਵਿੱਚ BJP ਵਰਸਿਸ ਉਹ ਜਿਹੜਾ ਵੀ ਕੋਈ ਫਰੰਟ ਬਣਦਾ ਪਿਆ, ਅਖਿਲੇਸ਼ ਯਾਦਵ ਦੀ ਵੀ ਫੋਟੋ ਉੱਥੇ ਹੈਗੀ, ਉਹਨੇ ਵੀ ਜਾਣਾ, ਵੀ ਉਹ ਬਣਨ ਲੱਗ ਪਏ। ਤੇ ਮੈਂ ਸੋਚਦਾ ਸੀ ਵੀ ਇਹ ਨਾ ਹੋਵੇ ਜੰਮੂ ਕਸ਼ਮੀਰ ਪਹੁੰਚਣ ਤੱਕ ਉਧਰਲੀ ਰੈਲੀ ਦਾ ਹਵਾਲਾ ਚੱਲ ਜੇ ਤੇ ਮੁੜ ਕੇ ਹੌਲੀ ਹੌਲੀ BJP ਨੂੰ ਫੇਰ ਬੈਨੀਫਿਟ ਹੋ ਜੇ ਵੀ ਅੱਛਾ ਯਾਰ ਇੱਕ ਪਾਸੇ ਅਸੀਂ ਆ, ਇੱਕ ਪਾਸੇ ਕਾਂਗਰਸ ਤੇ ਉਹਦੇ ਧੜੇ, ਦੂਸਰੇ ਪਾਸੇ ਦੂਸਰੀਆਂ ਵਿਰੋਧੀ ਧਿਰਾਂ। ਸੰਧਾਲੀਆ ਸਾਹਿਬ ਦੇਖੋ, ਇੱਕ ਚੀਜ਼ ਦਾ ਬਹੁਤ ਕਲੀਅਰ ਹੈ ਕਿ ਭਾਜਪਾ ਵੱਡੀ ਧਿਰ ਹੈ। 2024 ਦੀ ਲੋਕ ਸਭਾ ਚੋਣ ਦੇ ਵਿੱਚ BJP ਨੇ ਵੱਡੀ ਧਿਰ ਰਹਿਣਾ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਜਪਾ ਦਾ ਮੁਕਾਬਲਾ 2024 ਜਾਨੀ ਅਗਲੇ ਵਰੇ ਦੀਆਂ ਲੋਕ ਸਭਾ ਚੋਣਾਂ 'ਚ ਕੌਣ ਕਰੇਗਾ? ਕਿ ਰਾਹੁਲ ਗਾਂਧੀ ਕਰੇਗਾ, ਮਮਤਾ ਬੈਨਰਜੀ ਕਰੂ, ਅਰਵਿੰਦ ਕੇਜਰੀਵਾਲ ਕਰਨਗੇ, ਜਾਂ ਨਵੀਨ ਪਟਨਾਇਕ ਕਰਨਗੇ? ਆਪਾਂ ਨਾਲ ਲੈ ਲੈਣਾ, ਅਜੇ ਤੱਕ ਕੁਝ ਨਹੀਂ ਕਲੀਅਰ। ਉਹ ਸਪਸ਼ਟਤਾ ਲਿਆਉਣ ਦੇ ਲਈ ਹੁਣ ਕੋਸ਼ਿਸ਼ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੱਕ ਚਿੱਠੀ ਲਿਖੀ ਗਈ ਸੀ ਤਕਰੀਬਨ 2.5 ਦਰਜਨ ਸਿਆਸੀ ਪਾਰਟੀਆਂ ਨੂੰ, ਕਾਂਗਰਸ ਪਾਰਟੀ ਵੱਲੋਂ, ਕਿ ਅਸੀਂ ਇੰਨੀ ਤਰੀਕ ਨੂੰ ਭਾਰਤ ਜੋੜੋ ਯਾਤਰਾ ਦੀ ਅੰਤ ਕਰ ਰਹੇ ਹਾਂ, ਤੁਸੀਂ ਸ਼੍ਰੀਨਗਰ ਦੇ ਵਿੱਚ ਉਸ ਰੈਲੀ ਦੇ ਵਿੱਚ ਆ ਕੇ ਸ਼ਿਰਕਤ ਕਰਿਓ। ਰਾਹੁਲ ਗਾਂਧੀ ਦਾ ਕੱਦ ਵਧਿਆ, ਕਾਂਗਰਸ ਪਾਰਟੀ ਥੋੜੀ ਜਿਹੀ ਪੈਰਾਂ ਸਿਰ ਹੋਈ ਹੈ। ਹੁਣ ਜੇ ਉੱਥੇ ਆ ਸਾਰੇ ਬੰਦੇ ਜਿਹੜੇ ਭਾਜਪਾ ਵਿਰੋਧੀ ਨੇ, ਜਿਨ੍ਹਾਂ ਨੂੰ ਚਿੱਠੀਆਂ ਲਿਖੀਆਂ, ਜੇ ਕਾਂਗਰਸ ਦੀ ਰੈਲੀ ਦੇ ਵਿੱਚ ਜਾ ਕੇ ਮੰਚ ਤੇ ਖੜਦੇ ਆ, ਤੇ ਕਾਂਗਰਸ ਪਾਰਟੀ ਇੱਕ ਤਰ੍ਹਾਂ ਦੇ ਨਾਲ ਸੁਨੇਹਾ ਦੇਣ ਦੇ ਵਿੱਚ ਕਾਮਯਾਬ ਰਹੂ ਕਿ ਭਾਈ ਆ ਦੇਖੋ ਅਸੀਂ ਵਿਰੋਧੀ ਧਿਰਾਂ, ਵੱਡੀ ਧਿਰਾਂ, ਬਾਕੀ ਸਾਡੇ ਨਾਲ ਨੇ। ਪਰ ਸੰਧਾਲੀਆ ਸਾਹਿਬ, ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਇਹ ਸੰਭਵ ਨਹੀਂ। ਉਦਾਹਰਣ ਦੇ ਤੌਰ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੇਚਾ ਜੇ ਭਾਜਪਾ ਨਾਲ ਪੈਂਦਾ ਤਾਂ ਕਾਂਗਰਸ ਨਾਲ ਵੀ ਹੈ। ਯੂਪੀ ਦੇ ਵਿੱਚ ਮੁਲਾਇਮ ਸਿੰਘ ਯਾਦਵ ਦੇ ਪੁੱਤ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦਾ ਪੇਚਾ ਜੇ BJP ਤੇ ਬਸਪਾ ਨਾਲ ਹੈ ਤੇ ਕਾਂਗਰਸ ਨਾਲ ਵੀ ਹੈ। ਮਮਤਾ ਬੈਨਰਜੀ ਪੱਛਮੀ ਬੰਗਾਲ ਦੇ ਵਿੱਚ ਹੈ, ਉਹ ਕਾਂਗਰਸ ਦੇ ਖਿਲਾਫ ਲੜਦੀ ਹੈ। ਨਵੀਨ ਪਟਨਾਇਕ ਉੜੀਸਾ 'ਚ ਖਿਲਾਫ ਲੜਦਾ ਹੈ। KC ਚੰਦਰਸ਼ੇਖਰ ਰਾਓ, ਉਹ ਜਿਹੜਾ ਉਹਦੀ ਪਾਰਟੀ ਕਾਂਗਰਸ ਦੇ ਖਿਲਾਫ ਲੜਦੀ ਹੈ। ਇਸ ਕਰਕੇ ਇਹਨਾਂ ਪਾਰਟੀਆਂ ਦੇ ਲਈ ਸੌਖਾ ਨਹੀਂ। ਹਾਂ, ਇਹਨਾਂ ਦੇ ਲਈ ਇੱਕ ਹੋਰ ਕੰਮ ਸੌਖਾ ਹੈ, ਕਿਉਂਕਿ ਮੰਨ ਲਓ ਕੱਲ੍ਹ ਨੂੰ ਆਮ ਆਦਮੀ ਪਾਰਟੀ ਵਾਲੇ ਕਹਿਣ ਨਹੀਂ ਜੀ ਸਾਡਾ ਫਿਰ ਨਾ ਮੋਦੀ ਸਾਹਿਬ ਨੂੰ ਹਰਾਉਣ ਦੇ ਲਈ ਫਿਰ ਅਸੀਂ ਕਾਂਗਰਸ ਪਾਰਟੀ ਨਾਲ ਘੱਟੋ ਘੱਟ ਸਾਂਝੇ ਪ੍ਰੋਗਰਾਮ ਵਿੱਚ ਇਕੱਠੇ ਆ। ਤੁਸੀਂ ਦੇਖੋ ਪੰਜਾਬ ਦੇ ਲੋਕ ਅਸੈਪਟ ਕਰਨਗੇ? ਕਦੇ ਵੀ ਨਹੀਂ। ਹੁਣ ਇਹ ਕੋਸ਼ਿਸ਼ ਕਰ ਰਹੇ ਆ ਕਿ ਭਾਈ ਆਪਾਂ ਘੱਟੋ ਘੱਟ ਉਹ 4-5 ਪਾਰਟੀਆਂ ਇਕੱਠੀਆਂ ਹੋ ਜਾਈਏ ਜਿਹੜੀਆਂ ਕਿ 125 ਤੋਂ ਲੈ ਕੇ 150 ਲੋਕ ਸਭਾ ਦੀ ਸੀਟ ਤੇ ਚੋਣ ਲੜਨ। ਉਦਾਹਰਨ ਦੇ ਤੌਰ ਤੇ 35-40 ਸੀਟਾਂ ਐਸੀਆਂ ਹੋਣੀਆਂ ਜਿੱਥੇ ਆਮ ਆਦਮੀ ਪਾਰਟੀ ਲੋਕ ਸਭਾ ਦੀ ਚੋਣ ਮਜ਼ਬੂਤੀ ਨਾਲ ਲੜੂ। ਉਦਾਹਰਨ 13 ਪੰਜਾਬ ਦੀਆਂ, 14ਵੀਂ ਚੰਡੀਗੜ੍ਹ ਦੀ, 7 ਮੁੜ ਕੇ ਦਿੱਲੀ ਦੀਆਂ, 14-7 21 ਤਾਂ ਇਹ ਹੋ ਗਈਆਂ। ਲੜਨਾ ਉਹਨਾਂ ਨੇ ਹਰਿਆਣੇ 'ਚ ਵੀ ਹੈ, 2-3 ਗੁਜਰਾਤ ਦੇ ਵਿੱਚ ਵੀ ਹੈ, ਗੋਆ ਦੇ ਵਿੱਚ ਸੁਖਨਾ MLA ਹੈਗੇ ਆ, ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ ਦੇ ਵਿੱਚ ਵੀ ਉਹਨਾਂ ਨੇ ਕਹਿਣਾ ਕਿ ਭਾਈ ਅਸੀਂ ਮਾੜੇ ਮੋਟੇ ਖੜਕਦੇ ਹਾਂ। ਜਾਣੀ ਕਿ 35-40 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਚੋਣ ਲੜੂ। 25-26 ਸੀਟਾਂ ਦੇ ਉੱਤੇ
ਚੰਦਰਸ਼ੇਖਰ ਰਾਓ ਦੀ ਪਾਰਟੀ ਲੜੂ। ਫਿਰ ਮਮਤਾ ਬੈਨਰਜੀ ਤਾਂ ਸੁੱਖ ਨਾਲ 40 ਤੋਂ ਉੱਪਰ ਸੀਟਾਂ ਐਸੀਆਂ ਨੇ ਜਿੱਥੇ ਉਹ ਠੋਕ ਕੇ ਲੜਦੀ ਹੈ ਬੀਬੀ। 80 ਸੀਟਾਂ ਦੇ ਉੱਤੇ ਮੁਲਾਇਮ ਸਿੰਘ ਯਾਦਵ ਦਾ ਪੁੱਤ ਅਖਿਲੇਸ਼ ਯਾਦਵ ਚੋਣ ਲੜੂ। ਯਾਨੀ 150 ਸੀਟਾਂ ਦੇ ਵਿੱਚੋਂ ਉਹ ਮੰਨ ਕੇ ਚੱਲਣਗੇ ਕਿ ਜੇ ਆਪਾਂ ਜ਼ੋਰ ਲਾ ਲਈਏ, ਇਹ ਉਹਨਾਂ ਦੀ ਰਣਨੀਤੀ ਹੈ ਕਿ ਆਪਾਂ 60 70 80 90, ਮੈਂ ਨਹੀਂ ਕਹਿੰਦਾ ਜਿੱਤ ਜਾਣੀਆਂ, ਅਗਲੇ ਦੇ ਮਨ ਦੀ ਘਾੜਤ ਹੈ ਕਿ ਜੇ ਅਸੀਂ 60 70 80 ਜਿੱਤ ਜੇ, ਅਸੀਂ ਕਹੇ ਜੀ ਅਸੀਂ 4 ਜਣੇ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਚੰਦਰਸ਼ੇਖਰ ਰਾਓ ਤੇ ਇਧਰਲੇ ਪਾਸੇ ਅਖਿਲੇਸ਼ ਯਾਦਵ, 4 ਨੇ। ਸੂਬੇ ਕਿਹੜੇ ਨੇ? ਬੰਗਾਲ, ਉਧਰਲੇ ਪਾਸੇ ਆ ਜਿਹੜਾ ਤੇਲੰਗਾਨਾ ਵਾਲਾ ਲਾ ਲਓ, ਇਧਰਲੇ ਪਾਸੇ ਉੱਤਰ ਪ੍ਰਦੇਸ਼ ਲਾ ਲਓ, ਪੰਜਾਬ ਤੇ ਦਿੱਲੀ ਲਾ ਲਓ। ਇਹ 5-6 ਸੂਬਿਆਂ ਦੇ ਵਿੱਚੋਂ ਜੇ ਉਹ ਕਹਿਣ ਮੰਨ ਲਓ 75 ਹੈ, ਨਹੀਂ ਇੰਨਾ, ਜਾਂ ਇਦੋਂ ਵੱਧ ਘੱਟ ਵੀ ਹੋ ਸਕਦੇ ਵੀ ਸਾਡੇ ਜੀ 75, ਕਾਂਗਰਸ ਦੀਆਂ ਹੁਣ 55 ਨੇ, ਕਾਂਗਰਸ ਵੀ ਕਵੇ ਸਾਡੀਆਂ 75 ਮੰਨ ਲਓ। ਅਗਲੇ 4 ਜਣੇ ਕਹਿਣਗੇ ਜੀ ਅਸੀਂ ਇਕੱਲੇ ਆ, ਸਾਡਾ ਗੱਠਜੋੜਾ ਹੈ, ਅਸੀਂ ਆਪਣਾ ਲੀਡਰ ਚੁਣ ਲਾਂਗੇ, ਅਸੀਂ ਤੁਹਾਡੇ ਬਰਾਬਰ ਖਲੋਤੇ ਆ। ਕੋਸ਼ਿਸ਼ ਹੋਊਗੀ ਕਿ ਕਾਂਗਰਸ ਤੋਂ ਉੱਪਰ ਜਾਣ। ਯਾਨੀ ਇਸ ਲਈ ਲੜਾਈ ਇਹ ਨਹੀਂ ਕਿ ਮੋਦੀ ਸਾਹਿਬ ਨੂੰ ਕਿਹਨੇ ਹਰਾਉਣਾ, ਇਸ ਲਈ ਤਾਂ ਲੜਾਈ ਇਹ ਬਣੀ ਪਈ ਹੈ ਕਿ ਮੋਦੀ ਸਾਹਿਬ ਨੂੰ ਹਰਾਉਣ ਦੇ ਲਈ ਸਭ ਤੋਂ ਵੱਡੀ ਧਿਰ ਕਿਹੜੀ ਹੋਏਗੀ, ਤੇ ਉਸ ਲੜਾਈ ਦੇ ਵਿੱਚ ਮੋਦੀ ਸਾਹਿਬ ਨੂੰ ਸਭ ਤੋਂ ਵੱਧ ਫਾਇਦਾ ਹੋ ਜਾਣਾ। ਇਹ ਉਹੀ ਤਾਂ ਗੱਲ ਹੈ ਨਾ, ਲਗਭਗ 24 ਵਾਲਾ ਤਾਂ ਕੰਮ ਕਲੀਅਰ ਜਾਪਦਾ ਇਹਨਾਂ ਦੀ ਇਸ ਲੜਾਈ ਤੋਂ ਕਿ ਵੀ ਬੀਜੇਪੀ ਦੀ ਸਰਕਾਰ 24 ਚ ਰਿਪੀਟ ਹੋ ਜੂ। ਹਾਂ, ਇਹ ਗੱਲ ਤੁਹਾਡੀ ਠੀਕ ਹੈ ਵੀ ਹੁਣ ਕਾਂਗਰਸ ਪਾਰਟੀ ਮੁੱਖ ਵਿਰੋਧੀ ਧਿਰ ਬਣਦੀ ਹੈ ਜਾਂ ਫਿਰ ਮੁੱਖ ਵਿਰੋਧੀ ਧਿਰ ਕੋਈ ਹੋਰ ਗੱਠਜੋੜ ਬਣ ਜਾਂਦਾ। ਇੱਕ ਗੱਲ ਮੈਂ ਇਹ ਵੀ ਸੋਚਦਾ ਸੀ ਕਿ ਵੀ ਜੇ ਇਹ ਸਾਰਾ ਕੁਝ ਮੰਨ ਲਓ ਵੀ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਇੱਕ ਗੱਲ ਤੇ ਪੱਕੀ ਆ ਵੀ 2024 ਤੋਂ ਲੈ ਕੇ ਦੁਕਾਨ 29 ਤੱਕ ਦਾ ਫੇਰ ਸਮਾਂ ਮਿਲ ਜਾਣਾ ਤੇ 5 ਸਾਲ ਬਹੁਤ ਹੁੰਦੇ ਆ, ਕਿਉਂਕਿ 14 ਤੋਂ ਲੈ ਕੇ 19 ਤੱਕ ਬਹੁਤ ਫਰਕ ਪਿਆ, 19 ਤੋਂ 24 ਤੱਕ ਬੜਾ ਫਰਕ ਪੈ ਗਿਆ, ਕਿਉਂਕਿ ਇਸ ਜਿਹੜੀ ਆ ਉਹਨਾਂ ਦੀ ਆਹ ਵਾਲੀ ਸਰਕਾਰ ਸੀਗੀ, ਇਹਦੇ 'ਚ ਬੜੇ ਵੱਡੇ ਫੈਸਲੇ, ਬੜੇ ਵੱਡੇ ਡਿਸੀਜਨ ਲਏ ਨੇ, ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਹੁਣ ਜੇ ਰੈਲੀ ਸਮਾਪਤ ਕਰਨੀ, ਉਹਦੀ ਧਾਰਾ 370 ਵਾਲਾ ਮਾਮਲਾ ਵੀ ਤਾਂ ਐਤਕੀ ਨਿਬੜਿਆ। ਹੁਣ ਜਦੋਂ 24 ਤੋਂ ਲੈ ਕੇ 29 ਤੱਕ ਜਾਣਾ ਤੇ ਉਦੋਂ ਤੱਕ ਹੋਰ ਵੀ ਵੱਡੇ ਡਿਸੀਜਨ ਲਏ ਜਾ ਸਕਦੇ। ਸੋ ਕਾਂਗਰਸ ਪਾਰਟੀ ਜ਼ਰੂਰ ਸੋਚੇ ਵੀ ਆਪਾਂ, ਮੈਨੂੰ ਫਿਰ ਉਹ ਯਾਦ ਆ ਜਾਂਦੀ ਬਿਹਾਰ ਵਾਲੀ ਚੋਣ, ਉਹਦੇ 'ਚ ਕਿੰਨਾ ਰੌਲਾ ਪਾਇਆ, ਕਿੰਨਾ ਰੋਣਾ ਪਿੱਟਣਾ ਪਾਇਆ, ਉਹ ਬਾਕੀਆਂ ਉਹ ਰਲ ਜਾਓ, ਇਕੱਠੇ ਹੋ ਜਾਓ, ਕੁਛ ਕਰ ਲਓ, ਕਹਿੰਦਾ ਨਾ ਅਸੀਂ ਕਿਤੇ ਰਲਣ ਵਾਲੇ ਆ। ਉੱਥੇ ਕੀ ਬਣਿਆ ਸੀ, ਉਦੋਂ ਬਾਅਦ ਫਿਰ ਮੁੜ ਕੇ ਇੱਧਰ ਉੱਧਰ ਵੱਜਦੇ ਫਿਰ। ਪਰ ਗੱਲ ਇਹ ਆ ਵੀ ਇਹ ਹੁਣ ਇੱਕ ਪਾਸੇ ਵੀ ਅਸੀਂ ਸੁਪੀਰੀਅਰ ਆ, ਅਸੀਂ ਪੁਰਾਣੀ ਪਾਰਟੀਆਂ, ਇੱਕ ਪਾਸੇ ਉਹ ਗੱਲ ਹੈ, ਦੂਸਰੇ ਪਾਸੇ ਨਵੀਆਂ ਪਾਰਟੀਆਂ ਲੀਡਰਾਂ ਨੂੰ ਲੱਗਦਾ ਵੀ ਲੋਕ ਹੁਣ ਸਾਡੇ ਨਾਲ ਨੇ। ਫੈਸਲਾ ਇਸ ਚੀਜ਼ ਦੇ ਉੱਪਰ ਨਿਬੜਨਾ ਕਿ ਕੌਣ ਕਿੱਥੇ ਕਿੰਨਾ ਕੁ ਜ਼ਿਆਦਾ ਤਾਕਤਵਰ, ਅਤੇ ਤਾਕਤਵਰ ਕੌਣ ਕਿੰਨਾ ਕਿ ਪਤਾ ਲੱਗਣਾ ਇਲੈਕਸ਼ਨਾਂ ਤੋਂ। ਮੈਨੂੰ ਲੱਗਦਾ ਵੀ 24 ਦੇ ਵਿੱਚ ਤੇ ਹਰੇਕ ਭਲਵਾਨ ਆਪੋ ਆਪਣਾ ਇੱਕ ਨਾ ਵੇਖੂਗਾ ਵੀ ਮੈਂ ਕਿਹਦੇ ਮੋਢੇ ਲਾਉਣਾ। ਇਹ ਜ਼ਰੂਰੀ ਹੈ ਜੀ ਦੇਖਣ, ਭਲਵਾਨਾਂ ਨੇ ਦੇਖਣਾ ਸ਼ੁਰੂ ਕਰ ਦਿੱਤਾ। ਤੁਸੀਂ ਦੇਖੋ ਕਿ ਕਾਂਗਰਸ ਤੇ ਦੂਜੇ ਪਾਸੇ ਵਾਲੀਆਂ ਪਾਰਟੀਆਂ, ਬੀਜੇਪੀ ਵਾਲੀ, ਫਰਕ ਬੜਾ ਹੈ। ਕਾਂਗਰਸ ਪਾਰਟੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਰਾਜਸਥਾਨ ਦੇ ਵਿੱਚ ਉਹ ਸਚਿਨ ਪਾਇਲਟ ਨੂੰ ਕਿੱਥੇ ਰੱਖਣ ਤਾਂ ਗਹਿਲੋਤ ਸਾਹਿਬ ਨੂੰ ਕਿੱਥੇ ਰੱਖਣ। ਕਾਂਗਰਸ ਨੂੰ ਅਜੇ ਤੱਕ ਇਹ ਨਹੀਂ ਸਮਝ ਆਉਂਦਾ ਕਿ ਗੁਜਰਾਤ ਦੇ ਵਿੱਚ ਜੋ ਉਹਨਾਂ ਨਾਲ ਹੋਈ ਆ ਕਿ ਉਹਦੇ ਤੋਂ ਬਾਅਦ ਉਹ ਸਰਗਰਮੀ ਸ਼ੁਰੂ ਕਿੱਥੋਂ ਕਰਨ। ਕਾਂਗਰਸ ਨੂੰ ਅਜੇ ਇਹ ਵੀ ਸਮਝ ਨਹੀਂ ਆਉਂਦਾ ਕਿ ਮੱਲਕਾਰਜੁਨ ਖੜਗੇ ਨੂੰ ਕਿੰਨੀ ਕੁ ਥਾਂ ਦੇਣੀ ਹੈ। ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਉਹ ਸਭ ਕੁਝ ਸਮਝੀ ਪਈ ਹੈ। ਅਸੀਂ ਨਹੀਂ ਕਹਿੰਦੇ ਕਿ ਉਹ ਚੰਗੀ ਹੈ ਜਾਂ ਮਾੜੀ ਹੈ। ਉਹਨਾਂ ਨੇ ਦੇਖਿਆ ਜੀ ਗਾਂ ਨੂੰ 9 ਸੂਬਿਆਂ ਦੀ ਇਲੈਕਸ਼ਨ ਹੈ, ਲੋਕ ਸਭਾ ਦੀ ਚੋਣ ਹੈ। ਉਹ ਕਹਿੰਦੇ ਜੇਪੀ ਨੱਡਾ ਸਾਹਿਬ ਵੈਸੇ ਤਾਂ ਕਾਰਜਕਾਲ ਥੋੜਾ ਖਤਮ ਹੋ ਚੱਲਾ, ਪਰ ਸਾਡੇ ਕੋਲ ਨਹੀਂ ਟਾਈਮ ਹੁਣ ਕਹੀਂ ਪ੍ਰਧਾਨਗੀ ਦੀਆਂ ਵੋਟਾਂ ਪਵਾਈ ਜਾਈਏ। ਆ ਸਾਲ ਕੇ ਇੱਕ ਲੋਕ ਸਭਾ ਦੀਆਂ ਚੋਣਾਂ ਤੱਕ ਤੁਸੀਂ ਪ੍ਰਧਾਨ ਰਹਿ ਲਓ। ਉਹਨਾਂ ਦੇ ਕੋਲੇ ਕਲੀਅਰ ਹੈ ਪਿਕਚਰ ਕਿ ਆਹ ਸਾਡਾ ਪ੍ਰਧਾਨ ਹੈ। ਉਹਨਾਂ ਨੇ ਦੇਖਿਆ ਆਹ ਬੰਦੇ ਜਿੱਤੇ ਆ, ਰਿਪੋਰਟਾਂ ਮੰਗਾਈਆਂ, ਅਜੇ ਮਜ਼ਬੂਤ ਹੈ, ਆਹ ਅਸੀਂ ਸੀਟਾਂ ਹਾਰੀਆਂ ਸੀ, ਇੱਥੇ ਅਜੇ ਵੀ ਕਮਜ਼ੋਰ ਆ, ਅੱਛਾ ਤੂੰ ਜਿੱਤਿਆ। ਲੀਡਰ ਕਹਿੰਦੇ ਹੁੰਦੇ ਨਾ ਆਪਾਂ ਬੜਾ ਜੀ ਆਪਣੇ ਹਲਕੇ ਵਧੀਆ, ਤੁਸੀਂ ਬਾਕੀ ਪਾਸੇ ਦੇਖੋ, ਕਹਿੰਦੇ ਵਧੀਆ, ਹਾਂਜੀ ਮੈਨੂੰ ਆਉਣ ਦੀ ਲੋੜ ਤਾਂ ਨਹੀਂ। ਉਹ ਨਹੀਂ ਸਾਡਾ ਹਲਕਾ ਵਧੀਆ, ਏਦਾਂ ਕਰੋ ਨਾਲ ਇੱਕ ਹਲਕਾ ਤੁਹਾਨੂੰ ਦਿੱਤਾ, ਉਹ ਵੀ ਜਿਤਾਉਣਾ, ਟਿਕਟ ਤੁਹਾਨੂੰ ਫੇਰ ਮਿਲਣੀ ਹੈ। ਯਾਨੀ ਉਹਨਾਂ ਨੇ ਜਿੱਥੇ ਕਿਤੇ ਕਮਜ਼ੋਰੀ ਹੈ, ਮੰਨ ਲਓ ਜਿੱਥੇ ਮੇਰੇ ਵਰਗਾ ਉੱਥੇ ਤੁਹਾਡੇ ਵਰਗਾ ਨਾਲ ਲਾਤਾ। ਨਹੀਂ, ਉਹ ਵੀ ਨਾਲ ਕੀਤਾ। ਨਾਲ ਦੂਜੀ ਗੱਲ ਇਹ ਹੈ ਜਿਹੜਾ ਡਿਸੀਜਨ ਮੇਕਿੰਗ ਇਹ ਬਾਕੀ ਪੋਲੀਟੀਕਲ ਪਾਰਟੀਆਂ ਸੋਚਣ, ਸਭ ਤੋਂ ਜ਼ਰੂਰੀ ਤੇ ਕਾਂਗਰਸ ਪਾਰਟੀ ਸੋਚੇ ਜੀ। ਕਿਉਂਕਿ ਹੁਣ ਵੀ ਜੇ ਕਾਂਗਰਸ ਪਾਰਟੀ ਦੇ ਪਿਛਲੇ ਦਿਨਾਂ ਜਦੋਂ ਕਿਤੇ ਲੜਾਈ ਝਗੜਾ ਹੋਵੇ, ਬਿਆਨ ਕੀ ਆਉਂਦਾ ਹੁੰਦਾ, ਅਸੀਂ ਜੱਦੀ ਪੁਸ਼ਤੀ ਕਾਂਗਰਸੀ, ਟਕਸਾਲੀ ਕਾਂਗਰਸ, ਇਹ ਕੱਲ ਉੱਠ ਕੇ ਗੱਲਾਂ ਕਰਦੇ ਸਾਨੂੰ ਇਦਾਂ ਕਿੱਦਾਂ, ਹਨਾ। ਇਹੀ ਚੀਜ਼ ਤੇ ਬੀਜੇਪੀ ਵਾਲਿਆਂ ਨੇ ਕੰਡਾ ਕੱਢਿਆ। ਹੁਣ ਤੁਸੀਂ ਦੇਖੋ ਕਿੰਨੀਆਂ ਸਟੇਟਾਂ ਨੇ ਜਿਨ੍ਹਾਂ ਸਟੇਟਾਂ ਦੇ ਵਿੱਚ ਅਗਲੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਛਾਂਗ ਕੇ ਪਾਸੇ ਕਰਦੇ, ਵੀਰ ਤੈਨੂੰ ਕੋਈ ਟਿਕਟ ਨਹੀਂ ਮਿਲਣੀ, ਬੰਦੇ ਦਾ ਪੁੱਤ ਬਣ ਕੇ ਵਰਕਰ ਬਣ ਜਾ, ਅਗਲਾ ਬਣ ਜਾਂਦਾ। ਤੇ ਕਾਂਗਰਸ ਪਾਰਟੀ ਇਹ ਤਹਈਆ ਕਰ ਸਕਦੀ ਵੀ ਉਹਨਾਂ ਨੂੰ ਜਾਪੇ ਵੀ ਹਾਂ ਵੀਰ ਅਸੀਂ ਫਲਾਣੇ ਛਾਂਗ ਕੇ ਪਾਸੇ ਕੀਤੇ, ਆ ਨਵੀਂ ਪਨੀਰੀ ਦੇ ਲੀਡਰ ਨੇ, ਇਹਨਾਂ ਨੂੰ ਅਸੀਂ ਟਿਕਟਾਂ ਦੇਣੀਆਂ, ਇਹ ਹੁਣ ਅੱਗੇ ਕੰਮ ਕਰਨਗੇ। ਜੇ ਤੇ ਇਸ ਲੈਵਲ ਤੱਕ ਦਾ ਹੌਸਲਾ ਕਾਂਗਰਸ ਪਾਰਟੀ ਵਿਖਾ ਸਕਦੀ ਫਿਰ ਤੇ ਉਸ ਦਾ ਗੱਲ ਬਣ ਜੇ। ਨਹੀਂ ਤਾਂ ਰਹੀ ਗੱਲ ਸਲਾਹਾਂ ਦੀ, ਸਲਾਹਾਂ ਤੋਂ ਮੈਨੂੰ ਯਾਦ ਆਇਆ ਜਿੱਦਣ ਬਿਹਾਰ ਵਾਲੇ ਨਿਤੀਸ਼ ਕੁਮਾਰ ਉਹਨਾਂ ਨੇ ਪਾਸਾ ਬਦਲ ਕੇ ਇੱਕ ਵਾਰ ਲੱਥ ਕੇ ਮੁੱਖ ਮੰਤਰੀ ਬੰਦਾ ਫਿਰ ਬਣਿਆ ਸੀ ਅਗਲੇ ਦਿਨ। ਉਦੋਂ ਬਾਅਦ ਕਿੰਨੀਆਂ ਮੁਲਾਕਾਤਾਂ ਕੀਤੀਆਂ, ਮੇਰਾ ਖਿਆਲ ਕੋਈ ਪਾਰਟੀ ਛੱਡੀ ਨਹੀਂ ਬੰਦੇ ਨੇ। ਬੜੀ ਚਰਚਾ ਚੱਲੀ ਲੈ ਵੀ ਨਿਤੀਸ਼ ਕੁਮਾਰ ਹੋਣਾ ਸਾਰੇ ਗੰਢ ਲੈਣੇ। ਮੈਨੂੰ ਲੱਗਦਾ ਨਹੀਂ ਉਹਨਾਂ ਮੁਲਾਕਾਤਾਂ ਦੇ ਵਿੱਚ ਕੋਈ ਧਿਰ ਵੀ ਤੁਰੀ ਨਾਲ। ਨਹੀਂ, ਬਹੁਤ ਥੱਲੇ ਰਿਹਾ ਕੰਮ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ
ਗੁਜਰਾਤ ਦੇ ਵਿੱਚ ਨਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਥੋੜੇ ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸਾਰੇ ਬਦਲਤੇ ਸੀ, ਮੰਤਰੀ ਜਿੰਨੇ ਵੀ ਫੜ ਕੇ ਫਾਰਮੂਲਾ ਕੰਮ ਆਇਆ। ਫਿਰ ਆਖਰੀ ਸਮੇਂ ਤੇ ਜਾ ਕੇ ਉਹਨਾਂ ਨੇ ਜਿਸ ਤਰੀਕੇ ਨੇਰੀਆਂ ਲਿਆਂਦੀਆਂ, ਨੱਡਾ ਸਾਹਿਬ, ਅਮਿਤ ਸ਼ਾਹ ਸਾਹਿਬ, ਯੋਗੀ ਆਦਿੱਤਿਆਨਾਥ, ਮੋਦੀ ਸਾਹਿਬ, ਸਾਰੇ ਰੈਲੀਆਂ ਕੀਤੀਆਂ। ਹੁਣ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਕਰਨਾਟਕ ਦੇ ਵਿੱਚ ਇਲੈਕਸ਼ਨ ਹੈ, ਦੱਖਣ ਭਾਰਤ ਦੇ ਵਿੱਚ ਉਹੀ ਇੱਕ ਸੂਬਾ ਜਿੱਥੇ ਬੀਜੇਪੀ ਮਜ਼ਬੂਤ ਹੈ ਤੇ ਸਰਕਾਰ ਹੈ। ਉੱਥੇ ਵੀ ਕਹਿੰਦੇ ਆ ਕਿ ਹੁਣ ਜਿਹੜੀ 2 ਦਿਨ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੋਈ ਹੈ, ਉਹ 'ਚ ਸਲਾਹ ਕੀਤੀ ਕਿ ਗੁਜਰਾਤ ਵਾਂਗੂ ਇੱਥੇ ਵਾਲੇ ਵੀ ਆਪਾਂ ਪੁੱਛ ਕੇ ਪਰੇ ਕਰ ਦਈਏ, ਨਵੇਂ ਬੰਦੇ ਲਾਈਏ। ਉੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ ਲੀਡਰ ਹੈ BS ਯੇਦੂਰੱਪਾ। ਆਲੋਚਨਾ ਵੀ ਬੜੀ ਹੁੰਦੀ ਹੈ, ਦੋਸ਼ ਵੀ ਬੜੇ ਲੱਗਦੇ ਆ, ਨੋਟ ਵੀ ਬੜੇ ਆ ਉਸ ਬੰਦੇ ਕੋ। ਇਸ ਲਈ ਬੀਜੇਪੀ ਨੇ ਮੁੱਖ ਮੰਤਰੀ ਬਣਾਇਆ ਬਿਸਵਰਾਜ ਬੋਮਈ। ਉਹਨੇ ਮਹਾਰਾਸ਼ਟਰ ਨਾਲ ਪੰਗਾ ਪਾ ਲਿਆ ਜੀ, ਆਹ ਤਾਂ 800 ਪਿੰਡ ਸਾਡਾ ਹੈ ਕਿ ਤੁਹਾਡਾ ਹੈ। ਦੋਨਾਂ ਸੂਬਿਆਂ 'ਚ ਸਰਕਾਰਾਂ ਬੀਜੇਪੀ ਦੀਆਂ ਹੈ ਜਾਂ ਭਾਈਵਾਲਾਂ ਦੇ ਨਾਲ ਹੈ। ਹੁਣ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਹ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚ ਯੇਦੂਰੱਪਾ ਸਾਹਿਬ ਜਿਹੜੇ ਕਿ ਕਰਨਾਟਕ ਬੀਜੇਪੀ ਦੇ ਵੱਡੇ ਲੀਡਰ ਨੇ, ਕਿਸੇ ਵੇਲੇ ਮੁੱਖ ਮੰਤਰੀ ਰਹੇ ਆ, ਉਹਨਾਂ ਨੂੰ ਲਾਂਭੇ ਸੱਦ ਕੇ 15 ਮਿੰਟ ਕੱਲਿਆਂ ਵੀ ਗੱਲ ਕੀਤੀ। ਤੇ ਉਸ ਕੀਤੀ ਹੋਈ ਗੱਲਬਾਤ ਦਾ ਅਰਥ ਇਹ ਲਿਆ ਜਾ ਰਿਹਾ ਕਿ ਜੇ ਤਾਂ ਯੇਦੂਰੱਪਾ ਸਾਹਿਬ ਮੰਨ ਗਏ ਹੋਏ ਤਾਂ ਕਿਸੇ ਵੀ ਵੇਲੇ ਕਰਨਾਟਕ ਦੇ ਵਿੱਚ ਮੁੱਖ ਮੰਤਰੀ ਸਮੇਤ ਭਾਰਤੀ ਜਨਤਾ ਪਾਰਟੀ ਆਪਣੀ ਸਾਰੀ ਕੈਬਨਿਟ ਬਦਲ ਦਊ ਤੇ ਹੋਰ 7-8 ਮਹੀਨਿਆਂ ਨੂੰ ਉੱਥੇ ਇਲੈਕਸ਼ਨ ਹੈ। ਤੇ ਜੇ ਕੈਬਨਿਟ ਬਦਲਤੀ, ਮੁੱਖ ਮੰਤਰੀ ਬਦਲਤਾ, ਫਿਰ ਯੇਦੂਰੱਪਾ ਸਾਹਿਬ ਦੇ ਸਿਰ ਜ਼ਿੰਮੇਵਾਰੀ ਹੋਣੀ ਹੈ ਤੇ ਐਂਟੀ ਇਨਕੰਬੈਂਸੀ ਵੀ ਘੱਟ ਹੋਣੀ ਹੈ। ਨਹੀਂ ਹੈ ਤੇ ਫਾਰਮੂਲਾ ਨਾ, ਉਹ ਗੱਲ ਉਹੀ, ਉਹ ਕਹਿੰਦੇ ਵੀ ਬਾਕੀ ਦਵਾਈਆਂ ਫੇਲ ਨੇ, ਕੋਲ ਇਹ ਐਂਟੀਬਾਇਓਟਿਕ ਚੱਲਦਾ ਜੀ, ਇਹ ਐਂਟੀਬਾਇਓਟਿਕ ਫਿਲਹਾਲ ਕੰਮ ਕਰ ਰਿਹਾ। ਹੁਣ ਇਹਨੂੰ ਬਾਕੀ ਪੋਲੀਟੀਕਲ ਪਾਰਟੀਆਂ ਵਰਤਦੀਆਂ ਕਿ ਨਹੀਂ ਵਰਤਦੀਆਂ ਤੇ ਟਾਈਮ ਦੱਸੂਗਾ। ਪਰ ਇੱਕ ਗੱਲ ਰਹੀ ਰੇੜਕੇ ਦੀ, ਹੁਣ ਤੁਸੀਂ ਦੇਖੋ ਦਿੱਲੀ ਵਾਲਾ ਜਿਹੜਾ ਰੇੜਕਾ, ਥੋੜੀ ਜਿਹੀ ਉਹਦੀ ਗੱਲ ਕਰੀਏ, ਜਿੱਦਾਂ ਦਾ ਹੁਣ ਕੱਲ ਦਾ ਉਹ ਬਿਆਨ ਵਿਧਾਨ ਸਭਾ ਵਾਲਾ ਕੇਜਰੀਵਾਲ ਸਾਹਿਬ ਦਾ ਵਾਇਰਲ ਹੋ ਰਿਹਾ, ਜਿਹਦੇ ਵਿੱਚ ਕਹਿੰਦੇ ਕੌਣ LG, ਕੌਣ ਹੈ LG। ਉਹ ਜਿਹੜਾ ਵੀ ਕੋਈ ਟੈਲੀਵਿਜ਼ਨ ਵਾਲਾ ਜਾਂ ਕੋਈ ਦੂਜਾ ਵੀਡੀਓ ਵਾਲਾ ਉਹਨਾਂ ਕੁ ਕੱਟ ਕੇ ਸ਼ੁਰੂ ਕਰਦਾ, ਕਿਉਂ ਆਇਆ ਕੇਜਰੀਵਾਲ ਕੋ ਗੁੱਸਾ, ਨਾਲ ਹੀ ਉਹ 2 ਡਾਇਲੌਗ ਚੱਲਦੇ, ਕੌਣ LG, ਕੌਣ ਹੈ LG। ਮੈਂ ਸੋਚਦਾ ਸੀ ਵੀ ਜੇ ਹਿਸਾਬ ਨਾਲ ਕੇਜਰੀਵਾਲ ਸਾਹਿਬ ਦੁਬਾਰਾ ਰੰਗ 'ਚ ਆਏ ਨੇ, ਉਹਦੇ ਤੋਂ ਕਿਤੇ ਨਾ ਕਿਤੇ ਜਾਪਦਾ ਵੀ ਹੁਣ ਉਹ ਟੱਕਰ ਲੈਣ ਦੇ ਮੂਡ 'ਚ ਤਾਂ ਹੈਗੇ ਆ। ਕਿਉਂਕਿ ਜਿਹੜੀ ਗੱਲ ਉਹਨਾਂ ਨੇ ਕਹੀ ਵੀ ਮੈਂ ਤਾਂ ਗਿਆ ਸੀ ਜੀ LG ਸਾਹਿਬ ਨੂੰ ਮਿਲਣਾ, ਤੇ ਮੈਂ ਜਦੋਂ ਦਾ ਜਵਾਕ ਤੋਂ ਲੈ ਕੇ ਤੇ ਹੁਣ ਤੱਕ ਪੜ੍ਹਨ ਆਇਆ ਤੇ ਮੇਰੀ ਮਾਸਟਰਾਂ ਨੇ ਵੀ ਕਦੀ ਹੈਂਡ ਰਾਈਟਿੰਗ ਨਹੀਂ ਚੈੱਕ ਕੀਤੀ, ਤੇ ਕਹਿੰਦੇ ਮੈਂ ਉੱਥੇ ਫਾਈਲ ਲਿਖ ਕੇ ਜਾਣਾ ਤੇ LG ਸਾਹਿਬ ਐਂ ਕਰਕੇ ਕਹਿੰਦੇ ਇੱਥੇ ਸਪੈਲਿੰਗ ਮਿਸਟੇਕ ਆ, ਆਹ ਕਿਉਂ ਲਿਖਿਆ, ਉਹ ਕਿਉਂ ਲਿਖਿਆ। ਕਹਿੰਦੇ ਮੈਂ ਹੈਰਾਨ ਆ ਵੀ ਮੈਂ ਪੜ੍ਹ ਲਿਖ ਕੇ ਏਡਾ ਅਫਸਰ ਵੀ ਬਣ ਗਿਆ, ਉਦੋਂ ਦਾ ਮੇਰਾ ਕਦੀ ਕਿਸੇ ਨੇ ਪੁੱਛਿਆ ਨਹੀਂ ਵੀ ਹਾਂ ਤੂੰ ਕਾਕਾ ਪੇਪਰ 'ਚ ਲਿਖਿਆ ਕਿ, ਤੇ ਇੱਕ ਚੁਣੇ ਹੋਏ ਮੁੱਖ ਮੰਤਰੀ ਦੀ ਫਾਈਲ ਨੂੰ LG ਸਾਹਿਬ ਜਾ ਕੇ ਪੁੱਛਦੇ ਨੇ ਆਹ ਕੀ ਲਿਖਿਆ ਤੇ ਆਹ ਕਿਉਂ ਲਿਖਿਆ। ਕਹਿੰਦੇ ਮੈਂ ਪੁੱਛ ਹੀ ਲਿਆ ਵੀ LG ਸਾਹਿਬ ਕੌਣ ਹੈ ਆਪ। ਕਹਿੰਦਾ ਮੈਂ ਤਾਂ 2 ਕਰੋੜ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹਾਂ ਤੇ ਤੁਸੀਂ ਕੌਣ। ਉਹ ਕਹਿੰਦੇ ਮੈਨੂੰ ਪ੍ਰੈਜ਼ੀਡੈਂਟ ਸਾਹਿਬ ਨੇ ਲਾਇਆ, LG ਕਹਿੰਦੇ ਨੇ ਤੇ ਮੇਰਾ ਕੰਮ ਹੈ ਬ੍ਰੇਕਾਂ ਲਾਉਣੀਆਂ ਫਾਈਲਾਂ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊਗੀ ਕਿ ਅਰਵਿੰਦ ਕੇਜਰੀਵਾਲ ਹੋਰੀ ਐਵੇਂ ਤੱਤੇ ਨਹੀਂ ਹੋਏ। ਉਹ ਦਿੱਲੀ ਦੀਆਂ ਨਿਗਮ ਚੋਣਾਂ ਜਿੱਤ ਕੇ ਤੱਤੇ ਹੋਏ ਆ। ਕੱਲ ਨੂੰ ਮੇਅਰ ਉਹਨਾਂ ਦਾ ਬਣਦਾ, ਕਿਸੇ ਹੋਰ ਦਾ ਬਣਦਾ, ਪਰ ਫਤਵਾ ਉਹਨਾਂ ਨੇ ਦਿੱਲੀ ਦੇ ਲੋਕਾਂ ਤੋਂ ਆਪਣੇ ਹੱਕ 'ਚ ਲਿਖਾ ਲਿਆ ਕਿ ਤੀਜੀ ਵਾਰੀ ਸਰਕਾਰ ਬਣੀ ਹੈ। ਲੋਕ ਸਭਾ ਦੀ ਇਲੈਕਸ਼ਨ ਚਾਹੇ ਸਾਰੀ ਹਾਰ ਗਏ, ਗੁਜਰਾਤ ਤੇ ਦੂਜੇ ਪਾਸੇ ਵੀ ਕੋਈ ਬਹੁਤਾ ਲੱਭਾ ਨਹੀਂ, ਹਿਮਾਚਲ ਦੇ ਵਿੱਚ, ਪਰ ਇਧਰਲੇ ਪਾਸੇ ਦਿੱਲੀ ਦੇ ਲੋਕਾਂ ਦਾ ਯਕੀਨ ਵਿਸ਼ਵਾਸ ਅਰਵਿੰਦ ਕੇਜਰੀਵਾਲ ਨਾਲ ਹੈਗਾ। ਨਹੀਂ ਤਾਂ ਉੱਥੇ ਕਾਂਗਰਸ ਵੀ ਸੀ, ਨਹੀਂ ਤਾਂ ਬੀਜੇਪੀ ਵੀ ਸਹੀ। ਲੋਕ ਵੋਟਾਂ ਪਾਉਣ ਨੂੰ ਤਾਂ ਪੰਜਾਬ ਵਾਂਗ ਕੀ ਪਤਾ ਹੁੰਦਾ ਕਿੱਧਰਲੇ ਪਾਸੇ ਪਾ ਜਾਣੀਆਂ। ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਤੇ ਹੀ ਹੈ। ਹੁਣ ਜਦੋਂ ਦੀ ਨਿਗਮ ਚੋਣ ਜਿੱਤੇ ਆ, ਜਦੋਂ ਦੀ ਉਹਨਾਂ ਦੀ ਪਾਰਟੀ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਕਰ ਗਈ ਹੈ, ਉਦੋਂ ਦੇ ਉਹ ਤਿੱਖੇ ਹੋਏ ਨੇ। ਹੁਣ ਉਹਨਾਂ ਨੇ ਜਿਸ ਤਰੀਕੇ ਕਿਹਾ, ਉਹਨਾਂ ਨੇ ਇੱਕ ਦੋਸ਼ ਲਾਇਆ। ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਦੀ ਹਰ ਸਟੇਟਮੈਂਟ ਦੇ ਵਿੱਚ ਲੋਕਾਂ ਨਾਲ ਕਨੈਕਸ਼ਨ ਹੁੰਦਾ ਹੈ, ਚਾਹੇ ਉਹ ਪੋਲੀਟੀਕਲ ਪੱਖ ਤੋਂ ਹੀ ਹੋਵੇ। ਉਹ ਕਹਿੰਦੇ ਸਾਡੇ ਬੱਚਿਆਂ ਤੋਂ ਪੜ੍ਹਾਈ ਖੋ ਰਹੇ ਆ LG ਸਾਹਿਬ। ਹੁਣ ਕਿਹੜਾ ਬੰਦਾ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਨਾ ਪੜ੍ਹੇ, ਕਿਹੜਾ ਬੰਦਾ ਨਹੀਂ ਚਾਹੁੰਦਾ ਕਿ ਭਾਈ ਮੇਰਾ ਬੱਚਾ ਚੰਗੇ ਸਕੂਲ 'ਚ ਪੜ੍ਹੇ ਤੇ ਉਹਨੂੰ ਬਾਅਦ 'ਚ ਚੰਗੀ ਨੌਕਰੀ ਮਿਲੇ, ਚੰਗੀ ਪੋਜੀਸ਼ਨ ਤੇ ਪੁੱਜੇ। ਉਸ ਗੱਲ ਨੂੰ ਬਹੁਤ ਰੇਖਾਂਕਿਤ ਕਰਕੇ, ਅੰਡਰਲਾਈਨ ਕਰਕੇ, ਉਹਦੇ ਥੱਲੇ ਲਾ ਕੇ ਲਾਈਨ ਲਕੀਰ, ਫਿਰ ਕਿਆ ਕਹਿੰਦੇ ਜੀ ਸਾਡੇ ਬੱਚਿਆਂ ਦੀ ਪੜ੍ਹਾਈ ਰੋਕ ਰਿਹਾ ਸੀ। ਕਹਿੰਦੇ ਫਿਨਲੈਂਡ ਭੇਜਣੇ ਸੀ, ਹੋਰ ਕਈ ਦੇਸ਼ਾਂ ਦੇ ਵਿੱਚ ਅਧਿਆਪਕ ਭੇਜਣੇ ਸੀ ਜਿਨ੍ਹਾਂ ਨੇ ਟ੍ਰੇਨਡ ਹੋ ਕੇ ਆ ਕੇ ਇੱਥੇ ਵਧੀਆ ਤਰੀਕੇ ਦੇ ਨਾਲ ਪੜ੍ਹਾਉਣਾ ਸੀ। ਫਾਈਲ ਤੇ ਸਾਈਨ ਹੀ ਨਹੀਂ ਕੀਤੇ। ਬਾਕੀ ਸੰਧਾਲੀਆ ਸਾਹਿਬ, ਮੈਨੂੰ ਇਹ ਲੱਗਦਾ ਕਿ ਚਾਹੇ ਅਦਾਲਤ, ਚਾਹੇ ਕੇਂਦਰ ਦੀ ਸਰਕਾਰ, ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ ਸਾਹਿਬ, ਉਹ ਜ਼ਰੂਰ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਕਹਾਣੀ ਕਰ ਦੇਣ ਕਿ ਭਾਈ ਅਧਿਕਾਰ ਅਸਲ ਦੇ ਵਿੱਚ ਹੈ ਕਿਹੜਾ ਕਿਹਦਾ। ਨਹੀਂ ਤਾਂ ਇਹਨਾਂ ਨੇ ਆਪਸ ਵਿੱਚ ਹੀ ਫਸੇ ਰਹਿਣਾ। ਕਦੇ ਹੁਣ ਕੇਜਰੀਵਾਲ ਸਾਹਿਬ ਮਾਰਚ ਕਰਦੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਲੈ ਕੰਮ ਕਰਨੀ ਯਾਰ। ਉਹ ਨਹੀਂ ਗੱਲ ਠੀਕ ਹੈ ਬਿਲਕੁਲ, ਪਰ ਮੈਨੂੰ ਲੱਗਦਾ ਵੀ ਜਿਹੜੀ ਗੱਲ ਉਹ ਕਹਿੰਦੇ ਵੀ ਮੈਨੂੰ LG ਸਾਹਿਬ ਨੇ ਕਿਹਾ ਵੀ ਤੁਸੀਂ ਵੇਖਿਓ ਵੀ ਲੋਕ ਸਭਾ ਸੀਟ ਜਿਹੜੀ ਹੈ, ਸੀਟ ਤੁਹਾਨੂੰ ਇੱਕ ਨਹੀਂ ਜਿੱਤਣ ਦੇਣੀ। ਕਹਿੰਦੇ ਵੀ ਇਦਾਂ ਉਹ ਕਹਿ ਨਹੀਂ ਸਕਦੇ, ਹੁਣ ਪਤਾ ਨਹੀਂ ਕਿਹਾ ਕਿ ਨਹੀਂ ਕਿਹਾ। ਦੂਜੀ ਗੱਲ ਜੋ ਕਹਿੰਦੇ ਵੀ ਦੇਖੋ ਜੀ ਸਮਾਂ ਬਦਲਦਾ LG ਸਾਹਿਬ, ਅੱਜ ਤੁਸੀਂ ਇੱਥੇ LG ਹੋ ਜੀ, ਤੇ ਜਿਨ੍ਹਾਂ ਨੇ ਤੁਹਾਨੂੰ ਲਾਇਆ LG, ਉਸ ਕੇਂਦਰ ਸਰਕਾਰ ਦੇ ਵਿੱਚ ਅੱਜ ਕੋਈ ਹੋਰ ਪਾਰਟੀ ਆ, ਕੀ ਪਤਾ ਕਹਿੰਦੇ ਕੱਲ ਨੂੰ ਸਾਡੀ ਨਹੀਂ ਸਰਕਾਰ ਉੱਥੇ ਆ ਜਾਣੀ, ਤੁਸੀਂ ਹਿਸਾਬ ਲਾ ਲਓ, ਹੈ ਨਾ। ਤੇ ਫਿਰ LG ਅਸੀਂ ਲਾਵਾਂਗੇ ਦਿੱਲੀ 'ਚ,
ਫਿਰ ਕਹਿੰਦੇ ਭਾਵੇਂ ਦਿੱਲੀ 'ਚ ਸਾਡੀ ਸਰਕਾਰ ਹੋਵੇ, ਭਾਵੇਂ ਕਾਂਗਰਸ ਦੀ, ਭਾਵੇਂ ਕਿਸੇ ਹੋਰ ਦੀ, ਪਰ ਅਸੀਂ ਲੋਕਾਂ ਦੇ ਕੰਮ ਰੋਕਣ ਦੇ ਲਈ ਐਲਜੀ ਨੂੰ ਨਹੀਂ ਕਹਾਂਗੇ। ਦੇਖੋ ਇਹ ਵੀ ਘੁਮਾ ਕੇ ਗੱਲ ਲੋਕਾਂ ਦੇ ਲਾਏ ਵੀ ਲੋਕਾਂ ਦੇ ਕੰਮ ਰੋਕਣ ਲਈ ਅਸੀਂ ਐਲਜੀ ਨੂੰ ਨਹੀਂ ਕਹਾਂਗੇ ਜੇ ਕਿਤੇ ਸਾਡੀ ਸਰਕਾਰ ਵੀ ਆ ਗਈ। ਹੁਣ ਤੁਸੀਂ ਦੇਖੋ ਵੀ ਜੇ ਦਾਵਾ ਇਸ ਲੈਵਲ ਦਾ ਉਹ ਕਰ ਸਕਦੇ ਆ ਵੀ ਯਾਰ ਕੀ ਪਤਾ ਕੱਲ ਨੂੰ ਕੇਂਦਰ 'ਚ ਸਾਡੀ ਸਰਕਾਰ ਨਹੀਂ ਆ ਜਾਣੀ, ਕੁਛ ਨਾ ਕੁਛ ਉਹਨਾਂ ਨੂੰ ਦੀਦਾ ਹੀ ਆ, ਤੇ ਤਾਂ ਹੀ ਅਗਲੇ ਹੈਦਰਾਬਾਦ ਤੁਰੇ ਫਿਰਦੇ ਰੈਲੀਆਂ 'ਚ। ਨਹੀਂ ਦੇਖੋ, ਮੈਂ ਤਾਂ ਕਹਿੰਦਾ ਭਗਵੰਤ ਮਾਨ ਸਾਹਿਬ ਦਾ ਵੀ ਸੂਤ ਆਇਆ, ਨੈਸ਼ਨਲ ਲੀਡਰ ਬਣ ਚੱਲੇ ਆ। ਗੁਜਰਾਤ ਦੇ ਵਿੱਚ ਪ੍ਰਚਾਰ ਕਰਨ ਉਹ ਜਾਣ, ਹਿਮਾਚਲ 'ਚ ਪ੍ਰਚਾਰ ਕਰਨ ਉਹ ਜਾਣ, ਦਿੱਲੀ 'ਚ ਪ੍ਰਚਾਰ ਕਰਨ ਉਹ ਜਾਣ, ਹਰਿਆਣੇ 'ਚ ਬਾਈ ਇਲੈਕਸ਼ਨ ਹੋਵੇ ਉੱਥੇ ਉਹ ਜਾਣ। ਅਜੇ ਇਲੈਕਸ਼ਨ ਅਨਾਉਂਸ ਵੀ ਨਹੀਂ, ਹੈਦਰਾਬਾਦ ਦੇ ਵਿੱਚ ਜਾ ਕੇ ਕੱਟ ਆਊਟ ਲੱਗੇ ਉਹ ਭਗਵੰਤ ਮਾਨ ਦੇ, ਕੋਈ ਛੋਟੀ ਗੱਲ ਥੋੜੀ ਹੈ। ਬਾਕੀ ਜਦੋਂ ਭਗਵੰਤ ਮਾਨ ਸਾਹਿਬ ਦਾ ਜ਼ਿਕਰ ਆਇਆ ਤਾਂ ਜ਼ੀਰਾ ਸ਼ਰਾਬ ਫੈਕਟਰੀ ਮਾਲਬਰੋਜ਼ ਉਹ ਚੇਤੇ ਆ ਗਈ। 177 ਦਿਨਾਂ ਤੋਂ ਲੋਕ ਬੈਠੇ ਸੀ ਫੈਕਟਰੀ ਦੇ ਮੂਹਰੇ ਦਰੀਆਂ ਵਿਛਾ ਕੇ ਕਿ ਭਾਈ ਫੈਕਟਰੀ ਚੱਲਦੀ ਹੈ, ਧੂਆਂ ਬਹੁਤ ਹੈ, ਪਾਣੀ ਅਨਟ੍ਰੀਟਡ ਬੋਰ ਕਰਕੇ ਥੱਲੇ ਪਾਈ ਜਾਂਦੇ ਆ, ਸਾਨੂੰ ਚਮੜੀ ਦੇ ਰੋਗ ਲੱਗ ਗਿਆ, ਸਾਨੂੰ ਕੈਂਸਰ ਦੇ ਰੋਗ ਲੱਗ ਗਿਆ, ਫੈਕਟਰੀ ਬੰਦ ਕਰੋ। 177 ਦਿਨ ਬਹੁਤ ਲੰਬਾ ਸਮਾਂ ਹੁੰਦਾ। ਮੁੱਖ ਮੰਤਰੀ ਸਾਹਿਬ ਦਾ ਟਵੀਟ ਆ ਗਿਆ। ਜਦੋਂ ਹੁਣ ਮਾਮਲਾ ਅਦਾਲਤ 'ਚ ਹੈ, ਅਦਾਲਤ ਦੀ ਕਮੇਟੀ ਆਣ ਕੇ ਗਵਾਹੀਆਂ ਲੈ ਰਹੀ ਹੈ, ਉਹਨਾਂ ਨੇ ਥਾਂ ਥਾਂ ਤੋਂ ਨਮੂਨੇ ਲਏ ਆ, ਅਚਾਨਕ ਟਵੀਟ ਆਉਂਦਾ, ਉਹ ਕਹਿੰਦੇ ਜੀ ਅਸੀਂ ਸਲਾਹ ਮਸ਼ਵਰਾ ਕਰ ਲਿਆ ਤੇ ਅਸੀਂ ਹੁਣ ਇੰਨੇ ਕੁ ਜੋਗੇ ਹੈਗੇ ਆ ਕਿ ਇਹ ਸ਼ਰਾਬ ਫੈਕਟਰੀ ਬੰਦ ਕਰ ਸਕੀਏ, ਇਸ ਕਰਕੇ ਜ਼ੀਰਾ ਸ਼ਰਾਬ ਫੈਕਟਰੀ ਤੁਰੰਤ ਪ੍ਰਭਾਰ ਤੋਂ ਕਹਿੰਦੇ ਬੰਦ ਹੋਏਗੀ। ਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਪੰਜਾਬ ਦਾ ਪਾਣੀ, ਪੰਜਾਬ ਦੀ ਹਵਾ ਖਰਾਬ ਕਰਨ ਦੀ ਆਗਿਆ ਕਿਸੇ ਨੂੰ ਨਹੀਂ, ਜਿਹਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਉੱਤੇ ਅਸੀਂ ਠੋਕ ਵਜਾ ਕੇ ਕਾਰਵਾਈ ਕਰਨੀ ਹੈ। ਉਧਰੋਂ ਭਗਵੰਤ ਮਾਨ ਸਾਹਿਬ ਦਾ ਇਹ ਟਵੀਟ ਆਇਆ, ਉਧਰ ਫਿਰ ਜਿਹੜਾ ਸਾਂਝੇ ਮੋਰਚੇ ਨੇ ਆਪਣਾ ਪ੍ਰੋਗਰਾਮ ਦਿੱਤਾ ਸੀ ਉਹ ਜ਼ੀਰੇ ਵਾਲੀ ਸ਼ਰਾਬ ਫੈਕਟਰੀ ਦੇ ਸਾਹਮਣੇ, ਉੱਥੇ ਢੋਲ ਤੇ ਡਗਾ ਲੱਗ ਗਿਆ, ਉੱਥੇ ਭੰਗੜੇ ਪੈਣ ਲੱਗ ਪਏ। ਠੰਡ ਬੜੀ ਹੈ, ਬਜ਼ੁਰਗ ਬਾਬੇ ਨੀਲੀਆਂ ਚਿੱਟੀਆਂ ਡੱਬੀਆਂ ਵਾਲੀ ਖੇਸੀਆਂ ਲਈਆਂ ਆ, ਜਿੰਨਾ ਕੁ ਬਾਂਹ ਤਾਂ ਨੂੰ ਹੁੰਦੀ ਓਨਾ ਹੀ ਚੱਕ ਕੇ ਭੰਗੜਾ ਪਾਉਂਦੇ ਆ। ਹਾਂ, ਸਾਰਿਆਂ ਨੇ ਕਿਹਾ ਭਗਵੰਤ ਮਾਨ ਸਾਹਿਬ ਦਾ ਧੰਨਵਾਦ, ਭਾਵੇਂ ਕਿ ਉਹਨਾਂ ਨੇ ਦੇਰੀ ਕਰ ਦਿੱਤੀ ਹੈ, ਪਰ ਲੋਕ ਮੋਰਚਾ ਜਿੱਤ ਗਏ ਜੀ। ਮੋਰਚਾ ਜਿੱਤ ਕੇ ਬਸ ਆ ਦੇਰੀ ਵਾਲੀ ਗੱਲ ਬਾਹਲੀ ਚਰਚਾ 'ਚ ਹੈ। ਕੁਛ ਹੁਣ ਜਿੰਨੀਆਂ ਕੁ ਵੀ ਪੋਲੀਟੀਕਲ ਪਾਰਟੀਆਂ ਦੇ ਮੈਂ ਬਿਆਨ ਦੇਖਦਾ ਸੀਗਾ, ਉਹਦੇ 'ਚ ਬਹੁਤਾ ਕਰਕੇ ਸਾਰੇ ਕੁਛ ਨੂੰ ਜੋੜਿਆ ਜਾ ਰਿਹਾ ਜਲੰਧਰ ਵਾਲੀ ਜ਼ਿਮਨੀ ਚੋਣ ਨਾਲ, ਵੀ ਚੌਧਰੀ ਸੰਤੋਖ ਸਿੰਘ ਹੋਰਾਂ ਦਾ ਦੇਹਾਂਤ ਹੁੰਦਾ, ਉਹ ਸੀਟ ਖਾਲੀ ਹੁੰਦੀ ਹੈ, ਪਤਾ ਹੀ ਹੈ ਵੀ ਜ਼ਿਮਨੀ ਚੋਣ ਹੋਣੀ ਹੈ, ਤੇ ਵੀ ਜ਼ਿਮਨੀ ਚੋਣ ਜਿਹੜੀ ਹੈ ਜੀ ਉਹਦੇ ਵਿੱਚ ਕੋਈ ਮੁੱਦਾ ਨਾ ਬਣੇ, ਕੋਈ ਧਰਨਾ ਨਾ ਲੱਗੇ, ਜਾਂ ਕੋਈ ਇਹੋ ਜਿਹੀ ਗੱਲ ਨਾ ਰੜਕਦੀ ਰਹਿ ਜੇ, ਵੀ ਉਹ ਸਾਰੀਆਂ ਗੱਲਾਂ ਨੂੰ ਕਲੀਅਰ ਕਰਨ ਦੇ ਲਈ ਜਿਹੜੀ ਸਰਕਾਰ ਹੈ ਜੀ ਉਹਨੇ ਇਹ ਫੈਸਲਾ ਲਿਆ। ਨਹੀਂ ਤੇ ਇਸ ਤੋਂ ਪਹਿਲਾਂ ਵੀ ਫੈਸਲਾ ਲਿਆ ਜਾ ਸਕਦਾ ਹੈ। ਹੁਣ ਜਿਹੜੀ ਗੱਲ ਉਹ ਇਸ ਤਰ੍ਹਾਂ ਕਹਿੰਦੇ ਆ, ਮੈਨੂੰ ਲੱਗਦਾ ਵੀ ਅਜੇ ਤੱਕ ਕੋਈ ਕਾਊਂਟਰ ਆਮ ਆਦਮੀ ਪਾਰਟੀ ਵਾਲੇ ਪਾਸੋਂ ਕੀਤਾ ਨਹੀਂ ਜਾ ਸਕਿਆ। ਕੋਈ ਗੱਲ ਵੀ ਕਿਤੇ ਨਾ ਕਿਤੇ ਠੀਕ ਲੱਗਦੀ ਹੈ ਵੀ ਜੇ ਇੰਨੇ ਚਿਰ ਦਾ ਉਹ ਕੰਮ ਚੱਲਦਾ ਸੀ ਤੇ ਇਹੀ ਕੰਮ ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਜਦੋਂ ਦੇਰੀ ਹੋ ਜਾਵੇ ਤੇ ਫਿਰ ਗੱਲ ਉਹ ਬਣਦੀ ਨਹੀਂ। ਦੂਜੀ ਗੱਲ ਮੈਂ ਇਹ ਸੋਚਦਾ ਸੀਗਾ ਕਿ ਵੀ ਜੇ ਮੰਨ ਲਓ ਵੀ ਇਹ ਫੈਸਲਾ, ਇਹ ਡਿਸੀਜਨ ਹੋ ਗਿਆ, ਤੇ ਇਹਦੇ ਜਿਹੜੀ ਇੱਕ ਵੱਖਰੀ ਚਰਚਾ ਚੱਲਦੀ ਆ ਕਿ ਵੀ ਜਦੋਂ ਮੇਰਾ ਖਿਆਲ ਜਿਹੜੀ ਹੈਗੀ ਆ ਫੈਕਟਰੀ, ਉਹਦੇ ਵਕੀਲ ਸਾਹਿਬ ਕਹਿੰਦੇ ਸੀ ਵੀ ਮਹਾਰਾਜ ਇਸ ਤਰ੍ਹਾਂ ਹੁੰਦਾ ਨਹੀਂ ਆਮ ਤੌਰ ਤੇ, ਵੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੋਟਿਸ ਕੱਢਦੀ ਹੁੰਦੀ ਆ, ਪੁੱਛਦੇ ਹੁੰਦੇ ਆ ਵੀ ਆਹ ਦੇਖੋ ਜੀ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਆਹ ਕੰਮ ਕਰਨਾ ਪੈਣਾ, ਹੋਰ ਸਾਡੇ ਕੋਲੇ ਚੋਇਸ ਕੋਈ ਨਹੀਂ ਹੈਗੀ, ਤੇ ਵੀ ਉਹ ਕਹਿੰਦੇ ਵੀ ਸਾਨੂੰ ਦੱਸਿਆ ਨਹੀਂ, ਇਸ ਕਰਕੇ ਸਾਡੇ ਕੋਲੇ ਕਾਨੂੰਨੀ ਰਾਹ ਖੁੱਲ੍ਹੇ ਨੇ। ਮੈਨੂੰ ਲੱਗਦਾ ਵੀ ਇਹ ਨਾ ਹੋਵੇ ਵੀ ਕੱਲ ਨੂੰ ਇਹ ਵੀ ਜਿਹੜਾ ਫੈਸਲਾ ਉਹ ਕਿਸੇ ਕਾਨੂੰਨੀ ਪਚੜੇ 'ਚ ਫਸ ਜਾਵੇ ਤੇ ਉੱਥੇ ਜਾ ਕੇ ਜਿੱਦਾਂ ਪਿਛਲੇ ਦਿਨਾਂ 'ਚ ਉਹ ਦਾਅਵਾ ਕਰਦੀ ਸੀ ਫੈਕਟਰੀ ਜਾਂ ਉਹਦੇ ਮਾਲਕ ਕਿ ਵੀ ਆਹ ਦੇਖੋ ਜੀ ਸਾਡੇ ਤਾਂ ਸਾਰੇ ਹੀ ਸੈਂਪਲ ਪਾਸ ਨੇ, ਤੇ ਹੁਣ ਜਦੋਂ ਜੱਜ ਸਾਹਿਬ ਦੇ ਕੋਲ ਜਾ ਕੇ ਅਗਲੇ ਰੱਖਣਗੇ ਜੀ ਦੇਖੋ ਜੀ ਸਾਡੇ ਤਾਂ ਸਾਰੇ ਸੈਂਪਲ ਪਾਸ ਨੇ, ਉਹ ਐਨਜੀਟੀ ਦੀ ਗੱਲ ਕਰਦੇ ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਜਾਂ ਹੋਰਨਾਂ ਏਜੰਸੀਆਂ ਦੀ, ਵੀ ਉਹ ਏਜੰਸੀਆਂ ਸਾਨੂੰ ਗ੍ਰੀਨ ਸਿਗਨਲ ਦਿੰਦੀਆਂ ਵੀ ਤੁਸੀਂ ਤਾਂ ਪ੍ਰਦੂਸ਼ਣ ਕਰਦੇ ਨਹੀਂ, ਵੀ ਸਾਡੀ ਫੈਕਟਰੀ ਧੱਕੇ ਨਾਲ ਬੰਦ ਕਰਾਤੀ ਜੀ ਸਰਕਾਰ ਨੇ। ਮੈਨੂੰ ਆਇਆ ਵੀ ਜੇ ਹੁਣ ਇਹ ਫੈਸਲਾ ਲੈ ਲਿਆ ਤੇ ਉਹ ਸਾਰੇ ਕੁਛ ਦੇ ਲਈ ਸਬੂਤ, ਪ੍ਰੂਫ ਜਿਹੜੀਆਂ ਚੀਜ਼ਾਂ ਨੇ ਉਸ ਫੈਸਲੇ ਦੀ ਪ੍ਰੋੜਤਾ ਕਰਦੀ ਕਾਗਜ਼ ਪੱਤਰ, ਉਹ ਜ਼ਰੂਰ ਸਰਕਾਰ ਕਾਇਮ ਰੱਖੇ, ਨਾ ਹੋਵੇ ਕੱਲ ਨੂੰ ਉੱਥੇ ਕੰਮ ਵਿਗੜ ਜੇ। ਸੰਧਾਲੀਆ ਸਾਹਿਬ, ਪਹਿਲੀ ਗੱਲ ਕਿ ਅਦਾਲਤ ਇਹ ਕਹਿ ਦੂ ਕਿ ਨਹੀਂ ਜੀ ਪਹਿਲਾਂ ਵਰਗੀ ਸਥਿਤੀ ਬਹਾਲ ਰੱਖੋ, ਫੈਕਟਰੀ ਬੰਦ ਪਈ ਹੈ, ਜਿੱਦਾਂ ਦਾ ਧਰਨਾ ਚੱਲਦਾ ਫੈਕਟਰੀ ਤਾਂ ਚੱਲੀ ਨਹੀਂ। ਜੇ ਤਾਂ ਫੈਕਟਰੀ ਨੂੰ ਦੁਬਾਰਾ ਚਾਲੂ ਰੱਖ ਕੇ ਕੇਸ ਚੱਲਿਆ ਫਿਰ ਤਾਂ ਹੋ ਸਕਦਾ ਕਿ ਭਾਈ ਇਹਦੇ ਤੇ ਅਸਰ ਪਵੇ, ਨਹੀਂ ਤਾਂ ਦੇਖੋ ਮੈਨੂੰ ਐਂ ਲੱਗਦਾ ਕਿ ਜੇ ਤਾਂ ਸਰਕਾਰ ਦੇ ਨੁਮਾਇੰਦੇ ਸਿਆਣੇ ਆ ਫਿਰ ਉਹਨਾਂ ਨੇ ਕੋਈ ਨਾ ਕੋਈ ਤੱਥ, ਡਾਕੂਮੈਂਟ, ਕੋਈ ਨਾ ਕੋਈ ਇਦਾਂ ਦੀ ਰਿਪੋਰਟ ਕੋਲ ਜ਼ਰੂਰ ਰੱਖੀ ਹੋਊਗੀ ਫੈਕਟਰੀ ਬੰਦ ਕਰਨ ਤੋਂ ਪਹਿਲਾਂ, ਕਿਉਂਕਿ ਉਹਨਾਂ ਨੂੰ ਕਿਹੜਾ ਪਤਾ ਨਹੀਂ ਕਿ ਫੈਕਟਰੀ ਦੇ ਪ੍ਰਬੰਧਕਾਂ ਨੇ ਅਦਾਲਤ ਜਾਣਾ ਹੈ, ਕਿ ਉਹਨਾਂ ਨੇ ਜਾ ਕੇ ਕਹਿਣਾ ਹੀ ਆ ਜੀ ਆ ਸਰਕਾਰ ਨੇ ਗਲਤ ਕੀਤਾ, ਪਹਿਲਾਂ ਸਾਡੇ ਜਿਹੜੇ ਆ ਉਹ ਵਿਰੋਧ 'ਚ ਨਹੀਂ ਸੀ ਭੁਗਤਦੇ। ਦੂਸਰਾ, ਸੰਧਾਲੀਆ ਸਾਹਿਬ ਫੈਕਟਰੀ ਅਦਾਲਤ 'ਚ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਉਹ ਬਾਅਦ ਦੀ ਗੱਲ ਹੈ। ਇੱਕ ਗੱਲ ਜਿਹੜੀ ਪੰਜਾਬ ਦੇ ਲੋਕਾਂ ਨੂੰ ਬਹੁਤ ਸ਼ਿੱਦਤ ਦੇ ਨਾਲ ਸਮਝਣੀ ਪਊਗੀ, ਸੰਧਾਲੀਆ ਸਾਹਿਬ 2 ਸਾਲਾਂ 'ਚ 2 ਅੰਦੋਲਨ ਪੰਜਾਬ ਦੇ ਲੋਕਾਂ ਨੇ ਜਿੱਤੇ ਆ, ਇੱਕ ਕਿਸਾਨ ਤੇ ਇੱਕ ਇਹ ਅੰਦੋਲਨ। ਹੁਣ ਜਿਹੜਾ ਕਿਸਾਨ ਅੰਦੋਲਨ ਸੀ ਉਹਦਾ ਤੇ ਇਹਦੇ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਨੇ, ਸਮਾਨਤਾਵਾਂ ਨੇ, ਸਿਮਿਲੈਰਿਟੀਜ਼। ਸਮਾਨਤਾਵਾਂ ਕਿੱਥੇ ਨੇ? ਜਿੰਨੇ ਵੀ ਅੱਜ ਤੱਕ ਸੰਘਰਸ਼, ਜਿੰਨੇ ਵੀ ਅੱਜ ਤੱਕ ਮੁੱਦੇ
ਤੁਸੀਂ ਚੱਕੇ ਲੀਡਰਾਂ ਨੇ, ਪੰਜਾਬ ਦੇ ਲੀਡਰਾਂ ਨੇ, ਇੱਕ ਮੁੱਦਾ, ਇੱਕ ਸੰਘਰਸ਼ ਸਿਰੇ ਲੱਗ ਗਿਆ ਹੋਵੇ, ਜਿੱਤ ਹੋ ਗਿਆ ਹੋਵੇ, ਮੈਨੂੰ ਦੱਸ ਦਿਓ। SYL, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਭਾਸ਼ਾ, ਇਹ ਵੋ ਖੂੰ ਖਾਂ ਪਤਾ ਨਹੀਂ ਕੀ, ਅਸੀਂ ਨਸ਼ੇ ਦੇ ਖਿਲਾਫ ਮੁਹਿੰਮ ਚਲਾਤੀ, ਸਿਆਸੀ ਪਾਰਟੀਆਂ ਨੇ ਅੱਡ, ਸਰਕਾਰਾਂ ਨੇ ਅੱਡ, ਅਸੀਂ ਜੀ ਹੁਣ ਵਹਿਮਾਂ ਭਰਮਾਂ ਦੇ ਖਿਲਾਫ ਚਲਾਤੀ, ਅਸੀਂ ਜੀ ਹੁਣ ਸਾਧ ਦੇ ਖਿਲਾਫ ਚਲਾਤੀ। ਇੱਕ ਵੀ ਮਸਲਾ ਜਿਹੜਾ ਕਿ ਤੁਸੀਂ ਸਿਆਸਤਦਾਨ ਜਿਹਦੇ ਚ ਕੁੱਦ ਜਾਂਦੇ ਹੋ, ਚਾਹੇ ਤੁਸੀਂ ਪਹਿਲ ਕਰੋ, ਚਾਹੇ ਤੁਸੀਂ ਬਾਅਦ ਚ ਛਾਲ ਮਾਰਾ ਕੇ ਆ ਕੇ ਵਿੱਚ ਵੜ ਜਾਓ, ਸਟੇਜ ਤੇ ਚੜ ਜਾਓ, ਉਹ ਖਤਮ ਫਨਾ। ਪੰਜਾਬ ਦੇ ਲੋਕ ਇਹ ਸੱਚ ਸਮਝਣ। ਜਿੱਥੇ ਪੰਜਾਬ ਦੇ ਲੋਕ ਸਿਆਸਤਦਾਨਾਂ ਨੂੰ ਨੇੜੇ ਨਹੀਂ ਢੁੱਕਣ ਦਿੰਦੇ, ਕਨਾਤ ਚ ਨਹੀਂ ਵੜਨ ਦਿੰਦੇ, ਹੁੰਦਾ ਨਾ ਇੱਕ ਲੱਗਾ ਹੈ ਉਧਰਲੇ ਪਾਸੇ ਬਾਂਸ ਤੇ ਐ ਬੰਨੇ ਹੁੰਦੇ ਦੋਨੇ ਪੱਲੇ, ਕਈਆਂ ਨੂੰ ਆਦਤ ਹੁੰਦੀ, ਤੁਹਾਡੇ ਵਰਗਿਆਂ ਨੂੰ ਖੋਲ ਕੇ ਉਹਦੇ ਵਿੱਚ ਦੀ ਆਉਣਾ। ਐਤਕੀ ਦੋਨੇ ਹੀ ਮਸਲਿਆਂ ਚ, ਜ਼ੀਰੇ ਵਾਲੀ ਫੈਕਟਰੀ ਮੋਰੇ ਸੰਘਰਸ਼ ਚ, ਕਿਸਾਨ ਅੰਦੋਲਨ ਚ, ਇੱਕ ਇੱਕ ਪਹਿਰੇਦਾਰ ਉੱਥੇ ਜ਼ਰੂਰ ਰੱਖਿਆ ਕਿ ਇਹਨਾਂ ਨੇ ਵੜਨਾ ਹੀ ਅੰਦਰ। ਇੱਥੇ ਕੋਈ ਲੀਡਰ ਨਹੀਂ ਵੜਨ ਦਿੱਤਾ, ਨਾ ਸਟੇਜ ਤੇ, ਨਾ ਕੋਈ ਵੜਿਆ। ਇਹ ਵੀ ਮੈਂ ਗੱਲ ਦੱਸਦੇ ਆ, ਤੁਸੀਂ ਵੜੇ ਨਹੀਂ ਉੱਥੇ। ਜਾਣਾ ਕੀ ਕਰਨ ਸੀ? 2-4-5 ਜਣੇ ਗਏ ਨੇ। ਹੁਣ ਉੱਥੇ ਦੇਖੋ ਸੰਧਾਲੀਆ ਸਾਹਿਬ, 177 ਦਿਨ ਜੁਲਾਈ ਚ ਜਦੋਂ ਮੱਛਰ ਕੰਨ ਦੇ ਲੋੜੇ ਪੀ ਕਰਦਾ ਫਿਰਦਾ ਸੀ, ਗਿੱਟੇ ਖਾਂਦਾ ਸੀ, ਬਾਹਾਂ ਤੇ ਮੱਛਰ ਦੰਦੀਆਂ ਵੜਦਾ ਸੀ, ਉਦੋਂ ਪੰਜਾਬ ਦੇ ਲੋਕ ਉੱਥੇ ਦਰੀ ਤੇ ਬੈਠੇ। ਜਦੋਂ ਪੂਰਾ ਸਿਆਲ ਆ ਗਿਆ ਤੇ थोड़े मेरे वर्गे टीवी पे बैठ के कहते सी इस बार पंजाब में बहुत ज्यादा सर्दी पड़ रही है, ठंडी पड़ रही है, शीत लहर का प्रकोप शिखर पर पहुंचा हुआ है, ठिठुरती हुई ठंड में लोग जी नहीं पा रहे हैं। उदों साडे बुजुर्ग, साडे नौजवान, साडियां माइयां डब्बियां वालियां खेसियां लैके इस जीरे वाली शराब फैक्ट्री दे मूहरे दरियां बिछा के बैठियां रहियां। उदों भी जदों सैकड़े पुलिस वाले ਵੱਖ-ਵੱਖ ਜ਼ਿਲ੍ਹਿਆਂ ਤੋਂ ਉੱਥੇ ਭੇਜ ਦਿੱਤੇ ਗਏ, ਜਦੋਂ ਪਹਿਲਾ ਜਿਹੜਾ ਮੋਰਚਾ ਲੱਗਿਆ ਸੀ, ਕਿਉਂਕਿ 2 ਜਗ੍ਹਾ ਤੇ ਟੈਂਟ ਸੀ, ਉਹ ਪੱਟ ਦਿੱਤਾ ਗਿਆ, ਰਾਹ ਖਾਲੀ ਕਰਾਤਾ, ਬੈਰੀਕੇਡ ਲਾਤੇ ਕਿ ਭਾਈ ਕੋਈ ਸਕੂਟਰ ਮੋਟਰਸਾਈਕਲ ਕਾਰ ਜਾਵੇ ਹੀ ਨਾ। ਲੋਕ ਬੰਨਿਆਂ ਤੋਂ ਦੀ ਤੁਰ ਕੇ ਆਏ। ਉਹਦਾ ਕਾਰਨ ਕੀ ਸੀ ਕਿ ਜਦੋਂ ਕੋਈ ਲੀਡਰ, ਕਿਉਂਕਿ ਪੰਜਾਬ ਨੂੰ ਚੱਜ ਦੇ ਲੀਡਰ ਨਹੀਂ ਮਿਲੇ, ਉਹਨਾਂ ਨੂੰ ਲੀਡਰ ਜਿਹੜਾ ਹੁੰਦਾ ਉਹਦੀ ਇੱਕ ਧਿਰ ਹੁੰਦੀ ਹੈ, ਉਹਦੇ ਕੋਲੇ ਇੱਕ ਆਪਣਾ ਸਵਾਰਥ ਹੁੰਦਾ ਹੈ, ਇੱਕ ਆਪਣੀ ਮਨਸ਼ਾ ਹੁੰਦੀ ਕਿ ਮੈਂ ਆਹ ਕਰਨ, ਮੈਨੂੰ ਆਹ ਮਿਲ ਜੂ। ਪਰ ਜਿਹੜੇ ਲੋਕ 177 ਦਿਨ ਜ਼ੀਰੇ ਵਾਲੀ ਸ਼ਰਾਬ ਫੈਕਟਰੀ ਦੇ ਮੂਹਰੇ ਬੈਠੇ ਸੀ, ਨਾ ਉਹਨਾਂ ਟਿਕਟ ਲੈਣੀ ਸੀ, ਨਾ ਉਹ ਪੱਕੇ ਹੋਣ ਨੂੰ ਬੈਠੇ ਸੀ, ਨਾ ਉਹ ਨੌਕਰੀ ਲੈਣ ਨੂੰ ਬੈਠੇ ਸੀ, ਨਾ ਉਹਨਾਂ ਨੇ ਪੈਨਸ਼ਨ ਲੈਣੀ ਸੀ, ਨਾ ਉਹਨਾਂ ਨੇ ਪੋਸਟਰਾਂ ਤੇ ਫੋਟੋ ਲਵਾਉਣੀਆਂ ਸੀ। ਸੰਧਾਲੀਆ ਸਾਹਿਬ ਉਹ ਬੈਠੇ ਸੀ ਪੰਜਾਬ ਦਾ ਭਵਿੱਖ ਬਚਾਉਣ ਨੂੰ, ਉਹ ਬੈਠੇ ਸੀ ਇਲਾਕੇ ਦੇ ਵਿੱਚ ਜਿਹੜੇ ਕੈਂਸਰ, ਚਮੜੀ ਦੇ ਰੋਗ ਹੁੰਦੇ ਉਹਨੂੰ ਬਚਾਉਣ ਲਈ। ਇਸ ਕਰਕੇ ਉਹਨਾਂ 'ਚ ਏਕਾ ਰਿਹਾ, ਉਹ ਟੁੱਟੇ ਨਹੀਂ। ਪਰਚੇ ਹੋਏ, ਬੰਦੇ ਥਾਣਿਆਂ 'ਚ ਧੱਕੇ, ਬੰਦਿਆਂ ਦੇ ਲਾਠੀਆਂ ਪਈਆਂ, ਬੰਦੇ ਜੇਲ੍ਹਾਂ 'ਚ ਡੱਕੇ, ਅਸਲੇ ਦੇ ਲਾਇਸੈਂਸ ਖਤਮ ਹੋ ਗਏ, ਨੋਟ ਘਰਾਂ 'ਚ ਛਾਪੇ ਪੈਂਦੇ ਸੀ ਪੁਲਿਸ ਦੇ। ਲੋਕ ਨਹੀਂ ਉੱਠੇ। ਮੈਂ ਕਹਿੰਦਾ ਕਿ ਅੱਜ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਵੀ ਕਹਿੰਦੇ ਆ ਸਰਕਾਰ ਐ ਕਰੇ, ਸਰਕਾਰ ਨੇ ਤਾਂ ਦੇਰੀ ਕੀਤੀ ਹੋਈ ਹੈ, ਫੈਸਲਾ ਪਹਿਲਾਂ ਚਾਹੀਦਾ ਸੀ। ਕੋਈ ਵਿਰੋਧੀ ਧਿਰ ਵਾਲਾ ਉੱਥੇ ਜਾ ਕੇ ਬੈਠਾ, ਅੱਗੇ ਤਾਂ ਕਹਿੰਦੇ ਹੁੰਦੇ ਸੀ ਨਹੀਂ ਜੀ ਸਾਨੂੰ ਆਉਣ ਨਹੀਂ ਦਿੱਤਾ, ਤੁਸੀਂ 2 ਕਿਲੋਮੀਟਰ ਪਰੇ ਦਰੀ ਵਿਛਾ ਲਓ, ਤੁਸੀਂ ਕਿਸੇ ਹੋਰ ਗੇਟ ਮੋਰੇ ਦਰੀ ਵਿਛਾ ਲਓ। ਅੱਜ ਤੱਕ ਕਿਉਂ ਨਾ ਇਦਾਂ ਹੋਇਆ? ਹੁਣ ਤੁਸੀਂ ਦੇਖੋ, ਡਾਕਟਰ ਰਾਜਕੁਮਾਰ ਵੇਰਕਾ ਕਾਂਗਰਸ ਦੇ ਬੰਦੇ ਬੀਜੇਪੀ ਚਲੇ ਗਏ, ਉਹ ਕਹਿੰਦੇ ਬੜਾ ਗਲਤ ਫੈਸਲਾ। ਇਹ ਕੀ ਕੀਤਾ ਭਗਵੰਤ ਮਾਨ ਸਾਹਿਬ ਨੇ ਫੈਸਲਾ? ਇਦਾਂ ਫੈਕਟਰੀਆਂ ਬੰਦ ਹੋਣ ਲੱਗ ਪਈਆਂ, ਪੰਜਾਬ 'ਚ ਬੱਚਿਆਂ ਨੂੰ ਰੁਜ਼ਗਾਰ ਕਿੱਦਾਂ ਮਿਲੂ? ਭਗਵੰਤ ਸਾਹਿਬ ਨੂੰ ਆਪਣੇ ਫੈਸਲੇ ਦਾ ਰਿਵਿਊ ਕਰਨਾ ਚਾਹੀਦਾ ਹੈ। ਕਹਿੰਦੇ ਜੀ ਉਹ ਠੀਕ ਕਰ ਦਿੰਦੇ। ਪੰਜਾਬ ਦੇ ਲੋਕ ਕਦੇ ਵੀ ਨਹੀਂ ਕਹਿੰਦੇ ਫੈਕਟਰੀ ਬੰਦ ਕਰੋ, ਜੇ ਫੈਕਟਰੀ 'ਚ ਉਹਨਾਂ ਦੇ ਨਿਆਣਿਆਂ ਨੇ ਕੰਮ ਕਰਨਾ। ਪਰ ਜੇ ਫੈਕਟਰੀ ਕੈਂਸਰ ਦਿੰਦੀ ਹੈ, ਸਾਹ ਦਾ ਰੋਗ ਦਿੰਦੀ ਹੈ, ਚਮੜੀ ਦਾ ਰੋਗ ਦਿੰਦੀ ਹੈ, ਸਾਡੇ ਪਸ਼ੂ, ਸਾਡੀਆਂ ਫਸਲਾਂ ਖਰਾਬ ਕਰਦੀ ਹੈ, ਫਿਰ ਤਾਂ ਇਦਾਂ ਹੋਊਗਾ ਕਿ ਸੰਧਾਲੀਆ ਸਾਹਿਬ ਜਿੰਨਾ ਤੁਸੀਂ ਦੂਰ ਰਹੋਗੇ ਅਸੀਂ ਓਨੇ ਤਕੜੇ। ਉਹ ਨਹੀਂ, ਐਵੇਂ ਕਹਿਣ ਦੀਆਂ ਗੱਲਾਂ, ਵੋਟਾਂ ਆ ਲੈਣ ਦਿਓ ਫਿਰ ਅਸੀਂ ਤੁਹਾਨੂੰ ਮਗਰ ਲਾ ਲੈਣਾ, ਐਤਕੀ ਲੱਗੇ ਹੀ ਆ। ਅੱਛਾ ਨਹੀਂ, ਇੱਕ ਗੱਲ ਹੋਰ ਮੈਂ ਜ਼ਿਕਰ ਕਰਾਂ। ਇੱਕ ਚੀਜ਼ ਮੈਨੂੰ ਲੱਗਦਾ ਵੀ ਇਸ ਅੰਦੋਲਨ ਦੀ ਜਿਹੜੀ ਹੋਰ ਵੇਖਣ ਵਾਲੀ ਆ, ਜਦੋਂ ਕਿਸਾਨ ਅੰਦੋਲਨ ਸੀ ਨਾ, ਵੀ ਉਦੋਂ ਵੀ ਉਹ ਚਿਹਰੇ ਸਾਹਮਣੇ ਆਏ ਜਿਨ੍ਹਾਂ ਨੂੰ ਪਹਿਲਾਂ ਕੋਈ ਨਹੀਂ ਸੀ ਜਾਣਦਾ ਜੀ। ਫਿਰ ਲੋਕਾਂ ਨੂੰ ਲੱਗਿਆ ਵੀ ਅੱਛਾ ਹੁਣ ਇਹ ਚਿਹਰੇ ਲੀਡਰ ਨੇ ਜੀ, ਇਹਨਾਂ ਨੇ ਹੁਣ ਅੱਗੇ ਆਉਣਾ। ਫਿਰ ਵੋਟਾਂ ਪਈਆਂ, ਵੋਟਾਂ 'ਚੋਂ ਕੁਛ ਲੋਕਾਂ ਨੂੰ ਵਹਿਮ ਹੋ ਗਿਆ ਵੀ ਅਸੀਂ ਹੁਣ ਲੀਡਰ ਹਾਂ। ਵੀ ਪੰਜਾਬ ਦੇ ਲੋਕਾਂ ਦਾ ਦੱਸਿਆ ਨਹੀਂ ਵੀ ਲੀਡਰ ਲੂਡਰ ਵਾਲੀ ਗੱਲ ਕੋਈ ਨਹੀਂ ਵੀਰ, ਉਹ ਇੱਕ ਮਸਲਾ ਸੀ, ਨਿਬੜ ਗਿਆ, ਤੁਸੀਂ ਹੁਣ ਆਪਣਾ ਕੰਮ ਕਰੋ। ਫਿਰ ਚਲੋ ਉਹਨਾਂ ਦੀ ਆਪਸੀ ਪਾਟੋ ਧਾੜ ਲੋਕਾਂ ਦੇਖ ਲਈ। ਜਦੋਂ ਆਪਾਂ ਇਸ ਮਸਲੇ ਦੇ ਵਿੱਚ ਦੇਖਦੇ ਹਾਂ, ਇੱਥੇ ਵੀ ਆਮ ਲੋਕ ਉੱਠੇ, ਉਹਨਾਂ ਦੇ ਵਿੱਚੋਂ ਫਿਰ ਕੁਝ ਲੀਡਰਾਂ ਦੇ ਰੂਪ ਦੇ ਵਿੱਚ ਅੱਗੇ ਲੱਗੇ, ਉਹਨਾਂ ਨੇ ਉਹ ਲੜਾਈ ਲੜੀ ਤੇ ਅਖੀਰ ਉਹ ਲੜਾਈ ਜਿੱਤ ਲਈ। ਹੁਣ ਤੁਸੀਂ ਇਹ ਦੇਖੋ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਆਪਾਂ ਆਮ ਤੌਰ 'ਤੇ ਲੀਡਰ ਸ਼ਬਦ ਐਵੇਂ ਮੈਨੂੰ ਹੀ ਬਦਨਾਮ ਕਰ ਛੱਡਦੇ ਉਹਦੇ ਵੀ ਜਿਹੜਾ ਲੀਡਰ ਸ਼ਬਦ ਹੈ ਨਾ, ਉਹ ਜਿੱਥੇ ਕਿਤੇ ਲੱਗ ਜਾਂਦਾ, ਜੇ ਤੇ ਉਹ ਇਮਾਨਦਾਰ ਆ ਫਿਰ ਤਾਂ ਉਹ ਤਣ ਪੱਤਣ ਲੱਗ ਜਾਂਦੀ ਹੈ ਗੱਲ। ਲੋਕ ਇਹ ਨਹੀਂ ਦੇਖਦੇ ਵੀ ਇਹਦੇ ਪਿੱਛੇ ਬੈਕਗਰਾਊਂਡ ਕੀ ਹੈ, ਇਹਦਾ ਦਾਦਾ, ਇਹਦਾ ਪੜਦਾਦਾ ਲੀਡਰ ਸੀ ਕਿ ਨਹੀਂ ਸੀ। ਤੇ ਜੇ ਮੰਨ ਲਓ ਵੀ ਜਿਹੜਾ ਲੀਡਰ ਹੈ ਉਹਦੇ ਪੈਸੇ ਦਾਦੇ ਪੜਦਾਦੇ ਤੋਂ ਲੀਡਰੀ ਤੁਰੀ ਆਉਂਦੀ ਹੈ, ਜੇ ਉਹ ਸੁਹਿਰਦ ਨਹੀਂ, ਜੇ ਉਹ ਇਮਾਨਦਾਰ ਨਹੀਂ, ਤੇ ਫਿਰ ਉਹਨੇ ਇਹੋ ਜਿਹਾ ਸੌਦਾ ਕਰ ਜਾਣਾ ਵੀ ਜਿਹੜਾ ਪੀੜ੍ਹੀਆਂ ਤਬਾਹ ਕਰ ਦਿੰਦਾ।
ਹੁਣ ਇੱਕ ਗੱਲ ਮੈਂ ਹੋਰ ਬੇਨਤੀ ਕਰਾਂ, ਜਿੱਦਾਂ ਚਲੋ ਰਾਜਕੁਮਾਰ ਵੇਰਕਾ ਸਾਹਿਬ ਕਹਿੰਦੇ, ਹੋਰ ਵੀ ਕੁਝ ਬੰਦੇ ਕਹਿਣਗੇ ਇਸ ਚੀਜ਼ ਨੂੰ ਵੀ ਹਾਂਜੀ ਇਸ ਤਰ੍ਹਾਂ ਤੇ ਪੰਜਾਬ 'ਚ ਇੰਡਸਟਰੀ ਕਿੱਦਾਂ ਆਊਗੀ। ਮੈਂ ਸੋਚਦਾ ਵੀ ਕੀ ਇੰਡਸਟਰੀ ਦੁਨੀਆ 'ਚ ਕਿਤੇ ਨਹੀਂ ਚੱਲਦੀ? ਆ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਿੱਥੇ ਇੰਨੀ ਇੰਡਸਟਰੀ ਆ, ਕੀ ਉੱਥੇ ਆ ਸ਼ਰਾਬਾਂ ਨਹੀਂ ਬਣਦੀਆਂ ਜਾਂ ਇਸ ਤੋਂ ਜ਼ਿਆਦਾ ਹੋਰ ਜਿਹੜੀਆਂ ਮਾਰੂ ਚੀਜ਼ਾਂ ਨੇ ਉਹ ਨਹੀਂ ਬਣਦੀਆਂ? ਗੱਲ ਇਹ ਆ ਵੀ ਅਗਲਿਆਂ ਨੇ ਉਹ ਫੈਕਟਰੀ ਲਾਈ, ਉਸ ਫੈਕਟਰੀ ਦੇ ਵਿੱਚ ਕੰਮ ਕਰਨ ਦਾ ਇੱਕ ਤਰੀਕਾ ਸਲੀਕਾ ਬਣਾਇਆ ਵੀ ਆਹ ਕੱਚਾ ਮਾਲ ਆ, ਇੱਥੇ ਬਣਨਾ, ਇਹਦੀ ਵੇਸਟ ਨੂੰ ਤੁਸੀਂ ਇੱਦਾਂ ਹੈਂਡਲ ਕਰਨਾ। ਉਹ ਪ੍ਰਦੂਸ਼ਣ ਛੱਡ ਕੇ ਸ਼ਹਿਰ 'ਚ ਚੱਲਦੀਆਂ ਫੈਕਟਰੀਆਂ ਲਾਗੋਂ ਤੁਸੀਂ ਲੰਘ ਜਾਂਦੇ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਯਾਰ ਅੱਛਾ ਇੱਥੇ ਫੈਕਟਰੀ ਵੀ ਹੈਗੀ, ਇੱਥੇ ਆਹ ਕੰਮ ਹੀ ਹੁੰਦਾ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਤਾਂ ਅੰਤਰਰਾਸ਼ਟਰੀ ਆਪਾਂ ਮਾਪਦੰਡਾਂ ਦੇ ਹਿਸਾਬ ਨਾਲ ਵੇਖੀਏ ਫਿਰ ਤੇ ਜਿਹੜੀ ਫੈਕਟਰੀ ਆ ਉਹ ਉੱਥੋਂ ਪ੍ਰਦੂਸ਼ਣ ਹੋ ਨਹੀਂ ਸਕਦਾ। ਤੇ ਜੇ ਆਪਾਂ ਇਹ ਕੰਮ ਬਣਾ ਲੈਂਦੇ ਆ ਵੀ ਹਾਂ ਵੀਰ ਹੁਣ ਬਚਦਾ ਕਿੱਦਾਂ, ਤੇ ਬਸ ਆਪਣੀ ਜਿਹੜੀ ਜ਼ਿੰਮੇਵਾਰੀ ਉਹ ਕੱਚੇ ਮਾਲ ਤੋਂ ਆਪਣਾ ਪ੍ਰੋਡਕਟ ਬਣਾਉਣਾ, ਤੇ ਜਿਹੜਾ ਸਲੈਂਸਰ ਜਾਂ ਬਾਹਰ ਵਾਲੀ ਪਾਈਪ ਲੱਗੀ ਉਹ ਅੱਗੇ ਕਿੱਥੇ ਪੈਂਦੀ ਹੈ ਸਾਨੂੰ ਕੋਈ ਲੈਣਾ ਦੇਣਾ ਨਹੀਂ। ਜੇ ਤੇ ਇਸ ਹਿਸਾਬ ਨਾਲ ਇੰਡਸਟਰੀ ਲਾਉਣੀ ਤੇ ਉਹੋ ਜਿਹੀ ਇੰਡਸਟਰੀ ਅੱਗੇ ਵੈਸੇ ਹੱਥ ਜੋੜ ਦੇਣੇ ਚਾਹੀਦੇ, ਕਾਹਨੂੰ ਲਾਉਣੀ? ਨਹੀਂ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ ਇਹ ਚੀਜ਼ ਨੂੰ ਤਾਂ, ਕਿਉਂਕਿ ਅਸੀਂ ਤਾਂ ਮੈਂ ਕਹਿੰਦਾ ਕਿ ਪੰਜਾਬ 'ਚ ਕਿਤੇ ਵੀ ਕੋਈ ਬੰਦਾ ਨਹੀਂ ਕਹੂਗਾ ਕਿ ਅਸੀਂ ਫੈਕਟਰੀ ਨਹੀਂ ਲੰਘਣ ਦੇਣੀ। ਹਾਂ ਹੁਣ ਮੇਰਾ ਸੰਧਾਲੀਆ ਸਾਹਿਬ ਸਵਾਲ ਹੈ ਤੁਹਾਡੇ ਤਾਈਂ, ਉੱਥੇ ਜੇ ਕੋਈ ਕਵੇ ਨਾ ਸੰਘਰਸ਼ ਉੱਥੇ ਜਿੱਤਿਆ ਗਿਆ ਕਿ ਲੋਕ ਦਰੀਆਂ ਤੇ ਬੈਠੇ ਸੀ, ਨਾ ਇਦਾਂ ਨਹੀਂ ਸੀ। ਉੱਥੇ ਨੌਜਵਾਨ ਜਿਹੜੇ ਸੀ ਨਾ ਉਹ 2006-07 ਦੇ ਵੀ ਕਾਗਜ਼ ਕੱਢੀ ਫਿਰਦੇ ਸੀ ਜੀ, ਉਦੋਂ ਵੀ ਇਸ ਸ਼ਿਕਾਇਤ ਕੀਤੀ, 8 'ਚ ਵੀ ਕੀਤੀ, 12 'ਚ ਕੀਤੀ, 14 'ਚ ਕੀਤੀ, 16 'ਚ ਕੀਤੀ। ਜਾਣੀ ਉਹਨਾਂ ਦਾ ਮੂੰਹ ਨਹੀਂ ਸੀ ਬੋਲਦਾ, ਉਹਨਾਂ ਦੇ ਡਾਕੂਮੈਂਟ ਬੋਲਦੇ ਸੀ, ਦਸਤਾਵੇਜ਼ ਬੋਲਦੇ ਸੀ। ਉਹਨਾਂ ਨੇ ਦਿਮਾਗ ਤੋਂ ਕੰਮ ਲਿਆ ਸੀ, ਉਹ ਪਲੈਨਿੰਗ ਨਾ ਚੱਲੇ। ਉਹਨਾਂ ਨੂੰ ਪਤਾ ਸੀ ਕਿ ਅਦਾਲਤ 'ਚ ਵੀ ਕਾਗਜ਼ ਰੱਖਣੇ ਪੈਣੇ ਆ, ਉਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਦੀ ਕਮੇਟੀ ਆਵੇ, ਪੰਜਾਬ ਸਰਕਾਰ ਦੀ ਕਮੇਟੀ ਆਵੇ, ਉੱਥੇ ਇਦਾਂ ਥੋੜੀ ਲੜਾਉਣਾ ਜੀ ਅਸੀਂ ਬਹੁਤ ਔਖੇ, ਸਾਨੂੰ ਬਿਮਾਰੀਆਂ ਲੱਗਦੀਆਂ। ਉਸ ਬਿਮਾਰੀ ਦਾ ਕਨੈਕਸ਼ਨ ਕਿਤੇ ਜਾ ਕੇ ਜੋੜਨਾ ਪੈਣਾ ਸੀ ਜੇ ਕੋਈ ਚੀਜ਼ ਖਤਮ ਕਰਾਉਣੀ ਹੈ। ਉਹਦੇ ਲਈ ਡਾਕੂਮੈਂਟ ਚਾਹੀਦੇ ਸੀ, ਉਹਦੇ ਲਈ ਤੱਥ ਚਾਹੀਦੇ ਸੀ, ਉਹਦੇ ਲਈ ਤਰਕ ਚਾਹੀਦੇ ਸੀ। ਉਹ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਲੱਭੇ। ਜਿਸ ਅਧਿਐਨ ਤੋਂ, ਜਿਸ ਸਟੱਡੀ ਤੋਂ ਅਸੀਂ ਬੇਮੁਖ ਹੋਈ ਜਾਂਦੇ, ਨਹੀਂ ਸਾਨੂੰ ਕੀ, ਆਮ ਤੌਰ ਤੇ ਪੰਜਾਬੀਆਂ ਦਾ ਸੁਭਾਅ ਕੀ ਹੈ, ਮੈਂ ਦੱਸਿਆ ਤੁਸੀਂ ਮੇਰੇ ਮਗਰ ਲੱਗ ਗਏ, ਤੁਸੀਂ ਦੱਸਿਆ ਮੈਂ ਤੁਹਾਡੇ ਮਗਰ ਲੱਗ ਗਿਆ, ਉਹੀ ਅਸਲੀ ਗਿਆਨ ਸਮਝ ਲਿਆ, ਆਪ ਸਟੱਡੀ ਕੀਤਾ ਹੀ ਨਾ। ਪਰ ਇੱਥੇ ਇਹ ਅੰਦੋਲਨ ਜਿੱਥੇ ਇੱਕ ਪਾਸੇ ਦਰੀਆਂ ਤੇ ਸਟੇਜ ਤੇ ਨਜ਼ਰ ਆਉਂਦਾ ਸੀ, ਉੱਥੇ ਦਿਨ ਰਾਤ ਪਿੱਛੇ ਕੰਮ ਕੀਤਾ ਜਾ ਰਿਹਾ ਸੀ ਕਿ ਆਹ ਨੁਕਸਾਨ ਇਹਦੇ ਕਰਕੇ ਹੋਇਆ। ਹੁਣ ਉਹ ਕਹਿੰਦੇ ਜੀ ਸ਼ਰਾਬ ਵਾਲੀ ਫੈਕਟਰੀ ਨਹੀਂ ਇਕੱਲੀ, ਨੌਜਵਾਨ ਇਹ ਕਹਿੰਦੇ 3 ਚੀਜ਼ਾਂ ਬਣਦੀਆਂ ਇੱਥੇ, ਉਹਦੇ ਵਿੱਚ ਕਿਹੜਾ ਕੈਮੀਕਲ ਬਣਦਾ ਤੇ ਕਿਹੜਾ ਕੈਮੀਕਲ ਪ੍ਰਯੋਗ ਹੁੰਦਾ। ਕਹਿੰਦੇ ਜੀ ਅਸੀਂ ਦੱਸਾਂਗੇ ਕੀ ਕਿੱਥੇ ਨੁਕਸਾਨ ਹੈ। ਹੁਣ ਦੇਖੋ ਸੰਧਾਲੀਆ ਸਾਹਿਬ ਭੰਗੜੇ ਪੈ ਰਹੇ ਨੇ ਉੱਥੇ, ਸਾਰਾ ਕੁਝ ਠੀਕ ਹੋ ਜਾਣਾ, ਫੈਕਟਰੀ ਬੰਦ ਹੋ ਜੂ, ਚਲੋ ਮੰਨ ਲੈਂਦੇ ਹਾਂ, ਇਹ ਸ਼ੁਰੂਆਤ ਹੈ। ਪੰਜਾਬੀ ਇਸ ਗੱਲ ਨੂੰ ਸਮਝਣ ਕਿ ਪਹਿਲੀ ਗੱਲ ਕਿ ਤੁਸੀਂ ਏਕਾ ਰੱਖਣਾ ਹੈ, ਤੁਸੀਂ ਜਾਤੀ ਧਰਮ ਦੇ ਆਧਾਰ ਦੇ ਉੱਤੇ ਨਹੀਂ ਲੜਨਾ ਹੈ, ਫਿਰ ਤੁਹਾਡੀ ਜਿੱਤ ਹੈ। ਦੂਸਰਾ, ਹਜੇ ਆਪਾਂ ਬੁੱਢਾ ਨਾਲਾ ਸਾਫ਼ ਕਰਨਾ ਹੈ, ਕਿਉਂਕਿ ਇਹ ਜ਼ੀਰੇ ਤੋਂ ਸ਼ੁਰੂ ਹੋਇਆ ਕੰਮ। ਇਹ ਨਹੀਂ ਕਿ ਬੁੱਢੇ ਨਾਲੇ ਦੇ ਆਲੇ ਦੁਆਲੇ ਜਿਹੜੀਆਂ ਫੈਕਟਰੀਆਂ ਬੰਦ ਕਰਾਉਣੀਆਂ, ਉਹਨਾਂ ਫੈਕਟਰੀਆਂ ਦਾ ਬਿਨਾਂ ਟਰੀਟ ਕੀਤਿਆਂ ਪਾਣੀ ਬੁੱਢੇ ਨਾਲੇ 'ਚ ਨਾ ਪਵੇ, ਕਿਉਂਕਿ ਮਾਲਬਰੋਜ਼ ਫੈਕਟਰੀ ਜ਼ੀਰੇ ਵਾਲੀ ਉਹ ਤਾਂ 50, 60, 100 ਪਿੰਡਾਂ ਤੇ ਮਾਰ ਕਰਦੀ ਹੋ ਸੰਧਾਲੀਆ ਸਾਹਿਬ। ਪਰ ਆ ਜਿਹੜਾ ਬੁੱਢਾ ਨਾਲਾ ਹੈ, ਜਿਹੜੇ ਆਲੇ ਦੁਆਲੇ ਕਾਂਗਰਸੀ ਵੀ ਰਹਿੰਦੇ, ਅਕਾਲੀ ਵੀ ਰਹਿੰਦੇ, ਆਪ ਵਾਲੇ ਵੀ ਰਹਿੰਦੇ ਤੇ ਭਾਜਪਾ ਵਾਲੇ ਵੀ ਰਹਿੰਦੇ ਆ। ਕਈ ਸਰਕਾਰਾਂ ਬੁੱਢੇ ਨਾਲੇ ਦੇ ਉੱਪਰ ਦੀ ਸ਼ੂ ਕਰਕੇ ਬਾਦਲ ਸਾਹਿਬ, ਕੈਪਟਨ ਸਾਹਿਬ, ਚੰਨੀ ਸਾਹਿਬ, ਭਗਵੰਤ ਮਾਨ ਸਾਹਿਬ ਲੰਘ ਜਾਂਦੇ ਆ। ਬੁੱਢੇ ਨਾਲੇ ਦਾ ਗੰਦ ਨਹੀਂ ਦੀਦਾ ਇਹਨਾਂ ਨੂੰ। ਹੁਣ ਉਹ ਬੁੱਢਾ ਨਾਲਾ ਵੀ ਸਾਫ਼ ਕਰਾਉਣਾ ਹੈ। ਬੁੱਢੇ ਨਾਲੇ ਦੇ ਆਲੇ ਦੁਆਲੇ ਸੀਮਤ ਫੈਕਟਰੀਆਂ ਨੇ, 50,000 ਫੈਕਟਰੀ ਥੋੜੀ ਹੈ ਪੰਜਾਬ ਦੀ ਜਿਹੜੀ ਬੁੱਢੇ ਨਾਲੇ ਖਲਾਰਾ ਪਾਉਂਦੀ ਹੈ, ਥੋੜੀਆਂ ਨੇ। ਦੂਸਰੀ ਗੱਲ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਜਿਹੜੇ ਪ੍ਰਦੂਸ਼ਣ ਕੰਟਰੋਲ ਕਰਦੇ ਆ, ਜ਼ੀਰੇ ਦੇ ਆਲੇ ਦੁਆਲੇ ਕਿਸੇ ਅਧਿਕਾਰੀ ਦਾ ਕੋਈ ਇਲਾਕਾ ਹੋਏਗਾ, ਉਹਨੂੰ ਤਨਖਾਹ ਮਿਲਦੀ ਹੋਊਗੀ, ਤੁਸੀਂ ਇਲਾਕੇ 'ਚ ਦੇਖਣਾ। ਜੇ ਅੱਜ ਸਰਕਾਰ ਕਹਿੰਦੀ ਅਸੀਂ ਫੈਕਟਰੀ ਬੰਦ ਕਰਦੇ ਆ, ਇਹਦਾ ਮਤਲਬ ਸਰਕਾਰ ਮੰਨੀ ਹੈ ਕਿ ਉਹ ਪ੍ਰਦੂਸ਼ਣ ਕਰਦੀ ਸੀ। ਤਾਂ ਜੇ ਪ੍ਰਦੂਸ਼ਣ ਕਰਦੀ ਸੀ ਤਾਂ ਜਿਨ੍ਹਾਂ ਨੇ ਪ੍ਰਦੂਸ਼ਣ ਕਰਨ ਨਹੀਂ ਸੀ ਦੇਣਾ, ਜਾਂ ਪ੍ਰਦੂਸ਼ਣ ਕਰਦੀ ਫੈਕਟਰੀ ਦੇ ਉੱਤੇ ਜੁਰਮਾਨਾ ਲਾਉਣਾ ਸੀ, ਉਹਨੂੰ ਬੰਦ ਕਰਾਉਣਾ ਸੀ, ਉਹ ਅਧਿਕਾਰੀ ਸਾਹਿਬ ਦੀ ਪੇਸ਼ੀ ਹੋਵੇ, ਉਹਨਾਂ ਨੂੰ ਚਾਰਜ ਸ਼ੀਟ ਕਰੋ। ਸੇਵਾ ਮੁਕਤ ਹੋ ਗਿਆ ਤਾਂ ਤਨਖਾਹਾਂ ਪੈਨਸ਼ਨਾਂ ਵਾਪਸ ਲਓ, ਤਾਂ ਜੋ ਇਹਨਾਂ ਨੂੰ ਪਤਾ ਲੱਗੇ ਬੁੱਢੇ ਨਾਲੇ ਦੇ ਆਲੇ ਦੁਆਲੇ ਕੰਮ ਕਰਦੇ, ਦੇਖਿਓ ਪੈਪ ਬੰਦ ਕਰਨ ਆਪ ਬੋਰੇ ਫਸਾਉਣਗੇ ਆ ਕੇ, ਚਿੱਟੇ ਖਾਦ ਵਾਲੇ ਬੋਰੇ। ਤੇ ਜੇ ਇਹ ਕੰਮ ਨਹੀਂ ਕੀਤਾ ਜਾਂਦਾ ਫਿਰ ਕਿਤੇ ਉਹੀ ਗੱਲ ਨਾ ਹੋਵੇ। ਤੁਸੀਂ ਦੇਖੋ ਆ ਇੱਕ ਵਿਜੀਲੈਂਸ ਵਿਭਾਗ, ਮੇਰਾ ਖਿਆਲ ਹੁਣ ਕੋਈ ਦਿਨ ਨਹੀਂ ਲੰਘਦਾ ਵੀ ਜਿੱਦਣ 3-4 ਖਬਰਾਂ ਨਾ ਆਉਂਦੀਆਂ ਹੁਣ ਜਿਹਦੇ 'ਚ ਸ਼ਬਦ ਨਾ ਲਿਖਿਆ ਹੋਵੇ। ਹੁਣ ਇਹ ਤਾਂ ਹੈ ਨੇ ਵੀ ਵਿਜੀਲੈਂਸ ਵਿਭਾਗ ਆ ਜਿਹੜੀ ਹੁਣ ਜਦੋਂ ਮਾਨ ਸਾਹਿਬ ਦੀ ਸਰਕਾਰ ਬਣੀ ਉਦੋਂ ਬਣਿਆ, ਇਹਦੋਂ ਪਹਿਲਾਂ ਵੀ ਵਿਭਾਗ ਕਦੋਂ ਦਾ ਚੱਲਦਾ ਆਉਂਦਾ। ਉਸ ਵਿਭਾਗ ਦੇ ਵਿੱਚ ਬਕਾਇਦਾ ਅਫਸਰ ਸਾਹਿਬਾਨ, ਮੁਲਾਜ਼ਮ ਸਾਹਿਬਾਨ, ਉਹਨਾਂ ਸਾਰਿਆਂ ਕੋਲੇ ਤਕਨੀਕਾਂ ਜੀ ਵਟਾਈ। ਤੇ ਇਸੇ ਤਰ੍ਹਾਂ ਹੀ ਬਾਕੀ ਵਿਭਾਗ ਨੇ, ਜਿੱਦਾਂ ਹੁਣ ਆ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਆਪਾਂ ਗੱਲ ਕਰ ਲਈਏ, ਜਾਂ ਹੋਰ ਕਈ ਇਸ ਤਰ੍ਹਾਂ ਦੇ ਉਹ ਵਾਲੇ ਵਿਭਾਗ ਨੇ ਜਿਨ੍ਹਾਂ ਦਾ ਕੰਮ ਹੈ ਵੀ ਕੋਈ ਮਿਲਾਵਟ ਨਾ ਕਰੇ, ਕੋਈ ਪ੍ਰਦੂਸ਼ਣ ਨਾ ਕਰੇ, ਕੋਈ ਹਵਾ ਖਰਾਬ ਨਾ ਕਰੇ, ਕੋਈ ਕਰਪਸ਼ਨ ਨਾ ਕਰੇ। ਯਾਨੀ ਕਿ ਉਹ ਵਾਲੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਲੁਕਵੇਂ ਕ੍ਰਾਈਮ ਨੂੰ ਜਨਮ ਦਿੰਦੀਆਂ ਨੇ, ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਮਹਿਕਮੇ ਤੋਂ ਬਿਨਾਂ ਵਿਭਾਗ ਹੈਗੇ ਆ। ਉਹ ਸਾਰੇ ਵਿਭਾਗਾਂ ਦੇ ਵਿੱਚ ਬੜੇ ਚਿਰ ਦੀਆਂ ਨਿਯੁਕਤੀਆਂ ਵੀ ਹੋਣਗੀਆਂ, ਹੋ ਸਕਦਾ ਕੁਝ ਲੋਕਾਂ ਨੂੰ ਲੋੜ ਹੋਵੇ, ਜੇ ਉੱਥੇ ਹੋਰ ਬੰਦਿਆਂ ਦੀ ਲੋੜ ਹੋਵੇ।
ਉਹ ਬੰਦੇ ਵਿੱਚ ਭਰਤੀ ਕਰ ਲਓ, ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਵੇ, ਵੀਰ ਮੇਰੇ ਹੁਣ ਤੂੰ ਆਜ਼ਾਦ ਆ, ਹੁਣ ਤੈਨੂੰ ਕੋਈ ਟੈਲੀਫੋਨ ਨਹੀਂ ਆਉਂਦਾ ਵੀ ਤੇਰੀ ਜਿਪਸੀ ਫਲਾਨੀ ਫੈਕਟਰੀ ਜਾਂ ਫਲਾਨੇ ਵਾਲੇ ਪਾਸੇ ਕਿਉਂ ਫਿਰਦੀ ਸੀ, ਤੂੰ ਆਪਣਾ ਕੰਮ ਕਰਕੇ ਵਿਖਾ। ਉਹ ਜਾਣੇ 6 ਮਹੀਨੇ ਸਾਲ ਦੇ ਵਿੱਚ ਕੰਮ ਕੁਝ ਵੀ ਨਹੀਂ ਹੋਣਾ, ਇਹਦੇ 'ਚ ਕੋਈ ਐਕਸਟਰਾ ਥੋੜਾ ਹੈਗਾ ਵੀ ਫਲਾਨੀ ਚੀਜ਼ ਲਈ ਬਜਟ ਪਾਸ ਕੀਤਾ ਜਾਊਗਾ ਫਿਰ ਜਾ ਕੇ ਕੰਮ ਹੋਣਾ। ਦਫ਼ਤਰ ਵੀ ਹੈਗੇ, ਬੰਦੇ ਵੀ ਹੈਗੇ, ਗੱਡੀਆਂ ਵੀ ਹੈਗੀਆਂ, ਸਿਰਫ ਇੱਕ ਹੌਸਲਾ ਤੇ ਥਾਪੜਾ ਚਾਹੀਦਾ ਵੀ ਵੀਰ ਤੂੰ ਕਰਕੇ ਦਿਖਾ ਕੰਮ। ਉਹ ਜਾਣੇ 6 ਮਹੀਨਿਆਂ ਦੇ ਵਿੱਚ ਆਪੇ ਫਰਕ ਪੈ ਜੂ। ਫਰਕ ਪਊਗਾ। ਪ੍ਰਤਾਪ ਸਿੰਘ ਬਾਜਵਾ ਸਾਹਿਬ ਰਾਹੁਲ ਗਾਂਧੀ ਸਾਹਿਬ ਦੇ ਨਾਲ ਤੁਰੇ ਜਾਂਦੇ ਸੀ। ਪੱਤਰਕਾਰਾਂ ਨੇ ਪੁੱਛਿਆ, ਕਹਿੰਦੇ ਬਾਜਵਾ ਸਾਹਿਬ ਟਵੀਟ ਆਇਆ ਮੁੱਖ ਮੰਤਰੀ ਸਾਹਿਬ ਦਾ, ਕਹਿੰਦੇ ਫੈਕਟਰੀ ਬੰਦ ਕਰ ਦੇਣੀ ਹੈ। ਉਹ ਕਹਿੰਦੇ ਦਬਾਅ, ਪ੍ਰੈਸ਼ਰ ਲੋਕਾਂ ਦਾ ਬਹੁਤ ਚੰਗੀ ਗੱਲ ਹੈ, ਸਰਕਾਰ ਨੇ ਫੈਸਲਾ ਕੀਤਾ, ਪ੍ਰੈਸ਼ਰ ਬੜਾ ਪਾਇਆ ਗਿਆ ਸੀ ਕਿ ਭਾਈ ਗਲਤ ਹੋ ਰਿਹਾ। ਫਿਰ ਉਹਨਾਂ ਨੇ ਸੂਈ ਖਿੱਚ ਲਈ ਸਿੱਧੀ ਬਾਬਾ ਬਲਵੀਰ ਸਿੰਘ ਸੀਚੇਵਾਲ। ਉਹ ਕਹਿੰਦੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਬਾਬਾ ਬਲਵੀਰ ਸਿੰਘ ਸੀਚੇਵਾਲ। ਉਹ ਕਹਿੰਦੇ ਮੈਂ ਸਤਿਕਾਰ ਕਰਦਾ ਉਹਨਾਂ ਦਾ, ਪਰ ਕਹਿੰਦੇ ਬਾਬਾ ਬਲਵੀਰ ਸਿੰਘ ਸੀਚੇਵਾਲ ਧਿਰ ਬਣ ਕੇ ਭੁਗਤੇ ਫੈਕਟਰੀ ਵੱਲ। ਉੱਥੇ ਗਏ, ਕਹਿੰਦੇ ਜੇ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨੁਮਾਇੰਦੇ ਦੇ ਤੌਰ ਤੇ ਉੱਥੇ ਗਏ ਤੇ ਫੈਕਟਰੀ ਬੰਦ ਨਹੀਂ ਸੀ ਹੋਈ, ਤੇ ਇਹਦਾ ਮਤਲਬ ਕਲੀਨ ਚਿੱਟ ਦੇ ਕੇ ਆਏ ਆ। ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਿਹਾ, ਵਿਰੋਧੀ ਧਿਰ ਦੇ ਨੇਤਾ ਨੇ। ਉਹ ਕਹਿੰਦੇ ਦੂਸਰੀ ਗੱਲ, ਉੱਥੇ ਜਾ ਕੇ ਗਲਾਸ ਪਾਣੀ ਦਾ ਪੀਆ ਏ, ਕਹਿੰਦੇ ਗਲਾਸ ਪਾਣੀ ਦਾ ਪੀ ਕੇ ਵਿਖਾਉਣ ਦਾ ਮਤਲਬ ਤਾਂ ਇਹੀ ਸੀ ਕਿ ਪਾਣੀ ਸਾਫ਼ ਹੈ, ਤੁਸੀਂ ਐਵੇਂ ਫੈਕਟਰੀ ਬੰਦ ਕਰਾਉਣ ਨੂੰ ਫਿਰਦੇ ਆ। ਉਹ ਕਹਿੰਦੇ ਇਹ ਨਹੀਂ ਰੌਲਾ। ਉਹਨਾਂ ਨੂੰ ਕਿਹਾ ਜੀ ਆ ਫਲਾਨੇ ਵੀ ਕਹਿੰਦੇ ਉਹ ਮੰਤਰੀ, ਉਹ ਕਹਿੰਦੇ ਉਹ ਸਿਆਸਤਦਾਨ ਨੇ, ਉਹ ਵਪਾਰੀ ਨੇ। ਇਹ ਤਾਂ ਕਹਿੰਦੇ ਜੀ ਆਪਣੇ ਆਪ ਨੂੰ ਵਾਤਾਵਰਣ ਦੇ ਰਾਖੇ ਖਵਾਉਂਦੇ ਆ। ਮੈਂ ਕਹਿੰਦੇ ਜੀ ਇਹਨਾਂ ਦੇ ਅਸਤੀਫੇ ਦੀ ਮੰਗ ਕਰਦਾ ਕਿ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਅਸਤੀਫਾ ਦਿਓ, ਕਿ ਤੁਸੀਂ ਜਾਂ ਤਾਂ ਜੇ ਬੋਲੇ ਹੋ ਤਾਂ ਫੈਕਟਰੀ ਦੇ ਪੱਖ 'ਚ ਬੋਲੇ ਹੋ, ਜਾਂ ਲੋਕਾਂ ਦੇ ਹੱਕ 'ਚ ਨਹੀਂ ਬੋਲੇ, ਤੇ ਜਾਂ ਤੁਸੀਂ ਚੁੱਪ ਕਰਕੇ ਬਹਿ ਗਏ ਹੋ। ਇਸ ਕਰਕੇ ਕਹਿੰਦੇ ਤੁਹਾਡੀ ਇੱਜ਼ਤ ਦਾਅ ਤੇ ਲੱਗੀ ਹੈ, ਤੁਸੀਂ ਅਸਤੀਫਾ ਦਿਓ। ਜੇ ਹੁਣ ਫੈਕਟਰੀ ਬੰਦ ਹੋਈ ਹੈ, ਇਹਦਾ ਮਤਲਬ ਤੁਸੀਂ ਕੁਝ ਹੋਰ ਕਹਿੰਦੇ ਸੀ, ਸਰਕਾਰ ਨੂੰ ਕੁਝ ਹੋਰ ਲੱਗਦਾ। ਬਾਬਾ ਬਲਵੀਰ ਸਿੰਘ ਸੀਚੇਵਾਲ ਸਾਹਿਬ ਦਾ ਕੋਈ ਬਿਆਨ ਆਉਂਦਾ ਕਿ ਨਹੀਂ ਆਉਂਦਾ ਤਾਂ ਪਤਾ ਨਹੀਂ, ਪਰ ਇੱਕੋ ਹੀ ਅਸਤੀਫਾ ਮੰਗਿਆ ਗਿਆ ਉਹ ਸੀਚੇਵਾਲ ਸਾਹਿਬ ਦਾ। ਨਹੀਂ ਚਲੋ, ਮੈਂ ਤਾਂ ਇਹ ਬੇਨਤੀ ਕਰਦਾ ਵੀ ਇਹ ਜੋ ਵੀ ਮਸਲਾ ਹੈਗਾ ਨਾ, ਇਹਨੂੰ ਹੁਣ ਇਮਾਨਦਾਰੀ ਨਾਲ ਨਜਿੱਠਣ ਦੀ ਲੋੜ ਆ। ਇਹਦੇ 'ਚ ਕੋਈ ਸਿਆਸੀ ਬੋ ਨਾ ਆਉਂਦੀ ਰਹੇ। ਤੁਸੀਂ ਕਹਿੰਦੇ ਨਹੀਂ ਠੀਕ ਲੱਗਦੇ। ਨਹੀਂ ਮੈਂ ਤਾਂ ਕਹਿੰਦਾ ਵੀ ਜੇ ਹੁਣ ਬਾਜਵਾ ਸਾਹਿਬ ਕਹਿ ਸਕਦੇ ਮੈਂ ਵੀ ਤਾਂ ਕਹਿ ਸਕਦਾ, ਪਹਿਲਾਂ ਦੱਸ ਹੱਦ ਹੋ ਗਈ। ਹੁਣ ਇਹ ਬੰਦਾ ਮੰਨਿਆ ਵੀ ਯਾਰ ਬੰਦੇ ਐਸ ਸੰਨ ਦੇ ਕਾਗਜ਼ ਕੱਢੀ ਫਿਰਨ ਵੀ ਫੈਕਟਰੀ ਉੱਥੇ ਪੋਲੂਸ਼ਨ ਕਰਦੀ ਫੈਕਟਰੀ ਕਢਾਉਣੇ ਲੱਗੀ ਸੀ। ਉਦੋਂ ਵੀ ਤਾਂ ਸਰਕਾਰਾਂ ਵਾਲੇ ਬੰਦੇ ਗਏ। ਲੀਡਰਾਂ ਦਾ ਕੰਮ ਇਹ ਹੁੰਦਾ, ਜਿਹੜੀ ਚੀਜ਼ ਹੋ ਗਈ ਉਹਦੇ ਨਾਲ ਹੀ ਦੂਜੇ ਪਾਸੇ ਖੜ ਕੇ ਲੈ ਮੈਂ ਦੇਖਿਆ, ਮੈਂ ਤਾਂ ਉਦੋਂ ਦਾ ਕਹਿੰਦਾ ਸੀ ਵੀ ਇਦਾਂ ਕਰਨਾ ਚਾਹੀਦਾ। ਪਰ ਇੱਕ ਗੱਲ ਹੈ, ਚਲੋ ਹੁਣ ਆਪਾਂ ਅਗਲੇ ਲੀਡਰਾਂ ਵਾਲੇ ਪਾਸੇ ਆਈਏ। ਹੁਣ ਆਪਾਂ ਉਦਯੋਗਾਂ ਦੀ ਗੱਲ ਕਰਦੇ ਨਾ, ਪੰਜਾਬ 'ਚ ਉਦਯੋਗ ਲੱਗਣੇ ਚਾਹੀਦੇ ਆ। ਹੁਣ ਤੁਸੀਂ ਦੇਖੋ, ਧਾਲੀਵਾਲ ਸਾਹਿਬ ਦੀ ਮੈਂ ਗੱਲ ਸੁਣਦਾ ਸੀ, ਖੇਤੀਬਾੜੀ ਮੰਤਰੀ ਨੇ, ਉਹ ਕਹਿੰਦੇ ਵੀ ਯਾਰ ਬੜੀ ਹੈਰਾਨੀ ਦੀ ਗੱਲ ਹੈ ਵੀ ਪੰਜਾਬ ਜਿਹਨੂੰ ਆਪਾਂ ਕਹਿੰਦੇ ਵੀ ਇਹ ਖੇਤੀਬਾੜੀ ਆਧਾਰਿਤ ਸੂਬਾ ਹੈ। ਕਹਿੰਦੇ ਯਾਰ ਖੇਤੀਬਾੜੀ ਆਧਾਰਿਤ ਸੂਬਾ ਹੋਵੇ, ਇਕਨੋਮੀ ਖੇਤੀ ਤੇ ਚੱਲਦੀ ਹੋਵੇ, ਤੇ ਕਦੀ ਕੋਈ ਖੇਤੀਬਾੜੀ ਨੀਤੀ ਨਾ ਬਣੀ ਹੋਵੇ, ਕਮਾਲ ਹੋ ਗਈ। ਕਹਿੰਦੇ ਹੁਣ ਇਹਦਾ ਜਵਾਬ ਤੇ ਪਹਿਲੀਆਂ ਸਰਕਾਰਾਂ ਵਾਲੇ ਦੇਣਗੇ ਵੀ ਉਹਨਾਂ ਬਣਾਈ ਕਿਉਂ ਨਹੀਂ ਬਣਾਈ। ਪਰ ਉਹ ਕਹਿੰਦੇ ਵੀ ਅਸੀਂ ਹੁਣ ਬਣਾ ਦਿਆਂਗੇ 31 ਮਾਰਚ ਤੋਂ ਪਹਿਲਾਂ, ਤੇ ਉਹਦੇ ਤੋਂ ਵੀ ਪਹਿਲਾਂ ਕਹਿੰਦੇ ਵੀ ਕਿਸਾਨਾਂ ਦੇ ਨਾਲ ਅਸੀਂ ਖੁਦ ਜਾ ਕੇ ਮੁਲਾਕਾਤ ਕਰਨੀ, ਸਰਕਾਰ ਕਿਸਾਨ ਮਿਲਣੀ ਹੋਣੀ ਹੈ। ਤੇ ਪਹਿਲੀ ਮਿਲਣੀ ਮੇਰਾ ਖਿਆਲ 12 ਫਰਵਰੀ ਨੂੰ ਰੱਖ ਲਈ ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ। ਉਹ ਕਹਿੰਦੇ ਵੀ ਉੱਥੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸੱਦ ਲੈਣਾ, ਉਹਨਾਂ ਨੇ ਦੱਸਣਾ ਵੀ ਭਾਈ ਸਾਹਿਬ ਕੀ ਸਾਨੂੰ ਪੁੱਗਦਾ ਈ, ਕਿਹੜੀ ਚੀਜ਼ ਵੇਖਦੀ ਹੋ, ਕਿਹੜੀ ਨਹੀਂ ਵੇਖਦੀ, ਉਹਦੇ ਸ਼ਾਹ ਜੀ ਕਿਹੜੀ ਚੀਜ਼ ਹੁਣ ਤੁਸੀਂ ਚੇਂਜ ਜਦੋਂ ਤੁਹਾਡੇ ਮੂੰਹੋਂ ਨਿਕਲੇ ਨਾ ਦਿੱਲੀ, ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਇੱਥੇ ਸਮਝ ਗਏ ਹੁਣ ਕਿ ਲੋਕ ਸਭਾ ਦੀ ਟਿਕਟ ਤੇ ਆਖਿਆ ਬੰਦੇ ਦੀ ਨਹੀਂ ਨਿਕਲਦਾ। ਪੰਜਾਬ ਹੁਣ ਪੰਜਾਬ ਤੋਂ ਚੱਲੇਗਾ, ਰਾਹੁਲ ਗਾਂਧੀ ਨੇ ਗਿਆ ਮੀਟਿੰਗ ਹੋਣੀ ਦਿੱਲੀ, ਕਿਤੇ ਕਾਰੀ ਤਾਂ ਨਹੀਂ ਆਈ ਮੀਟਿੰਗ ਦਿੱਲੀ ਯਾਰ, ਕਿਤੇ ਹੋ ਜਵੇ ਤੇ ਗੱਲ ਬਣ ਜੇ ਨਾ ਕਿਤੇ। ਅੱਛਾ ਨਹੀਂ ਮੈਂ ਵਿੱਚੇ ਰਹਿ ਗਈ ਗੱਲ ਧਾਲੀਵਾਲ ਸਾਹਿਬ, ਮੈਨੂੰ ਲੱਗਾ ਨਵੇੜਤੀ ਤੁਸੀਂ। ਨਹੀਂ ਮੈਂ ਖੇਤੀਬਾੜੀ ਨੀਤੀਆਂ ਨੂੰ ਲਪੇਟਤੀ ਕਿਤੇ। ਨਹੀਂ ਮੈਨੂੰ ਐਂ ਲੱਗਦਾ ਸੀ ਵੀ ਆਹ ਜਿਹੜੀ ਗੱਲ ਜੇ ਤਾਂ ਇਹ ਪ੍ਰੈਕਟੀਕਲੀ ਹੋ ਜਾਂਦੀ ਆ ਵੀ ਅਸੀਂ ਜ਼ਿਲ੍ਹਿਆਂ 'ਚੋਂ ਬੰਦਾ ਸੱਦਣਾ, ਉਹਨੂੰ ਖੁਦ ਪੁੱਛਣਾ ਵੀ ਅੱਛਾ ਤੁਹਾਡਾ ਇਲਾਕਾ ਕਿਹੜਾ, ਅਗਲਾ ਕਹੋ ਜੀ ਮੇਰਾ ਮਾਝਾ ਜਾਂ ਮੇਰਾ ਜ਼ਿਲ੍ਹਾ ਫਲਾਨਾ ਜੀ, ਮੇਰੀ ਤਹਿਸੀਲ ਫਲਾਨੀ, ਵੀ ਸਾਡੇ ਏਰੀਏ ਦੇ ਵਿੱਚ ਸਬਜ਼ੀ ਹੁੰਦੀ ਹੈ, ਕੋਈ ਆਖੂ ਗੰਨਾ ਹੁੰਦਾ, ਕੋਈ ਆਖੂ ਕਪਾਹ ਹੁੰਦੀ ਹੈ, ਵੀ ਜਿੱਥੇ ਜੋ ਕੁਝ ਹੁੰਦਾ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਖੇਤਰਾਂ 'ਚ ਝੋਨੇ ਦੇ ਬਦਲ ਦੇ ਤੌਰ ਤੇ ਉਹ ਵਾਲੀਆਂ ਫਸਲਾਂ ਜਿਹੜੀਆਂ ਆਪਾਂ ਪ੍ਰਮੋਟ ਕਰ ਲਈਏ। ਜੇ ਤੇ ਇਹ ਵਾਕਿਆ ਇਮਾਨਦਾਰੀ ਨਾਲ ਕੰਮ ਕਰ ਲੈਣ ਤਾਂ ਮੈਨੂੰ ਲੱਗਦਾ ਵੀ 2-4 ਸਾਲਾਂ 'ਚ ਉਹ ਜਾਣੇ ਝੋਨੇ ਤੋਂ ਹੀ ਖੜਾ ਛੁੱਟ ਜੂ। ਸੰਧਾਲੀਆ ਸਾਹਿਬ, ਜੇ ਇੱਕ ਗੱਲ ਜੇ ਮੰਨ ਲੱਗੇ ਉਹਨਾਂ ਦੀ ਸਰਕਾਰ ਦੇ, ਜਿੰਨਾ ਸਮਾਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪ੍ਰਚਾਰ ਕੀਤਾ, ਉਹਦਾ 20ਵਾਂ ਹਿੱਸਾ ਜੇ ਉੱਥੇ 10 ਦਿਨ ਲਾਇਆ ਤਾਂ 2 ਦਿਨ, 20 ਲਾਇਆ ਤਾਂ 4, ਠੀਕ ਹੈ ਜੀ। ਜੇ 50 ਲਾਏ ਆ ਤਾਂ 10 ਦਿਨ, ਇੰਨੇ ਦਿਨ ਮੀਟਿੰਗਾਂ ਕਰੋ ਕਿਸਾਨਾਂ ਨਾਲ। ਉਹਦਾ ਕਾਰਨ ਪਤਾ ਕੀ ਹੈ? ਇੱਕ ਦਿਨ ਦੇ ਵਿੱਚ ਮੈਂ ਕਹਿੰਦਾ ਕਿ ਸਵਾਗਤ ਵਧੀਆ, ਕਿਸੇ ਨੇ ਸੋਚਿਆ ਸੀ ਕਿ ਯਾਰ ਪਾਲਿਸੀ ਚਾਹੀਦੀ, ਪਲੈਨਿੰਗ ਚਾਹੀਦੀ ਆ ਕਿ ਅਸੀਂ ਖੇਤੀਬਾੜੀ ਵਾਲੇ ਬੰਦੇ ਆ, ਜੇ ਸਾਡੇ ਕੋਲ ਪਲੈਨਿੰਗ ਨਾ ਹੋਈ ਤਾਂ ਕਰਾਂਗੇ ਕਿ ਬਹੁਤ ਵਧੀਆ। ਧਾਲੀਵਾਲ ਸਾਹਿਬ ਮੁੱਖ ਮੰਤਰੀ ਸਾਹਿਬ, ਪਰ
ਸਾਡੇ ਕੋਲੇ ਆਲੂ ਵਾਲੇ ਬੰਦੇ ਆ, ਸਾਡੇ ਕੋਲੇ ਮੱਕੀ ਵਾਲੇ ਆ, ਕਪਾਹ ਵਾਲੇ ਆ, ਝੋਨੇ ਵਾਲੇ ਆ, ਕਣਕ ਵਾਲੇ ਆ, ਸਬਜ਼ੀ ਵਾਲੇ ਆ, ਫਰੂਟ ਵਾਲੇ ਆ, ਕਿੰਨੂ ਵਾਲੇ ਆ, ਅੰਬ ਵਾਲੇ ਆ, ਬਹੁਤ ਨੇ। ਛੋਟੇ ਆ, ਵੱਡੇ ਆ, ਦਰਮਿਆਨੇ ਆ, ਨਹਿਰੀ ਪਾਣੀ ਵਾਲੇ ਆ, ਮੋਟਰਾਂ ਵਾਲੇ ਆ, ਕਿਤੇ ਬਰਾਨੀ ਵੀ ਆ। ਉਹ ਸਾਰੇ ਲੋਕਾਂ ਨਾਲ ਤੁਸੀਂ 8-10 ਘੰਟੇ ਦੇ ਵਿੱਚ ਸਿਰੇ ਤੇ ਨਹੀਂ ਲੱਗ ਸਕਦੇ। ਮੈਂ ਉੱਥੇ ਦਾ ਜ਼ਿਕਰ ਤਾਂ ਕੀਤਾ ਕਿ ਜੇ ਆਪਣੇ ਕੋਲੇ ਗੁਜਰਾਤ ਲਈ ਸਮਾਂ ਹੈਗਾ, ਹਿਮਾਚਲ ਲਈ ਸਮਾਂ ਹੈਗਾ, ਦਿੱਲੀ ਲਈ ਸਮਾਂ, ਹੈਦਰਾਬਾਦ ਦੀ ਰੈਲੀ ਲਈ ਇੱਕ ਦਿਨ ਹੈ, ਤਾਂ ਪੰਜਾਬ ਦੇ ਲੱਖਾਂ ਕਿਸਾਨਾਂ ਦੇ ਲਈ ਇੱਕ ਦਿਨ ਥੋੜਾ ਹੈ। ਇਹ ਇਸ ਕਰਕੇ ਤੁਹਾਡੇ ਲਈ ਜ਼ਰੂਰੀ ਹੈ। ਸਾਡਾ ਕੀ ਹੈ? ਖੇਤੀਬਾੜੀ ਨੀਤੀ ਬਣਾ ਦਿਓਗੇ, ਅਸੀਂ ਤੁਹਾਡੀ ਬੱਲੇ ਬੱਲੇ ਕਰਾਂਗੇ। ਨਹੀਂ ਬਣੂਗੀ, ਜੇ ਚੱਜ ਦੀ ਨਹੀਂ ਲਾਗੂ ਹੋਏਗੀ, ਤੁਹਾਡੀ ਆਲੋਚਨਾ ਕਰਾਂਗੇ। ਤੁਹਾਡੇ ਲਈ ਚੰਗਾ ਹੈ ਜੇ 3-4 ਦਿਨ ਲਾ ਲੋਗੇ ਨਾ, ਤੁਹਾਨੂੰ ਚੰਗੇ ਤਰੀਕੇ ਸਮਝ ਪੈ ਜੂ ਕਿ ਕਿਉਂਕਿ ਉਹਦੀ ਨਾ ਆਮ ਤੌਰ ਦੇ ਉੱਤੇ ਜਦੋਂ ਇਦਾਂ ਫੜਿਆ ਹੁੰਦਾ, ਜਿਹਦੇ ਬੁਖਾਰ ਚੜਿਆ ਨਾ, ਜਿਹੜਾ ਤੁਹਾਡੇ ਵਰਗਾ ਵੈਦ ਹੁੰਦਾ, ਆਪੇ ਬਣਿਆ ਵੈਦ, ਉਹ ਇਦਾਂ ਨਬਜ਼ ਉਹਨੇ ਫੜੀ ਹੁੰਦੀ ਤਾਂ ਅੱਖਾਂ ਮੀਟੀਆਂ ਹੁੰਦੀਆਂ, ਮਹਿਸੂਸ ਕਰਨੀਆਂ ਹੁੰਦੀਆਂ, ਕਈ ਚੀਜ਼ਾਂ ਫੀਲ ਕਰਨੀਆਂ ਹੁੰਦੀਆਂ, ਉਹਦੇ ਬਾਰੇ ਵਿੱਚ ਸੋਚਣਾ ਹੁੰਦਾ ਕਿ ਆਖਿਰਕਾਰ ਤਾਰ ਹਿਲਦੀ ਕਿੱਥੋਂ ਆ। ਉਹ ਹਿਲਦੀ ਤਾਰ ਨੂੰ ਮਹਿਸੂਸ ਕਰਨ ਦੇ ਲਈ ਥੋੜੇ ਦਿਨ ਵੱਧ ਦਿਓ। 31 ਮਾਰਚ ਤੱਕ ਤੁਹਾਡੇ ਕੋਲੇ ਹੈਗੇ ਨੇ 2.5 ਮਹੀਨੇ। 2.5 ਮਹੀਨਿਆਂ ਦੇ ਵਿੱਚ ਜੇ ਤੁਸੀਂ 5 ਕੁ ਦਿਨ ਦੇ ਦਿਓ ਨਾ, ਤਾਂ ਬੱਲੇ ਬੱਲੇ ਹੋ ਜਵੇ, ਤੁਹਾਨੂੰ ਵੀ ਸਮਝ ਆ ਜੂ, ਕਿਸਾਨਾਂ ਨੂੰ ਵੀ ਲੱਗੂ ਠੀਕ ਹੈ, ਪਾਲਿਸੀ ਜਿਹੜੀ ਬਣੂਗੀ ਉਹ ਲਾਗੂ ਹੋਣ ਵਾਲੀ ਹੋਏਗੀ। ਸ਼ਾਇਦ ਤੁਹਾਡੇ ਕੋਲੇ ਅਜੇ 4.25 ਸਾਲ ਨੇ, ਖੇਤੀ 'ਚ ਸੁਧਾਰ ਹੀ ਹੋ ਜਾਏ। ਨਹੀਂ ਹੋ ਜਾਊਗਾ। ਇਹਨੂੰ ਮੇਰਾ ਖਿਆਲ ਆਪਾਂ ਇੱਕ ਅਗਲਾ ਸਟੈਪ ਪ੍ਰੋਜੈਕਟ ਕਰਕੇ ਦੱਸ ਦਿੰਦੇ ਆ ਜੀ। ਵੀ ਜੇ ਮੰਨ ਲਓ ਖੇਤੀਬਾੜੀ ਨੀਤੀ ਹੁਣ ਬਣਦੀ ਹੈ, ਅਜੇ ਚੱਲਦਾ 2023 ਜੀ, 24 ਨਾਲ ਤੇ ਇਹਦਾ ਲੈਣਾ ਦੇਣਾ ਕੋਈ ਨਹੀਂ, ਪਰ 27 ਦੀਆਂ ਵਿਧਾਨ ਸਭਾ ਚੋਣਾਂ ਤੱਕ ਜੇ ਇਹ ਚੰਗੀ ਬਣੀ ਖੇਤੀਬਾੜੀ ਨੀਤੀ ਵਾਕਿਆ ਹੀ ਲੋਕਾਂ ਨੂੰ ਐਕਚੁਅਲ ਫਾਇਦਾ ਦੇਗੀ, ਲੋਕਾਂ ਨੂੰ ਲੱਗਿਆ ਵੀ ਯਾਰ ਅੱਛਾ ਪਹਿਲਾਂ ਫਲਾਨੀ ਫਸਲ ਹੁੰਦੀ ਸੀ, ਸਾਡਾ ਖਹਿੜਾ ਨਹੀਂ ਸੀ ਛੁੱਟਦਾ, ਇਹਦੇ ਨਾਲ ਸਾਡਾ ਬਚਾਅ ਹੋ ਗਿਆ, ਇਹਦੇ ਨਾਲ ਯਾਰ ਪਾਣੀ ਦੀ ਮੁਸ਼ਕਲ ਸੀ ਉਹ ਸਰਕਾਰ ਨੇ ਹੱਲ ਕਰਤੀ, ਇੱਥੇ MSP ਨਹੀਂ ਸੀ ਮਿਲਦੀ, ਸਰਕਾਰ ਹੁਣ ਚੁੱਕਣ ਲੱਗ ਪਈ। 1.5-2 ਸਾਲ ਦੇ ਵਿੱਚ ਜੇ ਮੰਨ ਲਓ ਜ਼ਿਆਦਾ ਨਹੀਂ 1-2 ਫਸਲਾਂ ਵੀ ਆ ਗਈਆਂ ਤੇ ਕਿਸੇ ਦਾ ਮੇਰੇ ਖਿਆਲ ਨਾਲ ਮਾੜਾ ਮੋੜ ਜਿਹੜਾ ਕੋਈ ਫਸਿਆ ਕੰਮ ਹੁੰਦਾ ਉਹ 1-2 ਫਸਲਾਂ ਨਾਲ ਹੌਲੀ ਹੌਲੀ ਤੁਰਨ ਲੱਗ ਪੈਂਦਾ ਤੇ 27 ਤੱਕ ਕਹਿਣ ਜੋਗੇ ਹੋ ਜਾਣਗੇ ਵੀ ਯਾਰ ਆਹ ਦੇਖੋ ਅਸੀਂ ਲਿਆਏ ਸੀ 66 ਤੋਂ ਬਾਅਦ ਇੱਕ ਨਵੀਂ ਖੇਤੀਬਾੜੀ ਨੀਤੀ ਜਿਹਦੇ ਨਾਲ ਪੰਜਾਬ ਦੁਬਾਰਾ ਤੁਰ ਪਿਆ, ਇਹਦਾ ਫਾਇਦਾ ਹੋ ਜੂ। ਕਿਉਂਕਿ ਜੇ ਮੰਨਦੇ ਨੇ ਵੀ ਪੰਜਾਬ ਦੀ ਆਰਥਿਕਤਾ ਹੀ ਖੇਤੀ ਤੋਂ ਚੱਲਦੀ ਆ ਤੇ ਫਿਰ ਸਭ ਤੋਂ ਵੱਡੀ ਤੇ ਯੋਜਨਾ ਹੀ ਇਹ ਹੈ ਜੇ ਤੇ ਕੰਮ ਕਰਨ ਦੀ ਲੋੜ ਹੈ ਇਸ ਵੇਲੇ। ਨਹੀਂ, ਸ਼ੁਰੂਆਤ ਹੋ ਗਈ ਹੈ। ਅਸੀਂ ਤਾਂ ਵਿਰੋਧੀ ਪਾਰਟੀਆਂ ਨੂੰ ਵੀ ਬੇਨਤੀ ਕਰਦੇ ਹਾਂ, ਕਿਉਂਕਿ ਬਹੁਤ ਲੀਡਰ ਨੇ ਸਿਆਸੀ ਪਾਰਟੀਆਂ ਦੇ। ਬੀਜੇਪੀ ਦੇ ਵਿੱਚੋਂ ਜਿਆਣੀ ਸਾਹਿਬ ਕਿਸਾਨ ਨੇ, ਇਧਰਲੇ ਪਾਸਿਓਂ ਭਾਰਤੀ ਜਨਤਾ ਪਾਰਟੀ ਦੇ ਕਈ ਹੋਰ ਲੀਡਰ ਕਿਸਾਨ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬਹੁਤੇ ਲੀਡਰ ਕਿਸਾਨ ਨੇ, ਕਾਂਗਰਸ ਪਾਰਟੀ ਵਾਲੇ ਬੰਦਿਆਂ ਦੀ ਵੀ ਜੇ ਆਪਾਂ ਐਫੀਡੈਵਿਟ ਇਲੈਕਸ਼ਨ ਲੜਨ ਵਾਲੇ ਦੇਖ ਲਈਏ ਖੇਤੀਬਾੜੀ 'ਚ ਬਹੁਤ ਨੇ। ਤੁਸੀਂ ਸਾਰੇ ਜਣੇ ਸੁਝਾਅ ਦਿਓ। ਤੁਸੀਂ ਬਾਕੀਆਂ ਨਾਲੋਂ ਵਧੀਆ ਖੇਤੀ ਕਰਦੇ ਹੋ, ਉੱਨਤ ਖੇਤੀ ਕਰਦੇ ਹੋ, ਤੁਸੀਂ ਖੇਤੀਬਾੜੀ ਦੇ ਸਹਾਇਕ ਧੰਦੇ ਵੀ ਕਰਦੇ ਹੋ, ਕਿਉਂਕਿ ਤੁਸੀਂ ਆਪਣੀ ਬਹੁਤੀ ਇਨਕਮ ਉਹ 'ਚ ਦਿਖਾਉਂਦੇ ਹੋ ਤੇ ਹੁੰਦੀ ਹੋਣੀ ਆ ਤਾਂ ਹੀ ਦਿਖਾਉਂਦੇ ਆ। ਤੁਸੀਂ ਵੀ ਸਰਕਾਰ ਨੂੰ ਕਹੋ ਕਿ ਮੈਂ ਐਂ ਕਰਦਾ ਹੀ, ਮੈਨੂੰ ਇਹਦੇ ਵਿੱਚੋਂ 4 ਪੈਸੇ ਬਚਦੇ ਆ, ਪੰਜਾਬ ਦੇ ਲਈ ਆਹ ਕਰਨ ਦੀ ਲੋੜ ਹੈ। ਕਿਉਂਕਿ ਘੁੰਮੇ ਫਿਰੇ ਬੰਦੇ ਨੇ ਸਰਕਾਰਾਂ ਦੇ ਵਿੱਚ ਵੀ ਤੇ ਗੈਰ ਸਰਕਾਰੀ ਤੌਰ ਤੇ ਵੀ। ਜੇ ਤਾਂ ਇਦਾਂ ਕਰ ਦੇਣਗੇ ਫਿਰ ਤਾਂ ਪੰਜਾਬ ਦੇ ਲੋਕ ਮੰਨਣਗੇ ਨਹੀਂ ਯਾਰ ਸਰਕਾਰ ਜਿਹਦੀ ਮਰਜ਼ੀ ਹੋਵੇ, ਪੰਜਾਬ ਦੇ ਲੋਕਾਂ ਦੇ ਹਿਤੈਸ਼ੀ ਨੇ, ਫਿਰ ਤਾਂ ਸੰਧਾਲੀਆ ਸਭ ਕੰਮ ਆ ਸਕਦਾ ਸੂਤ। ਹਾਂ, ਜੇ ਲੱਤਾਂ ਹੀ ਖਿੱਚੀ ਜਾਣੀਆਂ, ਕਿਉਂਕਿ ਜੇ ਢਾਲੀਵਾਲ ਸਾਹਿਬ ਦੀ ਗੱਲ ਠੀਕ ਹੈ ਕਿ ਖੇਤੀਬਾੜੀ ਪਾਲਿਸੀ ਬਣੀ ਨਹੀਂ, ਜੇ ਅਕਾਲੀਆਂ ਤੇ ਕਾਂਗਰਸੀਆਂ ਨਹੀਂ ਬਣਾਈ, ਹੁਣ ਬਣਾਉਣ ਲੱਗੇ ਤਾਂ ਸਾਥ ਦਿਓ, ਤੇ ਜੇ ਤੁਸੀਂ ਬਣਾਈ ਸੀ, ਲਾਗੂ ਕੀਤੀ ਸੀ, ਤਾਂ ਢਾਲੀਵਾਲ ਸਾਹਿਬ ਤੇ ਮਾਣਹਾਨੀ ਦਾ ਕੇਸ ਕਰ ਦਿਓ। ਗੱਲ ਕਲੀਅਰ ਜੀ। ਸੋ ਚਲੋ ਬੇਨਤੀ ਆਪਾਂ ਇਹ ਕਰਦੇ ਹਾਂ ਵੀ ਚੰਗੇ ਸਟੈਪ ਨੇ ਇਹ, ਚੰਗੇ ਸਟੈਪ ਜਿਹੜਾ ਵੀ ਕੰਮ ਦੇਰੀ ਨਾਲ ਕੀਤਾ ਜਾਂਦਾ ਉਹਦਾ ਨੁਕਸਾਨ ਹੁੰਦਾ, ਜਿੱਦਾਂ ਜ਼ੀਰੇ ਵਾਲਾ ਕੰਮ ਹੋ ਗਿਆ। ਜਿਹੜਾ ਕੰਮ ਟਾਈਮ ਨਾਲ ਕਰ ਦੂਗੀ ਸਰਕਾਰ ਉਹਦੀ ਪਹਿਲ ਹੋ ਜੂਗੀ, ਚੰਗੀ ਹੋ ਜੂਗੀ ਤੇ ਲੋਕ ਕਹਿਣਗੇ ਵੀ ਬੱਲੇ ਬੱਲੇ। ਜੀ, ਆਪਾਂ ਚੱਲੀਏ ਹੁਣ, ਟਾਈਮ ਨਹੀਂ। ਬਹੁਤ ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ ਤੇ ਉਹ ਲਾਈਕ ਵਾਲਾ ਬਟਨ ਤੁਸੀਂ ਦੱਬ ਦਿੰਦੇ ਹੋ, ਲਈ ਬੜੇ ਧੰਨਵਾਦੀ ਹਾਂ। ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।